ਸਤਿ ਸ੍ਰੀ ਅਕਾਲ, ਸਲਾਮ, ਨਮਸਕਾਰ, ਆਦਾਬ ਸਭ ਸਤਿਕਾਰ ਸੱਜਣਾਂ ਨੂੰ ਜੋ ਇਸ ਵਕਤ ਜ਼ਿੰਦਗੀ ਦੇ ਰੰਗਾਂ ਤੇ ਆਵਾਜ਼ਾਂ ਦੇ ਰੰਗਾਂ ਨੂੰ ਮੰਨਦੇ ਜੁੜੇ ਨੇ ਟਿਵਾਣਾ ਰੇਡੀਓ ਦੇ ਨਾਲ। ਬਾਗਾਂ ਤੇ ਰਾਗਾਂ ਦੇ ਸ਼ਹਿਰ ਪਟਿਆਲਾ ਤੋਂ ਮੈਂ ਪਰਮਿੰਦਰ ਸਿੰਘ ਟਿਵਾਣਾ ਤੁਹਾਡਾ ਸਭ ਸੱਜਣਾਂ ਦਾ ਇਸਤਕਬਾਲ ਕਰਦਾ, ਸਵਾਗਤ ਕਰਦਾ। 11 ਅਗਸਤ ਦਿਨ ਬੁੱਧਵਾਰ ਸਨ 2021 ਦੇ ਇਸ ਸਵੇਰ-ਸਾਰ ਦੇ ਪ੍ਰੋਗਰਾਮ ਦੇ ਵਿੱਚ ਟਿਵਾਣਾ ਲਾਈਵ ਦੇ ਵਿੱਚ 27 ਸੌਣ ਨਾਨਕਸ਼ਾਹੀ ਸੰਮਤ 553 ਹੋ ਚੁੱਕਾ ਹੈ। ਸੌਣ ਮਹੀਨੇ ਦੀ ਸਮਾਪਤੀ, ਭਾਦੋਂ ਦੀ ਆਮਦ, ਬੀਬੀਆਂ ਦੀਆਂ ਵੈਰੀ। ਸੌਣ ਵੀਰ ਇਕੱਠੀਆਂ ਕਰੇ, ਭਾਦੋਂ ਚੰਦਰੀ ਵਿਛੋੜੇ ਪਾਵੇ। ਸੋ ਬੀਬੀਆਂ ਦੇ ਰੂਪੀ ਇਸ ਭਾਦੋਂ ਮਹੀਨੇ ਨੂੰ ਨਿੰਦੀ ਜਾਂਦੀਆਂ ਨੇ। ਇੱਕੋ ਹੀ ਮਹੀਨਾ ਜਿਹੜਾ ਔਰਤਾਂ ਦੇ ਨਾਂ ਤੋਂ ਹੈ ਤੇ ਮਰਦ ਪ੍ਰਧਾਨ ਸਮਾਜ ਨੇ ਤਾਂ ਆਦਤਨ ਫਿਰ ਬੀਬੀਆਂ ਨੂੰ ਨਿੰਦਣਾ ਹੀ ਹੋਇਆ। ਜਦੋਂ ਬੀਬੀਆਂ ਦੇ ਨਾਂ ਤੇ ਬਣੇ ਮਹੀਨੇ ਨੂੰ ਸਭ ਤੋਂ ਵੱਧ ਨਿੰਦਦੀਆਂ ਨੇ ਤੇ ਸੌਣ ਮਹੀਨਾ ਵੀ ਕਿਹੜਾ ਬੀਬੀਆਂ ਨਾਲ ਘੱਟ ਗੁਜ਼ਾਰਦਾ। ਠੀਕ ਹੈ ਕਿ ਤੀਆਂ ਆਦ ਲਾ ਲੈਂਦੀਆਂ ਨੇ, ਤੀਆਂ ਤੀਜ ਦੀਆਂ ਵਰੇ ਦਿਨਾਂ ਨੂੰ ਫੇਰ ਸੋ ਤੀਆਂ ਦਾ ਤਿਉਹਾਰ ਪੂਰੇ ਜ਼ੋਰ ਸ਼ੋਰ ਤੇ ਚੱਲ ਰਿਹਾ। ਕਿਸਾਨ ਬੀਬੀਆਂ ਨੇ ਵੀ ਵੱਖ-ਵੱਖ ਮੋਰਚਿਆਂ ਤੇ ਤੀਆਂ ਮਨਾਈਆਂ, ਸਰਕਾਰੀ ਫੰਕਸ਼ਨਾਂ ਦੇ ਵਿੱਚ ਵੀ ਤੀਆਂ ਦੇ ਤਿਉਹਾਰ ਹੋਏ। ਸੋ ਮਨ ਦੀਆਂ ਹੁੱਬਾਂ ਰੀਝਾਂ ਵਲਵਲਿਆਂ ਨੂੰ ਪੁਰ ਕਰਨ ਦਾ ਇਹ ਮਹੀਨਾ ਹੁੰਦਾ। ਜਿਵੇਂ ਜੱਟਾਂ ਨੂੰ ਵਿਸਾਖੀ ਦਾ ਚਾਅ ਆ, ਐਵੇਂ ਤ੍ਰੀਮਤਾਂ ਨੂੰ ਤੀਆਂ ਦਾ ਚਾਅ ਹੁੰਦਾ। ਸੋ ਇਸ ਦੌਰਾਨ ਸਿਆਸੀ ਤੀਆਂ ਲਾਉਣ ਵਾਲੇ ਆਪਣੀਆਂ ਤਿਕੜਮਬਾਜ਼ੀਆਂ ਦੇ ਵਿੱਚ ਮਸ਼ਰੂਫ ਨੇ। ਕੱਲ੍ਹ ਜੈਰਾਮ ਰਮੇਸ਼ ਅਤੇ ਪ੍ਰਤਾਪ ਸਿੰਘ ਬਾਜਵਾ ਵੱਲੋਂ ਜੋ ਚੀਫ ਵਿਪ ਸਨ, ਉਹਨਾਂ ਵੱਲੋਂ ਖੇਤੀ ਕਾਨੂੰਨਾਂ ਦੇ ਮੁੱਦੇ ਤੇ ਰਾਜ ਸਭਾ ਦੇ ਵਿੱਚ ਚਰਚਾ ਦੇ ਲਈ ਧਿਆਨ ਦਿਵਾਊ ਮਤਾ ਲਿਆਂਦਾ ਗਿਆ। ਇਸ ਧਿਆਨ ਦਿਵਾਊ ਮਤੇ ਨੂੰ ਖੇਤੀ ਸਮੱਸਿਆ ਦੇ ਹਾਲਾਤ ਤੇ ਡਿਸਕਸ ਹੋਣੀ ਸੀ, ਜਿਸ ਨੂੰ ਬੜੇ ਸਧਾਰਨ ਵਿਸ਼ੇ ਤੇ ਛੋਟੀ ਜਿਹੀ ਬਹਿਸ ਦੇ ਵਿੱਚ ਤਬਦੀਲ ਕਰ ਦਿੱਤਾ, ਜਿਸ ਤੋਂ ਬਾਅਦ ਤਹਿਸ ਦੇ ਵਿੱਚ ਆਏ ਬਾਜਵਾ ਹੋਰਾਂ ਨੇ ਫਿਰ ਕਾਪੀਆਂ ਚਲਾ ਕੇ ਮਾਰੀਆਂ। ਤੇ ਉਧਰੋਂ ਵਿੱਤ ਮੰਤਰੀ ਸੀਤਾਰਮਨ ਤੇ ਉਹ ਤੇ ਹੋਰ ਜਦੋਂ ਸੱਤਾਧਾਰੀ ਧਿਰ ਦੇ ਮੈਂਬਰ ਬਾਹਰ ਨਿਕਲ ਰਹੇ ਸਨ ਤਾਂ ਉਦੋਂ ਵੀ ਕਾਂਗਰਸੀਆਂ ਨੇ ਵੱਡੇ ਬੈਨਰ ਵਿਖਾ ਕੇ ਉਹਨਾਂ ਨੂੰ ਇਸ ਕਾਲੇ ਕਾਨੂੰਨਾਂ ਦੇ ਵਿਰੁੱਧ ਛਿੱਥੇ ਕਰਨ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਸਾਰੀਆਂ ਪਾਰਟੀਆਂ ਵੱਲੋਂ OBC ਸੰਵਿਧਾਨਕ ਬਿੱਲ ਦੀ ਸੋਧ ਦਾ ਹਮਾਇਤ ਕਰਨ ਦਾ ਐਲਾਨ ਕਰ ਦਿੱਤਾ ਗਿਆ, ਕਿਉਂਕਿ ਇਹ ਰਾਖਵਾਂਕਰਨ ਜਿਹੜਾ ਬਿੱਲ ਹੈ ਉਸ ਦੌਰਾਨ ਇਸ ਬਹਿਸ ਦੇ ਦੌਰਾਨ ਕਾਂਗਰਸ ਸਮੇਤ ਹੋਰਨਾਂ ਨੇ ਵੀ ਰਾਖਵਾਂਕਰਨ ਤੇ ਲੱਗੀ 50% ਸੀਲਿੰਗ ਨੂੰ ਹਟਾਉਣ ਦੀ ਮੰਗ ਕੀਤੀ। ਉੱਥੇ NCP ਦੀ ਸੁਪ੍ਰਿਆ ਸੁਲੇ ਜੋ ਕਿ ਸ਼ਰਦ ਪਵਾਰ ਦੀ ਬੇਟੀ ਹੈ, ਇਕਲੌਤੀ ਬੇਟੀ ਹੈ, ਕਿਉਂਕਿ ਸ਼ਰਦ ਪਵਾਰ ਨੇ ਇਹ ਅਹਿਦ ਕੀਤਾ ਸੀ ਕਿ ਮੈਂ ਇੱਕੋ ਹੀ ਬੱਚਾ ਪੈਦਾ ਕਰਾਂਗਾ। ਹਾਲਾਂਕਿ ਪੈਸੇ ਟਕੇ ਦੀ ਕੋਈ ਕਮੀ ਨਹੀਂ, ਉਹਨਾਂ ਦੇ ਇੱਕੋ ਹੀ ਬੇਟੀ ਪੈਦਾ ਹੋਈ ਤੇ ਉਸ ਤੋਂ ਬਾਅਦ ਉਹਨਾਂ ਨੇ ਫਿਰ ਅਗਲਾ ਬੱਚਾ ਪੈਦਾ ਨਹੀਂ ਕੀਤਾ। ਸੋ ਸੁਪ੍ਰਿਆ ਸੁਲੇ ਨੇ ਇਸ ਸੋਧ ਬਿੱਲ ਦਾ ਸਿਹਰਾ ਮਹਾਰਾਸ਼ਟਰ ਸਰਕਾਰ ਸਿਰ ਬੱਝਣ ਦਾ ਐਲਾਨ ਕੀਤਾ। ਉਧਰ ਭਾਜਪਾ ਦੇ ਭੁਪਿੰਦਰ ਯਾਦਵ ਨੇ OBC ਰਾਖਵੇਂਕਰਨ ਦੇ ਮੁੱਦੇ ਤੇ ਪਿਛਲੀ ਮਨਮੋਹਨ ਸਿੰਘ ਦੀ UPA ਸਰਕਾਰ ਨੂੰ ਰਗੜੇ ਲਾਏ। ਇਸ ਸੰਬੰਧੀ ਮੌਨਸੂਨ ਸੈਸ਼ਨ ਦੇ ਦੌਰਾਨ ਪੈਗਾਸਸ ਖੇਤੀ ਕਾਨੂੰਨ ਤੇ ਹੋਰ ਮੁੱਦਿਆਂ ਨੂੰ ਲੈ ਕੇ ਸਰਕਾਰ ਤੇ ਵਿਰੋਧੀ ਧਿਰਾਂ ਦੇ ਦਰਮਿਆਨ ਇੱਟ ਖੜਕਾ ਪੂਰਾ ਰਿਹਾ ਤੇ ਬਿਜਲੀ ਸਬਸਿਡੀ ਬਿੱਲ ਇਸ ਦਾ ਪੀਕ ਹੋਏਗਾ। ਦੇਖੋ ਉਸ ਤੇ ਕੀ ਬਣਦਾ ਹੈ। ਤੇ ਹਾਲਾਂਕਿ ਇਹ ਸਾਰੇ ਮਾਮਲਿਆਂ ਦੇ ਵਿੱਚ ਪਤਾ ਹੀ ਹੈ ਕਿ ਪਾਰਲੀਮੈਂਟ 'ਚ ਜਿਹੜੇ ਸੱਜਣ ਬੈਠੇ ਨੇ, ਇਹਨਾਂ ਦੇ ਵਿੱਚੋਂ ਬਹੁਤੇ ਸੱਜਣ ਅਪਰਾਧਿਕ ਮਾਮਲਿਆਂ ਦੇ ਵਿੱਚ ਬਲਾਤਕਾਰ, ਚੋਰੀ, ਚਰੱਕੀ, ਕਤਲਾਂ ਦੇ ਦੋਸ਼ੀ ਨੇ। ਸੋ ਇਸ ਮਾਮਲੇ ਦੇ ਵਿੱਚ ਸਿਆਸਤ ਦੇ ਇਸ ਅਪਰਾਧੀਕਰਨ ਨੂੰ ਰੋਕਣ ਦੇ ਖਿਲਾਫ ਸੁਪਰੀਮ ਕੋਰਟ ਨੇ ਸਖਤ ਕਦਮ ਚੁੱਕਿਆ, ਕਿਉਂਕਿ ਇਹਨਾਂ ਅਪਰਾਧੀਆਂ ਦੀ ਜਿਸ ਤਰ੍ਹਾਂ ਪਹੁੰਚ ਸਿਆਸਤਦਾਨਾਂ ਤੱਕ ਹੈ ਤੇ ਸਿਆਸਤਦਾਨ ਅਪਰਾਧੀ ਆਪਣੇ ਵਿਰੋਧੀ ਜੱਜਾਂ ਨੂੰ ਕਿਵੇਂ ਖਤਮ ਕਰਦੇ ਨੇ, ਇਸ ਦੀ ਮਿਸਾਲ ਦੇਸ਼ ਦੇ ਵਿੱਚ ਆਮ ਮਿਲਦੀ ਹੈ। ਪਰ ਹੁਣ ਚੀਫ ਜਸਟਿਸ ਰਮੰਨਾ ਸਾਹਿਬ ਇਸ ਮਾਮਲੇ 'ਚ ਸਤਰਕ ਵੀ ਹੋਏ ਨੇ ਤੇ ਦੂਸਰਾ ਉਹਨਾਂ ਨੇ ਭਾਰਤ ਦੀਆਂ ਖੁਫੀਆ ਏਜੰਸੀਆਂ IB ਤੇ ਰਾਹ ਦਾ ਤਾਂ ਭਾਵੇਂ ਨਾਂ ਨਹੀਂ ਲਿਆ, ਪਰ CBI ਦਾ ਨਾਂ ਜ਼ਰੂਰ ਲਿਆ ਕਿ CBI ਵੀ ਸਾਡੀ ਨਹੀਂ ਸੁਣਦੀ। ਥਾਣਿਆਂ ਦੇ ਵਿੱਚ ਵੀ ਆਮ ਬੰਦੇ ਦੀ ਕੋਈ ਵੁਕਤ ਨਹੀਂ। ਆਮ ਬੰਦਾ ਤਾਂ ਛੱਡੋ, ਰਮੰਨਾ ਸਾਹਿਬ ਕਹਿੰਦੇ ਪਹੁੰਚ ਵਾਲੇ ਬੰਦਿਆਂ ਨੂੰ ਵੀ ਥਾਣੇ 'ਚ ਬਹੁਤ ਜਲੀਲ ਕੀਤਾ ਜਾਂਦਾ। ਇਸੇ ਕਰਕੇ ਸਾਡਾ ਸੱਭਿਆਚਾਰ ਕਹਿੰਦਾ ਕਿ ਬੇਰੀ ਬਾਰ 'ਚ ਨਾ ਲਾਵੇ ਤੇ ਮਲਾਜਾ ਪੁਲਿਸ ਨਾਲ ਨਾ ਪਾਵੇ। ਪੁਲਿਸ ਦਾ ਮਲਾਜਾ ਵੀ ਮਾੜਾ ਤੇ ਪੁਲਿਸ ਦੀ ਮਿੱਤਰਤਾ ਵੀ ਮਾੜੀ ਹੈ। ਥਾਣੇ ਤੁਸੀਂ ਫਸੇ ਹੋ, ਤੁਹਾਡੇ ਖਾਸ ਥਾਣੇ ਦੇ ਵਿੱਚ ਰਹਿਣ ਵਾਲੇ ਅਧਿਕਾਰੀ ਕਰਮਚਾਰੀ ਵੀ ਤੁਹਾਡੇ ਵੱਲ ਵੇਖਦੇ ਤੱਕ ਨਹੀਂ। ਇਹ ਹਾਲਾਤ ਹੈ। ਅਗਲਾ ਕਹਿੰਦਾ ਫਸਿਆ ਹੋਊ, ਐਵੇਂ ਕੋਈ ਕੰਮ ਨੂੰ ਕੋਈ ਪਿੱਠ ਮਾਰ ਕੇ ਲੰਘ ਜਾਂਦੇ ਨੇ। ਸੋ ਇਸ ਸਮੇਂ ਦਾ ਸੱਚ ਹੈ। ਬਾਕੀ ਥਾਣੇ ਗਈ ਗਧੀ ਗਧੀਆਂ 'ਚ ਨਹੀਂ ਰਲਦੀ। ਜਿਹੜਾ ਕਿਸੇ ਬਿਨਾਂ ਕੰਮ ਤੋਂ ਥਾਣੇਦਾਰ
ਥਾਣੇ ਗਿਆ ਹੋਵੇ, ਖੜਪੈਂਚ ਹੋਵੇ, ਉਹ ਥਾਣੇ ਜਾ ਕੇ ਫਿਰ ਨਾਲ ਦਿਆਂ ਨਾਲ ਵੀ ਨਹੀਂ ਰਲਦਾ, ਦੂਰੀ ਬਣਾ ਲੈਂਦਾ। ਜਦੋਂ ਗਧੀ ਦੂਰੀ ਬਣਾ ਲੈਂਦੀ ਹੈ ਥਾਣੇਦਾਰ ਦੀਆਂ ਇੱਟਾਂ ਢੋ ਕੇ, ਤੇ ਬਾਕੀਆਂ ਨੇ ਵੀ ਬਣਾਉਣਾ ਹੀ। ਸੋ ਇਹਨਾਂ ਥਾਣਿਆਂ ਦਾ ਵੀ ਸੱਚ ਸਾਹਮਣੇ ਲਿਆਂਦਾ ਜਸਟਿਸ NV ਰਮन्ना ਸਾਹਿਬ ਹੋਰਾਂ ਨੇ। ਪਰ ਪੈਗਾਸਸ ਦੇ ਮੁੱਦੇ ਤੇ ਕਹਿੰਦੇ ਅਦਾਲਤ ਦੇ ਬਾਹਰ ਵਿੱਚ ਤੋਂ ਸੁਣਵਾਈ ਨਾ ਹੋਵੇ। ਕਹਿੰਦੇ ਜੋ ਸੁਣਵਾਈ ਕਰਨੀ ਅਸੀਂ ਕਰਾਂਗੇ, ਅਦਾਲਤ ਤੋਂ ਬਾਹਰ PM ਦਾ ਨਾਂ ਜਾਂ CM ਦਾ ਨਾਂ, ਕਿਸੇ ਦਾ ਨਾਂ ਨਾ ਲਓ। ਇਸ ਕਰਕੇ ਬੇਲੋੜੀ ਬਹਿਸ ਦਾ ਕੋਈ ਫਾਇਦਾ ਨਹੀਂ, ਅਸੀਂ ਕਰਾਂਗੇ ਜੋ ਕਰਨਾ। ਰਮन्ना ਸਾਹਿਬ ਦੁੱਖ ਤੇ ਇਸ ਗੱਲ ਦਾ, ਤੁਸੀਂ ਜਾਣੀ ਕਿ ਅਦਾਲਤਾਂ ਸਭ ਕੁਝ ਕਰਦੀਆਂ ਹੋਵੋ ਤੇ ਲੋਕਾਂ ਨੂੰ ਫਿਰ ਲਟਾਪਿੰਗ ਹੋਣ ਦੀ ਕੀ ਜ਼ਰੂਰਤ ਹੈ। ਇਧਰ ਰਾਹੁਲ ਗਾਂਧੀ ਕਸ਼ਮੀਰ ਪੁੱਜੇ ਨੇ। ਕਹਿੰਦੇ ਦੇਸ਼ ਨੂੰ ਵੰਡਣ ਵਾਲੀ ਵਿਚਾਰਧਾਰਾ ਦੇ ਖਿਲਾਫ ਲੜਾਈ ਅਸੀਂ ਜਾਰੀ ਰੱਖਾਂਗੇ। ਜਿਹੜਾ ਗੁਪਕਾਰ ਕਸ਼ਮੀਰ ਦੇ ਜਿਹੜੇ ਕਸ਼ਮੀਰੀ ਆਗੂ ਨੇ ਵੱਖ-ਵੱਖ ਪਾਰਟੀਆਂ ਦੇ, ਉਹਨਾਂ ਨੇ ਇੱਕ ਗਰੁੱਪ ਬਣਾਇਆ ਹੋਇਆ ਜੋ ਕਸ਼ਮੀਰ ਦੀ ਮੁੜ ਖੁਦ ਮੁਖਤਾਰੀ ਆਜ਼ਾਦੀ ਦੀ ਮੰਗ ਕਰਦਾ, ਸੂਬੇ ਦੇ ਅਧਿਕਾਰ ਚਾਹੁੰਦਾ। ਤੇ ਉਸ ਗੁਪਕਾਰ ਗਰੁੱਪ ਨੇ ਪਿਛਲੇ ਦਿਨਾਂ ਤੋਂ ਇਹ ਅਹਿਦ ਕੀਤਾ ਹੋਇਆ, ਇਹ ਮੁਹਾਜ਼ ਵਿੱਢਿਆ ਹੋਇਆ ਕਿ ਕਸ਼ਮੀਰ ਨੂੰ ਮੁੜ ਉਹ ਦਰਜਾ ਮਿਲੇ ਜਿਹੜਾ ਪਿਛਲੇ ਸਮੇਂ BJP ਸਰਕਾਰ ਨੇ ਖੋਇਆ। ਇਸ ਸੰਬੰਧੀ ਇਹਨਾਂ 23 ਰੁੱਸੇ ਹੋਏ ਕਾਂਗਰਸੀਆਂ ਜਾਣੀ ਕਿ ਗੁਪਕਾਰ ਦਲ ਦੇ ਮੈਂਬਰਾਂ ਦੇ ਨਾਲ ਰਾਹੁਲ ਗਾਂਧੀ ਨੇ ਮੀਟਿੰਗ ਕੀਤੀ ਹੈ। ਕਿਉਂਕਿ ਇੱਕ ਤਾਂ ਜਿਹੜਾ ਗੁਪਕਾਰ ਗਰੁੱਪ ਹੈ ਉਹਦੇ ਵਿੱਚ ਗੁਲਾਮ ਨਬੀ ਆਜ਼ਾਦ ਵਰਗੇ ਲੋਕ ਇਸ ਵਕਤ ਭਾਜਪਾ ਦੇ ਟੇਟੇ ਚੜ੍ਹੇ ਹੋਏ ਨੇ। ਇੱਕ ਤੇ ਉਹਨਾਂ ਨੂੰ ਮਿਲਣਾ ਸੀ ਬਹਾਨਾ ਭਾਵੇਂ ਕਸ਼ਮੀਰ ਦੇ ਖੁੱਸੇ ਹੋਏ ਅਧਿਕਾਰਾਂ ਦਾ ਸੀ। ਰਾਹੁਲ ਨੇ ਕਸ਼ਮੀਰ ਦੀ ਫੇਰੀ ਦੇ ਦੌਰਾਨ ਇਹਨਾਂ ਗੁਲਾਮ ਨਬੀ ਆਜ਼ਾਦ ਜੋ BJP ਦੇ ਟੇਟੇ ਚੜ੍ਹੇ ਹੋਏ ਨੇ, ਕਾਂਗਰਸ ਛੱਡ ਕੇ BJP ਦੇ ਖਿਲਾਫ ਜਾ ਰਹੇ ਨੇ, ਉਹਨਾਂ ਨੂੰ ਮਨਾਉਣ ਦੀ ਕਵਾਇਦ ਦੇ ਅਧੀਨ ਇਹ ਕਸ਼ਮੀਰ ਦਾ ਦੌਰਾ ਕੀਤਾ। ਬਾਕੀ ਉਹਨਾਂ ਨੇ ਰਾਹੁਲ ਨੇ ਖੀਰ ਭਵਾਨੀ ਮੰਦਿਰ ਅਤੇ ਹਰਜਤ ਬਲ ਦਰਗਾਹ ਦਾ ਮੱਥਾ ਵੀ ਟੇਕਿਆ ਤੇ ਇਹ ਵੀ ਕਿਹਾ ਕਿ ਕਸ਼ਮੀਰ ਮੇਰੇ ਲਈ ਆਪਣਾ ਘਰ ਹੈ। ਜਦੋਂ ਮੈਂ ਕਸ਼ਮੀਰ ਆਉਣਾ ਮੈਨੂੰ ਇਉਂ ਲੱਗਦਾ ਕਿ ਮੈਂ ਆਪਣੇ ਘਰੇ ਆ ਗਿਆ। ਜਿਵੇਂ ਅਕਸਰ ਸਿਆਸਤਦਾਨ ਡਰਾਮੇ ਕਰਦੇ ਨੇ, ਉਸੇ ਤਰ੍ਹਾਂ ਦਾ ਡਰਾਮਾ ਰਾਹੁਲ ਨੇ ਵੀ ਕਸ਼ਮੀਰ ਫੇਰੀ ਦੇ ਦੌਰਾਨ ਕੀਤਾ। ਬਾਕੀ ਕੇਂਦਰ ਸਰਕਾਰ ਨੇ ਕੱਲ੍ਹ ਸੁਪਰੀਮ ਕੋਰਟ ਦੇ ਵਿੱਚ ਇਹ ਦੱਸ ਦਿੱਤਾ ਕਿ ਦੇਸ਼ ਦੇ ਵਿੱਚ ਸਿਰਫ ਇੱਕ ਮੌਤ ਹੋਈ ਹੈ ਆਕਸੀਜਨ ਦੀ ਕਮੀ ਦੇ ਨਾਲ। ਬਾਕੀ ਕਹਿੰਦੇ ਆਕਸੀਜਨ ਦੀ ਕਮੀ ਕਹਿੰਦੇ ਅਸੀਂ ਕੋਈ ਰਹਿਣ ਨਹੀਂ ਦਿੱਤੀ, ਘੱਟ ਕੋਈ ਵੀ ਨਹੀਂ। ਇਧਰ ਪੰਜਾਬ ਸਰਕਾਰ ਹੈ, ਉਹ RTI ਐਕਟ ਦੀ ਸੰਘੀ ਕੁੱਟੀ ਜਾਂਦੀ ਹੈ। ਜੇ ਮੋਦੀ ਸਾਹਿਬ RTI ਐਕਟ ਦੇ ਅਧੀਨ ਆਪਣੀ ਪਤਨੀ ਨੂੰ ਉਹਦਾ ਹਕੂਕ ਨਹੀਂ ਦੱਸਦੇ ਜਾਂ ਬੋਲਣ ਦੀ ਆਜ਼ਾਦੀ ਤੇ ਡਾਕਾ ਮਾਰਦੇ ਨੇ ਤਾਂ ਘੱਟ ਕਪਤਾਨ ਵੀ ਨਹੀਂ। ਪੰਜਾਬ ਦੇ ਵਿੱਚ ਵੀ ਸੂਚਨਾ ਅਧਿਕਾਰ ਕਾਨੂੰਨ ਦੇ ਤਹਿਤ ਸਰਕਾਰੀ ਫਾਈਲਾਂ ਦੇ ਵਿੱਚ ਜਿਹੜਾ ਸੱਚ ਦਬਿਆ, ਉਸ ਸੱਚ ਨੂੰ ਦੱਬੇ ਰੱਖਣ ਦੇ ਲਈ ਜਿਹੜੇ ਨੇ ਤਾਜ਼ਾ ਤਰੀਨ ਫਰਮਾਨ ਕੈਪਟਨ ਸਾਹਿਬ ਨੇ ਸ਼ੁਰੂ ਕਰ ਦਿੱਤੇ ਨੇ, ਜਿਸ ਨੂੰ RTI ਕਾਰਕੁਨਾਂ ਨੇ ਲੋਕ ਵਿਰੋਧੀ ਫੈਸਲਾ ਦੱਸਿਆ। ਜਾਣੀ RTI ਐਕਟ ਰਾਈਟ ਟੂ ਇਨਫੋਰਮੇਸ਼ਨ ਐਕਟ ਦੇ ਪੰਖ ਹੈ ਕੁਤਰ ਦਿੱਤੇ ਨੇ ਜਨਾਬ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ। ਘੱਟ ਕੋਈ ਨਹੀਂ ਹੈ। ਜੇ ਐਮਰਜੈਂਸੀ ਇੰਦਰਾ ਨੇ ਲਾਈ ਸੀ ਤੇ ਮੋਦੀ ਨੇ ਇੰਪਲੀਮੈਂਟ ਕੀਤਾ, ਤੇ ਕਪਤਾਨ ਵੀ ਕਿਹੜਾ ਐਮਰਜੈਂਸੀ ਨਹੀਂ ਲਾਉਂਦੇ। ਕੋਈ ਮਾੜਾ ਜਿਹਾ ਬੋਲੇ ਤੇ ਸਹੀ ਜਦੇ ਠਾਹ ਪਰਚਾ ਤੇ ਠੂਹ ਪਰਚਾ। ਜਿਹੜੇ ਵਿਹਲੜ ਜੇ ਨੇਤਾ ਹੁੰਦੇ ਨੇ ਉਹਨਾਂ ਨੂੰ ਕਹਿੰਦੇ ਨੇ ਫਿਰ ਕਰੋ ਫਲਾਣੇ ਤੇ ਪਰਚਾ। ਉਹ ਮਹਿਲਾਂ ਦੇ ਗੁਲਾਮ, ਉਹ ਸਿਸਵਾਂ ਦੇ ਗੁਲਾਮ ਫਿਰ ਸਾਡੇ ਵਰਗਿਆਂ ਤੇ ਪਰਚੇ ਕਰਾਈ ਜਾਂਦੇ ਨੇ। ਖੈਰ, ਇਸ ਦੌਰਾਨ ਸਾਡੇ ਇਹਨਾਂ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਅਮਰੀਕਨ ਟੈਕਸ ਫਰਮਾਂ ਦੇ ਵਿੱਚ 5 ਸਾਲ ਦੇ ਕੰਮ ਕਰਨ ਦੇ ਤਜਰਬੇ ਯਾਫਤਾ ਤਰਸੇਮ ਸਿੰਘ ਗਿੱਲ, ਜਿਨ੍ਹਾਂ ਕੋਲ ਤੁਸੀਂ ਇੰਡੀਵਿਜੂਅਲ ਬਿਜ਼ਨਸ, ਵਪਾਰ, ਕਾਰੋਬਾਰ ਦੀ ਹਰ ਤਰ੍ਹਾਂ ਦੀ ਰਿਟਰਨ ਭਰਵਾ ਸਕਦੇ ਹੋ। ਕਿਸੇ ਰਿਸ਼ਤੇਦਾਰ ਨੂੰ ਅਮਰੀਕਾ ਸੱਦਣਾ, ਇਮੀਗ੍ਰੇਸ਼ਨ ਦਾ ਕੋਈ ਕੇਸ, ਗ੍ਰੀਨ ਕਾਰਡ, ਵਰਕ ਪਰਮਿਟ, ਸਪਾਊਸ ਕੇਸ ਅਪਲਾਈ ਕਰਨਾ, ਤਾਂ ਸੇਵਾਵਾਂ ਤੁਸੀਂ ਤਰਸੇਮ ਸਿੰਘ ਗਿੱਲ CP ਦੀਆਂ ਲੈ ਸਕਦੇ ਹੋ। ਅਮਰੀਕਾ ਦੇ ਪੜ੍ਹੇ ਲਿਖੇ ਨੇ, ਵੱਡੀਆਂ ਟੈਕਸ ਫਰਮਾਂ 'ਚ 5 ਸਾਲ ਕੰਮ ਕੀਤਾ। ਨਿਊਜਰਸੀ ਦੇ ਲਾਗੇ ਈਸਟਰਨ ਸਿਟੀ ਪੈਂਸਿਲਵੇਨੀਆ ਵਸਦੇ ਨੇ। ਨੰਬਰ ਹੈ ਤਰਸੇਮ ਸਿੰਘ ਗਿੱਲ ਦਾ 484 764 9861 4847649861। ਤੇ ਇਸੇ ਤਰ੍ਹਾਂ ਅੰਟਾਰੀਓ ਪ੍ਰੋਵਿੰਸ ਦੇ ਵਿੱਚ ਨਵੇਂ ਆਏ ਹੋ ਕੈਨੇਡਾ, ਨਵੇਂ ਆਏ ਹੋ ਡਰਾਈਵਰ ਹੋ, ਰਿਨਿਊਵਲ ਹੋਣ ਵਾਲੀ ਹੈ ਤਾਂ ਹੋਮ ਅਤੇ ਆਟੋ ਇੰਸ਼ੋਰੈਂਸ ਬਹੁਤ ਜ਼ਰੂਰੀ ਹੈ। ਇਹ ਕਰਵਾਉਣ ਦੇ ਵਾਸਤੇ ਟੋਰਾਂਟੋ ਦੇ ਵਿੱਚ ਭੈਣ ਰਾਣੀ ਮਨਦੀਪ ਕੌਰ ਨੂੰ ਕਾਲ ਕਰੋ। ਮੋਬਾਈਲ ਨੰਬਰ ਹੈ 647 615 5000 6476155000। ਸੈਟਲ ਇਲਾਕੇ ਦੇ ਲੋਕਲ ਲੋਡ ਚਾਹੁੰਦੇ ਹੋ, ਲੰਮੀਆਂ ਦੂਰੀਆਂ ਤੋਂ ਉਕਤਾਏ ਹੋ, ਘਰ ਦੀ ਯਾਦ ਮੁੜ ਆਉਂਦੀ ਹੈ ਤਾਂ 2-4 ਘੰਟੇ ਟਰੱਕ ਚਲਾਓ, ਸੈਟਲ ਦੇ ਲੋਕਲ ਲੋਡ ਲਾਓ, ਡਾਲੇ ਜੇਬ 'ਚ ਪਾਓ ਤੇ ਘਰ ਨੂੰ ਆਓ। ਤੇ ਇਸ ਦੌਰਾਨ ਤੁਹਾਨੂੰ ਸਬੱਬ ਬਣਦਾ ਇਸ ਸਭ ਕੁਝ ਦਾ ਵਾਸ਼ਿੰਗਟਨ ਫਰੇਟ ਸਰਵਿਸ, ਜਿਨ੍ਹਾਂ ਕੋਲ ਸੈਟਲ ਦੇ ਵਾਧੂ ਲੋਡ ਨੇ। ਤੁਸੀਂ ਓਨਰ, ਆਪਰੇਟਰ ਹੋ, ਡਰਾਈਵਰ ਹੋ,
ਤੁਹਾਡੀ ਸਹੂਲਤ ਵਾਸਤੇ ਡਿਸਪੈਚ ਵੀ ਅੰਗਰੇਜ਼ੀ ਪੰਜਾਬੀ ਭਾਸ਼ਾ 'ਚ ਦਿੰਦੇ ਨੇ। ਜਗਦੇਵ ਸਿੰਘ ਸੰਧੂ ਦਾ ਨੰਬਰ ਹੈ 253 266 6924 2532666924। ਗੁਰਵਿੰਦਰ ਸਿੰਘ ਗੈਰੀ ਧਾਲੀਵਾਲ ਦਾ ਨੰਬਰ ਹੈ 206 354 4060 2063544060। ਸਾਡੇ ਇਹਨਾਂ ਪ੍ਰੋਗਰਾਮਾਂ ਨੂੰ ਸਾਡੀ ਵੈਬਸਾਈਟ ਟਵਾਣਾ-ਰੇਡੀਓ.com ਤੇ ਵੀ ਸੁਣ ਸਕਦੇ ਹੋ। ਲਾਈਵ ਪ੍ਰੋਗਰਾਮ ਨੂੰ ਬਾਅਦ ਦੇ ਵਿੱਚ ਅਸੀਂ ਪ੍ਰਾਈਵੇਟ ਕਰ ਦਿੰਦੇ ਹਾਂ ਕਿਉਂਕਿ ਕੁਆਲਿਟੀ ਦੀ ਵੀ ਕਈ ਵਾਰੀ ਦਿੱਕਤ ਹੁੰਦੀ ਹੈ। ਪ੍ਰੋਗਰਾਮ ਐਡਿਟ ਕਰਕੇ ਪਾਈ ਦੇ ਨੇ 2 ਪਾਰਟ ਬਣਾ ਕੇ ਤੁਹਾਡੀ ਸਹੂਲਤ ਦੇ ਵਾਸਤੇ, ਭਾਗ ਪਹਿਲਾ ਤੇ ਭਾਗ ਦੂਜਾ। ਇਸ ਕਰਕੇ ਪਲੀਜ਼ ਉਹ ਪ੍ਰੋਗਰਾਮ ਸੁਣ ਲਿਆ ਕਰੋ। ਜਿੰਨੀ ਦੇਰ ਲਾਈਵ ਸੁਣਦੇ ਹੋ ਠੀਕ ਹੈ, ਤੇ ਜਦੋਂ ਪ੍ਰਾਈਵੇਟ ਹੋ ਜਾਏ ਤੇ ਫਿਰ ਤੁਸੀਂ ਰਿਕਾਰਡਡ ਪ੍ਰੋਗਰਾਮ ਸੁਣੋ। ਉਹਦੇ ਵਿੱਚ ਕੁਆਲਿਟੀ ਵੀ ਕਾਫੀ ਬਿਹਤਰ ਹੈ। ਆਵਾਜ਼ ਜਿਹੜੀ ਵੱਧ ਘੱਟ ਹੁੰਦੀ ਹੈ, ਫਾਲਤੂ ਸ਼ੋਰ ਸ਼ਰਾਬਾ ਹੁੰਦਾ ਹੈ, ਉਹ ਸਾਰਾ ਅਸੀਂ ਡਿਲੀਟ ਕਰੀਦਾ, ਐਡਿਟ ਕਰੀਦਾ ਘੰਟਾ ਲਾ ਕੇ। ਤੇ ਇਸ ਕਰਕੇ ਤੁਹਾਡੀ ਸਹੂਲਤ ਦੇ ਵਾਸਤੇ ਇਹ ਕੁਛ ਕਰਦੇ ਹਾਂ। ਸੋ ਰਿਕਾਰਡਡ ਪ੍ਰੋਗਰਾਮ ਜਿਹੜਾ ਨਾ YouTube ਤੇ, ਜਿਸ ਦੇ ਵਿੱਚ ਸਾਡੇ ਸਪਾਂਸਰ ਸਾਹਿਬ ਦੇ ਬਰੋਸ਼ਰ ਫਲਾਇਰ ਵੀ ਹੁੰਦੇ ਨੇ, ਤੇ ਉਹ ਪ੍ਰੋਗਰਾਮ ਪਲੀਜ਼ ਸੁਣ ਲਿਆ ਕਰੋ। ਥੋੜਾ ਦੇਰੀ ਨਾਲ ਅਪਲੋਡ ਹੁੰਦਾ ਪਰ ਕੁਆਲਿਟੀ ਗੁੱਡ ਹੁੰਦੀ ਹੈ। ਪ੍ਰੋਗਰਾਮ ਨੂੰ ਤੁਸੀਂ WhatsApp ਤੇ ਮੰਗਾਉਣਾ ਤਾਂ WhatsApp ਨੰਬਰ ਹੈ ਇਹੀ, ਆਪਣਾ ਸਟੂਡੀਓ ਵਾਲਾ ਨੰਬਰ ਹੈ। ਮੇਰਾ ਸੰਪਰਕ ਨੰਬਰ ਵੀ ਇਹੀ ਹੈ 9876309655 9876309655 ਨੰਬਰ ਹੈ। ਉਸ ਤੇ ਕਾਲ ਕਰਕੇ ਮੈਸੇਜ ਕਰ ਦਿਓ ਤੇ ਜਾਂ ਫਿਰ ਤੁਸੀਂ ਕੋਈ ਰਿਕਾਰਡਡ ਸੁਨੇਹਾ ਹੈ ਜਿਹੜਾ ਛੱਡ ਦਿਓ। ਪ੍ਰੋਗਰਾਮ ਦੇ ਵਿੱਚ ਵੀ ਕੋਈ ਰਿਕਾਰਡਡ ਸੁਨੇਹਾ ਚਲਾਉਣਾ ਤਾਂ ਤੁਸੀਂ ਆਪਣਾ ਸੁਨੇਹਾ ਰਿਕਾਰਡ ਕਰੋ, ਪਰ ਉਸ ਦੇ ਵਿੱਚ ਕੋਈ ਵੀ ਅਜਿਹੀ ਗੱਲ ਨਾ ਹੋਵੇ ਜਿਹੜੀ ਏਅਰ ਤੇ ਜਾਣ ਦੇ ਯੋਗ ਨਾ ਹੋਵੇ, ਮੈਨੂੰ ਐਡਿਟ ਨਾ ਕਰਨੀ ਪਵੇ। ਇਸ ਗੱਲ ਦੀ ਮੈਂ ਮਾਫੀ ਚਾਹੁੰਦਾ ਤੇ ਉਹ ਫਿਰ ਔਨ ਏਅਰ ਕੀਤਾ ਜਾ ਸਕਦਾ। ਤੇ ਲਓ ਔਨ ਏਅਰ ਕਰਦੇ ਹਾਂ ਐਡਵੋਕੇਟ ਸੁਰਿੰਦਰ ਸਿੰਘ ਹੋਰਾਂ ਨੂੰ। ਸਤਿ ਸ਼੍ਰੀ ਅਕਾਲ ਬਾਈ ਜੀ, ਸਵਾਗਤ ਹੈ ਤੁਹਾਡਾ, ਵੈਲਕਮ। ਮਿਹਰਬਾਨੀ, ਗੁਰਫਤਿਹ, ਸਤਿ ਸ਼੍ਰੀ ਅਕਾਲ ਸੁਰਿੰਦਰ ਬਾਈ ਜੀ। ਦੌਰੇ ਸਿਆਸਤ ਦੇ ਵਿੱਚ ਆਪਾਂ ਕੱਲ ਵੀ ਚਰਚਾ ਕੀਤੀ ਸੀ ਕਿ ਚੀਫ ਵਿਪ ਬਣਾਏ ਸੀ ਜੈਰਾਮ ਰਮੇਸ਼ ਤੇ ਨਾਲ ਬਣਾਏ ਸੀਗੇ ਪ੍ਰਤਾਪ ਸਿੰਘ ਬਾਜਵਾ। ਦੋਨਾਂ ਨੇ ਫਿਰ ਖੂਬ ਵਿਪ ਵਾਲਾ ਕੰਮ ਕੱਲ ਦਿਖਾਇਆ। ਖੇਤੀ ਮੁੱਦੇ ਤੇ ਬਹਿਸ ਕਰਨ ਦੇ ਲਈ ਰਾਜ ਸਭਾ ਦੇ ਵਿੱਚ ਬੀਜੇਪੀ ਨੂੰ ਮਜਬੂਰ ਕੀਤਾ, ਪਰ ਬੀਜੇਪੀ ਅਜੇ ਪੈਰਾਂ ਤੇ ਪਾਣੀ ਨਹੀਂ ਪੈਣ ਦੇ ਰਹੀ। ਵੈਸੇ ਤੇ ਲੇਖਾ ਜੋਖਾ ਆਪਾਂ ਕੀਤਾ, ਪਰ ਬੜਾ ਨਜ਼ਰੀਆ ਆਪਣੇ ਕੋਲ ਹੁੰਦਾ ਕਿਉਂਕਿ ਆਪਾਂ ਨੂੰ ਇਲਮ ਹੈ ਕਿ ਡੈਥ ਆਫ ਬ੍ਰੌਡਕਾਸਟਿੰਗ ਹੁੰਦੀ ਹੈ। ਰੈਪੀਟੀਸ਼ਨ ਆਪਾਂ ਕਰਦੇ ਨਹੀਂ। ਸੋ ਨਵੇਂ ਕੰਟੈਂਟ ਦੇ ਨਾਲ ਇਹ ਸਾਰਾ ਕੁਝ ਲੈ ਕੇ ਆਉਨੇ ਆ। ਸੋ ਧਿਆਨ ਦਿਵਾਊ ਮਤੇ ਤੇ ਫਾਈਲਾਂ ਚਲਾਊ ਮਨਸੂਬਾ ਕਿਵੇਂ ਬਣ ਗਿਆ ਜੀ ਸੁਰਿੰਦਰ ਜੀ? ਦੇਖੋ, ਪਹਿਲੀ ਗੱਲ ਤੇ ਸੀ ਕਿ ਵਾਰ-ਵਾਰ ਸੱਤਾਧਾਰੀ ਧਿਰ ਦਾ ਜਿਹੜਾ ਉਹ ਖੇਤੀ ਮੁੱਦਿਆਂ ਤੇ ਬਹਿਸ ਤੋਂ ਭੱਜਣਾ, ਜਦੋਂ ਸਾਰੀ ਵਿਰੋਧੀ ਧਿਰ ਮੰਗ ਕਰ ਰਹੀ ਆ ਉਹ ਵਾਰ-ਵਾਰ ਉਹਦੇ ਤੋਂ ਭੱਜਦੇ ਨੇ। ਜਦੋਂ ਭੱਜੇ ਤੇ ਫਿਰ ਆਪੋਜੀਸ਼ਨ ਜਿਹੜੀ ਸੀ ਉਹਦੇ ਹੱਥ ਖੜੇ ਹੋਣੇ ਹੀ ਹੋਣੇ ਸੀਗੇ। ਚਾਹੀਦਾ ਤੇ ਇਹ ਨਹੀਂ ਸੀਗਾ ਕਿ ਸੱਤਾਧਾਰੀ ਧਿਰ ਭੱਜਦੀ। ਸੱਤਾਧਾਰੀ ਧਿਰ ਦੀ ਵਾਗਡੋਰ ਕਿਹਦੇ ਕੋਲੇ ਸੀਗੀ? ਸਭਾਪਤੀ ਕੋਲੇ। ਸਭਾਪਤੀ ਕੌਣ ਸੀ? ਉਪ ਰਾਸ਼ਟਰਪਤੀ। ਡਿਪਟੀ ਸਭਾਪਤੀ ਉਹ ਵੀ ਸੱਤਾਧਾਰੀ ਧਿਰ ਦਾ। ਨਾ ਉਹਨੇ ਆਗਿਆ ਦਿੱਤੀ ਤੇ ਜਿਹੜੇ ਬਾਕੀ ਕਾਰਜਵਾਹਕ ਜਿਹੜਾ ਉਸ ਵੇਲੇ ਬਣਾਇਆ ਗਿਆ ਸੀਗਾ ਉਪ ਸਭਾਪਤੀ, ਉਹਨੇ ਵੀ ਕੋਈ ਰਾਹ ਜਿਹੜਾ ਨਹੀਂ ਦਿੱਤਾ। ਤਾਂ ਅਖੀਰ ਫਿਰ ਫੈਲਾਂ ਹੀ ਬਚੀਆਂ ਸੀ ਜਿਹੜੀਆਂ ਮੂੰਹ ਤੇ ਮਾਰਨੀਆਂ ਸੀ, ਹੋਰ ਇਹਨਾਂ ਦੇ ਪੱਲੇ ਵੀ ਕੁਛ ਨਹੀਂ ਸੀ। ਹੁਣ ਨੀਚੇ ਲਿਆ ਕੇ ਕੁੱਟਣ ਤੋਂ ਤਾਂ ਰਹੇ, ਪਰ ਉਹ ਕੁਛ ਕੱਲ ਜਿਹੜਾ ਵਾਪਰ ਗਿਆ, ਵਾਪਰਨਾ ਵੀ ਕੁਦਰਤੀ ਸੀਗਾ। ਆਪਾਂ ਗੱਲ ਕੀਤੀ ਸੀ ਕਿ ਇੱਕ ਪਹਿਲਾਂ ਜਿਹੜਾ ਸੀਗਾ ਉਹ ਆਮ ਆਦਮੀ ਪਾਰਟੀ ਨੇ ਹੰਗਾਮਾ ਕੀਤਾ ਸੀ, ਤੇ ਆਮ ਆਦਮੀ ਪਾਰਟੀ ਜਦੋਂ ਕਰਕੇ ਹਟੀ, ਸਦਨ ਜਿਹੜਾ ਉਹ 15 ਮਿੰਟ ਬਾਅਦ ਦੁਬਾਰਾ ਜੁੜਿਆ ਤੇ ਫਿਰ ਪ੍ਰਤਾਪ ਸਿੰਘ ਬਾਜਵਾ ਜਿਹੜਾ ਸੀਗਾ ਉਹ ਅੱਜ ਖੂਬ ਛਾਏ ਪਏ ਆ ਸਾਰੇ ਸੋਸ਼ਲ ਮੀਡੀਆ ਤੇ ਟੇਬਲ ਉੱਤੇ ਚੜ ਕੇ ਫਾਈਲ ਜਿਹੜੀ ਆ ਉਹ ਜਿਹੜੇ ਉਪ ਸਭਾਪਤੀ ਉਸ ਵੇਲੇ ਕਾਰਜਵਾਹਕ ਆ ਖੈਰ ਉਹਨਾਂ ਦੇ ਮੂੰਹ ਦੇ ਉੱਤੇ ਫਾਈਲ ਮਾਰਦਿਆਂ ਦੀ ਵੀਡੀਓ ਜਿਹੜੀ ਉਹ ਚੱਲ ਰਹੀ ਹੈ ਸਾਰੇ ਸੋਸ਼ਲ ਮੀਡੀਆ ਤੇ। ਪਰ ਕੁੱਲ ਮਿਲਾ ਕੇ ਜੇ ਕਹਿ ਦਈਏ ਲੋਕਤੰਤਰ ਜੇ ਸਾਰਾ ਕੁਝ ਮਾੜਾ ਹੈ, ਪਰ ਗੱਲ ਇਹ ਮਾੜਾ ਕੱਲਾ ਵਿਰੋਧੀ ਧਿਰ ਲਈ ਨਹੀਂ, ਮਾੜਾ ਸੱਤਾਧਾਰੀ ਧਿਰ ਲਈ ਵੀ ਹੈ ਕਿ ਸੱਤਾਧਾਰੀ ਧਿਰ ਵਿਰੋਧੀ ਧਿਰ ਜਿਹਦੇ ਕੋਲੇ ਰਾਜ ਸਭਾ 'ਚ ਬਹੁਮਤ ਹੋਵੇ ਤੇ ਉਹਨੂੰ ਜਿਹੜਾ ਇਹਨਾਂ ਮੁੱਦਿਆਂ ਤੇ ਬਹਿਸ ਲਈ ਸਮਾਂ ਹੀ ਨਾ ਦੇਵੇ। ਉਹ ਕਵੇ ਕਿ ਨਹੀਂ ਇਹਦੇ ਤੇ ਬਹਿਸ ਨਹੀਂ ਹੋ ਸਕਦੀ, ਔਰ ਫੇਰ ਕਵੇ ਕਿ ਛੋਟੀ ਬਹਿਸ ਸੇ ਸਾਰਾ ਕੁਝ ਸਮੇਟ ਲਿਆ ਜਾਵੇ। ਠੀਕ ਹੈ, ਹੁਣ ਗੱਲ ਇਹ ਹੈ ਕਿ ਇੱਕ ਬੰਨੇ ਸਾਰਾ ਦੇਸ਼ ਜਿਹੜਾ ਉਹ ਇਕਜੁੱਟ ਹੋ ਕੇ ਖੜਾ ਹੁੰਦਾ ਜਾ ਰਿਹਾ ਹੋਵੇ ਤੇ ਸੱਤਾਧਾਰੀ ਧਿਰ ਜਿਹੜੀ ਉਹਦੇ ਤੋਂ ਬਿਲਕੁਲ ਕਿਨਾਰਾ ਕਰਦੀ ਹੋਵੇ ਤੇ ਫਿਰ ਫੈਲਾ ਚੱਲੀਆਂ ਨੇ। ਹੋ ਸਕਦਾ ਅਗਲੀ ਵਾਰ ਜਿਹੜੇ ਆ ਉਹ ਕੁਰਸੀਆਂ ਤੇ ਟੇਬਲ ਵੀ ਤੋੜ ਕੇ ਤੇ ਮੈਕ ਵੀ ਤੋੜ ਕੇ ਇੱਕ ਦੂਸਰੇ ਦੇ ਸਿਰ 'ਚ ਮਾਰੇ ਜਾਣ।
ਐਡਾ ਵੱਡਾ ਇਹ ਹਾਲਾਤਾਂ ਜਿਹੜੀਆਂ ਅਮਰੀਕਨ ਵਿਦੇਸ਼ ਮੰਤਰੀ ਬਲਿੰਕਨ ਉਹਨੇ ਕਹਿ ਗਏ ਨੇ ਕਿ ਲੋਕ ਆਵਾਜ਼ ਦਾ ਸਤਿਕਾਰ ਕਰੋ। ਲੱਖਾਂ ਦੀ ਤਾਦਾਦ 'ਚ ਲੋਕ ਉੱਥੇ ਬੈਠੇ ਨੇ, 600 ਵੱਧ ਬੰਦੇ ਆਪਣੀ ਜਾਨ ਕੁਰਬਾਨ ਕਰ ਚੁੱਕੇ ਨੇ। ਜੇ ਅਜੇ ਵੀ ਉਸ ਮੁੱਦੇ ਨੂੰ ਇਹ ਭਾਜਪਾਈ ਛੋਟੀ ਬਹਿਸ ਕਹਿੰਦੇ ਨੇ, ਇਹਨਾਂ ਦੇ RSS ਦੇ ਕਿਸਾਨ ਵਿੰਗ ਦੇ 15,000 ਲੋਕਾਂ ਨੇ ਮਤਾ ਪਾਸ ਕੀਤਾ ਇਸ ਕਾਨੂੰਨ ਦੇ ਖਿਲਾਫ। ਖਾਣ ਪੀਣ ਨੂੰ ਬਾਂਦਰੀ ਤੇ ਡੰਡੇ ਖਾਣ ਨੂੰ ਰਿਚ। ਆ ਜਿਹੜਾ ਕਸ਼ਮੀਰ ਦੇ ਵਿੱਚ ਅਹਿਮਦ ਡਾਰ ਦੀ ਮੌਤ ਹੋਈ ਹੈ, ਇਹ ਵੀ ਉੱਥੋਂ ਦੇ ਕੁਲਗਾਮ ਦਾ ਕਿਸਾਨ ਯੂਨੀਅਨ ਦਾ ਆਗੂ ਪ੍ਰਧਾਨ ਸੀਗਾ। ਇਸ ਕਰਕੇ ਇਹਨਾਂ ਨੂੰ ਪੁੱਛੋ ਕਿ ਜਿਹੜੇ ਤੁਸੀਂ ਇਸ ਤਰ੍ਹਾਂ ਦੇ ਬਲੀ ਦੇ ਬੱਕਰੇ ਬਣਾਏ ਨੇ। ਬਦਰੀ ਨਾਰਾਇਣ ਚੌਧਰੀ ਜਨਰਲ ਸਕੱਤਰ ਹੈ ਭਾਰਤੀ ਕਿਸਾਨ ਸੰਘ ਦਾ RSS ਦਾ, ਉਹ ਲੋਕ ਇਹਨਾਂ ਕਾਨੂੰਨਾਂ ਦੇ ਖਿਲਾਫ ਨੇ। BJP ਦੇ ਕਿੰਨੇ ਲੋਕ, ਲక్ష్ਮੀ ਕਾਂਤਾ ਚਾਵਲਾ ਵਰਗੇ ਕੱਟੜ ਆਗੂ ਵੀ ਇਹਨਾਂ ਕਾਨੂੰਨਾਂ ਦਾ ਵਿਰੋਧ ਕਰਦੇ ਨੇ ਕਿ ਭਾਈ ਮਾੜਾ ਹੈ, ਇਹ ਕਾਰਪੋਰੇਟ ਦਾ ਤੁਸੀਂ ਫੀਲੇ ਬਣਦੇ ਹੋ ਇਸ ਮਾਮਲੇ 'ਚ। ਇਹ ਇਹਨਾਂ ਨੂੰ ਛੋਟਾ ਨਜ਼ਰ ਆਉਂਦਾ। ਸਪੀਕਰ ਅੱਡ ਫੀਲਿੰਗ ਲੈ ਲੈਂਦੇ ਨੇ ਕਿ ਸਾਡੇ ਤੋਂ ਤਾਂ ਸਾਨੂੰ ਤਾਂ ਰੱਬ ਪੈਦਾ ਕਰਕੇ ਨਾ ਬਾੜ 'ਚ ਵੜ ਗਿਆ। ਫਿਰ ਇਸ ਤਰ੍ਹਾਂ ਦੇ ਸਪੀਕਰਾਂ ਦੇ ਨਾਲ ਇਹੀ ਕੁਝ ਹੋਏਗਾ। ਸ਼ੁਕਰ ਹੈ ਜੇ ਮਮਤਾ ਬੈਨਰਜੀ ਨਹੀਂ ਆਈ, ਫਾਈਲਾਂ ਚਲਾ ਕੇ ਮਾਰਨ 'ਚ ਉਹ ਵੀ ਫੁੱਟਬਾਲਰ ਹੈ ਪੂਰੀ, ਹੈ ਨਾ। ਤੇ ਆਪਣੇ ਚਰਨਜੀਤ ਸਿੰਘ ਚੰਨੀ ਜਿਹੜੇ ਕਹਿੰਦੇ ਸੀ ਅਲਟੋ ਕਾਰ 'ਚ, ਛੋਟੀ ਕਾਰ 'ਚ ਮੇਰੀਆਂ ਲੈਂਦੇ ਲੱਤਾਂ ਨਹੀਂ ਆਉਂਦੀਆਂ, ਮੈਨੂੰ ਹੋਰ ਵੱਡੀ ਕਾਰ ਦਿਓ। ਅਲਟੋ ਦਾ ਕਰ, ਅਲਟੋ 'ਚ ਤਾਂ ਮੇਰੀਆਂ ਲੱਤਾਂ ਵੀ ਪੂਰੀਆਂ ਆਈ ਜਾਂਦੀਆਂ, ਤੁਹਾਡੀਆਂ ਵੀ ਆਈ ਜਾਂਦੀਆਂ। ਤੇ ਇਸ ਕਰਕੇ ਚਰਨਜੀਤ ਸਿੰਘ ਚੰਨੀ ਵੀ ਕਹਿੰਦੇ ਸੀ ਮੈਨੂੰ ਵੀ ਵੱਡੀ ਕਾਰ ਦਿਓ। ਤੇ ਵੱਡੀਆਂ ਕਾਰਾਂ ਇਹਨਾਂ ਨੂੰ ਛੋਟੀਆਂ ਲੱਗਦੀਆਂ ਨੇ, ਐਡੇ ਐਡੇ ਮੁੱਦੇ ਇਹਨਾਂ ਨੂੰ ਛੋਟੇ ਲੱਗਦੇ ਨੇ। ਸੋ ਇਹ ਜਿਹੜਾ ਵਰਤਾਰਾ ਘੱਟ ਸਪੀਕਰ ਨਹੀਂ ਇੰਨੀ ਕੁ ਹੋ ਜਾਣੀ ਚਾਹੀਦੀ ਹੈ। ਕੋਈ ਮਰਿਆਦਾ ਮਰੂਦਾ ਨਹੀਂ ਇਹਨਾਂ ਦੀ। ਸ਼ਰੇਆਮ ਇੱਕ ਧਿਰ ਦੇ ਨਾਲ ਇਹ ਲੋਕ ਭੁਗਤਦੇ ਨੇ। ਸਪੀਕਰ ਦਾ ਕੰਮ ਹੁੰਦਾ ਸਾਰੀਆਂ ਧਿਰਾਂ ਦਾ ਪੱਖ ਰੱਖੇ, ਪਰ ਸਪੀਕਰ ਦਾ ਕੀ, ਸੁਪਰੀਮ ਕੋਰਟ ਦੇ ਜੱਜ ਤਾਂ ਕਹੀ ਜਾਂਦੇ ਨੇ। ਆਪ ਤੇ ਥਾਣੇਦਾਰਾਂ ਤੋਂ ਡਰਦੇ ਨੇ, ਆਪ ਤੇ CBI ਦੇ ਤਰਲੇ ਕਰਦੇ ਨੇ ਕਿ ਸਾਡੀ ਸੁਣਦੀ ਨਹੀਂ। ਪੈਗਸਸ ਦੇ ਮੁੱਦੇ 'ਚ ਆਪਾਂ ਗੱਲ ਕਰਨੀ ਹੈ, ਉੱਥੇ ਰਮੰਨਾ ਸਾਹਿਬ ਕਹਿੰਦੇ ਬਾਹਰ ਨਾ ਇਹਦੇ ਤੇ ਗੱਲ ਕਰੋ, ਕਿਉਂ ਇਹ ਕੋਈ ਰੇਪ ਕੇਸ ਹੈ ਜਿਹਦਾ ਟਰਾਇਲ ਹੁੰਦਿਆਂ ਕੋਈ ਅਸਰ ਪੈ ਗਿਆ, ਕਿਸੇ ਦੀ ਬੇਇੱਜ਼ਤੀ ਹੁੰਦੀ ਹੈ। ਭਾਈ ਦੇਸ਼ 'ਚ ਨਹੀਂ ਪੂਰੇ ਦੁਨੀਆ 'ਚ ਜਸੂਸੀ ਹੋ ਰਹੀ ਹੈ। ਜੇ ਲੋਕ ਇਸ ਤੇ ਬਹਿਸ ਕਰਦੇ ਨੇ, ਖੁਲਾਸੇ ਆ ਰਹੇ ਨੇ, ਨਵੀਂ ਇਨਪੁਟ ਆ ਰਹੀ ਹੈ, ਤੇ ਲੋਕ ਕਿਉਂ ਨਾ ਪੈਗਾਸਸ ਦੇ ਬੋਲਣ ਕਿ ਮਾਣਯੋਗ ਅਦਾਲਤਾਂ ਕਹਿ ਕੇ ਤੁਸੀਂ ਪੂਰੇ ਮੁਲਕ ਨੂੰ ਮਿਊਟ ਕਰੋਗੇ। ਆਪ ਤੁਸੀਂ ਪਿੱਟਦੇ ਹੋ ਰੋਜ਼, ਕਦੇ ਥਾਣੇਦਾਰਾਂ ਦੇ ਖਿਲਾਫ ਪਿੱਟਦੇ ਹੋ, ਕਦੇ CBI ਦੇ ਖਿਲਾਫ ਪਿੱਟਦੇ ਹੋ, ਕਦੇ ਬਾਹਰੀ ਦਬਾਅ ਆ। ਇੱਥੇ ਕੁਰਸੀਆਂ ਲਾ ਕੇ 4-4 ਜੱਜ ਪ੍ਰੈਸ ਕਾਨਫਰੰਸਾਂ ਕਰਦੇ ਨੇ ਕਿ ਸਾਡੇ ਤੇ ਬਾਹਰੀ ਦਬਾਅ ਆ। ਜਦੋਂ ਜਸੂਸੀ ਹੋ ਰਹੀ ਹੈ ਤੇ ਫਿਰ ਕਹਿੰਦੇ ਅਦਾਲਤ ਦੇ ਬਾਹਰ ਨਾ ਸੁਣਵਾਈ ਹੋਵੇ ਜੀ, ਅਸੀਂ ਕਰਾਂਗੇ ਜੋ ਕਰਾਂਗੇ। ਤੁਸੀਂ ਸਰਕਾਰਾਂ ਦੇ ਧਿਰ ਬਣਦੇ ਹੋ, ਚਾਪਲੂਸ ਬਣਦੇ ਹੋ। ਆ ਗਗੋਈ ਸੀ ਚੀਫ ਜਸਟਿਸ, ਕੀ ਬਣਿਆ? MP ਬਣਿਆ। ਕਹਿੰਦਾ MP ਬਣ ਕੇ ਸਹੁੰ ਚੁੱਕ ਕੇ ਦੱਸਾਂਗਾ ਕਿਉਂ ਬਣਿਆ, ਬੋਲਿਆ ਮੁੜ ਕੇ ਕਦੇ। ਇਹ ਤਾਂ ਔਕਾਤ ਹੈ ਇਹਨਾਂ ਜੱਜਾਂ ਦੀ। ਜੀ ਸੁਰਿੰਦਰ ਵੀਰ, ਜਿਹੜੇ ਕੁਰਸੀਆਂ ਤੇ ਬੈਠ ਕੇ ਹੁਕਮ ਚਲਾਉਣ ਵਾਲੇ ਹੁੰਦੇ ਆ ਨਾ, ਉਹ ਹੁਕਮ ਚਲਾ ਸਕਦੇ ਆ ਲੇਕਿਨ ਉਹ ਧੱਕਾ ਨਹੀਂ ਸਹਿ ਸਕਦੇ। ਉਹਦੀ ਇੱਕ ਉਦਾਹਰਨ ਹੋਰ ਦੇ ਦਿੰਦਾ, ਕਿਉਂਕਿ ਆਪਣਾ ਕੰਮ ਅੱਜ ਕੱਲ ਉਦਾਹਰਨਾਂ ਦੇਣ ਤੇ ਹੀ ਹੈ ਜਿਹੜੀਆਂ ਆਪਾਂ ਅੱਖੀਂ ਦੇਖੀਆਂ ਹੋਈਆਂ। ਠੀਕ ਹੈ, ਕੀ ਹੋਇਆ ਕਿ ਪੰਜਾਬ ਦੇ ਵਿੱਚ 2007 'ਚ ਸੱਤਾ ਤਬਦੀਲੀ ਹੋਈ ਤੇ ਜਿਹੜਾ ਸਾਰੀ ਪੁਲਿਸ ਨੂੰ ਇੱਕ ਬੋਲ ਦੇ ਉੱਤੇ ਨਚਾਉਣ ਵਾਲਾ ਸੀ, ਯਾਨੀ ਕਿ ਕਹਿ ਦੋ ਉਂਗਲਾਂ ਤੇ ਨਚਾਉਣ ਵਾਲਾ ਸੀ, ਜਦੋਂ ਉਹਨੂੰ ਹਾਈ ਕੋਰਟ ਤੋਂ ਚੱਕ ਕੇ ਲਿਆਂਦਾ ਗਿਆ, ਲਿਆਂਦਾ ਵੀ ਇਸ ਤਰੀਕੇ ਦੇ ਨਾਲ ਗਿਆ ਕਿ ਜਿਸ ਤਰ੍ਹਾਂ ਮੁਰਗਾ ਜਿਹੜਾ ਧੌਣ ਤੋਂ ਫੜ ਕੇ ਲੈ ਜਾਂਦੇ, ਏਦਾਂ ਚੱਕ ਕੇ ਲੈ ਗਈ ਪੰਜਾਬ ਦੀ ਵਿਜੀਲੈਂਸ। ਤੇ ਜਿਹੜਾ ਅਧਿਕਾਰੀ ਉਸ ਵੇਲੇ ਉਹਦੀ ਇੰਟੈਰੋਗੇਸ਼ਨ ਕਰ ਰਿਹਾ, ਉਹ DSP ਰੈਂਕ ਦਾ ਸੀਗਾ। ਤਾਂ ਮੈਂ ਉਹਦੀ ਹਾਲਤ ਦੇਖੀ, ਉਹਦੇ ਤੁਸੀਂ ਲਾ ਲਓ ਕਿ ਚਲੋ DSP ਜਿਹੜਾ ਸੀ ਉੱਤੇ ਕੋਈ ਮੁਸੀਬਤ ਪਈ ਤੇ ਮੈਂ ਉਹਨੂੰ ਬਚਾਇਆ ਵੀ। ਬਚਾਉਣ ਦਾ ਕਾਰਨ ਕੀ ਸੀ? ਜਦੋਂ ਕਿਸੇ ਦੀ ਧੀ ਜਿਹੜੀ ਆ ਉਹ ਘਰੋਂ ਨਿਕਲ ਕੇ ਜਾ ਕੇ ਕਿਤੇ ਵਿਆਹ ਕਰਾਉਂਦੀ ਆ ਤੇ ਕੁਦਰਤੀ ਹੁੰਦਾ ਕਿ ਅਗਲੇ ਨੂੰ ਉਹਦਾ ਦੁੱਖ ਤਾਂ ਹੁੰਦਾ ਹੀ ਹੁੰਦਾ, ਭਾਵੇਂ ਉਹ ਬੰਦਾ ਕੋਈ ਮਰਜ਼ੀ ਹੋਵੇ। ਚਲੋ ਰੋਂਦਾ ਕਰਲਾਉਂਦਾ ਆਇਆ, ਮੈਂ ਉਹਦਾ ਪੇਸ਼ ਕਰਕੇ, ਉਹ ਧੀ ਧਿਆਣੀ ਸੀਗੀ ਤੇ ਮੈਂ ਉਹਦਾ ਬੈਠ ਕੇ ਉਹਨਾਂ ਦਾ ਨਿਬੇੜ ਦਿੱਤਾ। ਉਹ ਕਹਿੰਦੇ ਤੁਸੀਂ ਨਿਬੇੜ ਸਕਦੇ ਹੋ, ਸਾਡਾ ਨਿਬੇੜ ਦੋ। ਚਲੋ ਮੈਂ ਉਹਨਾਂ ਦਾ ਨਿਪਟਾਰਾ ਕਰ ਦਿੱਤਾ। ਕਿਸੇ ਦੀ ਧੀ ਧਿਆਣੀ ਸੀਗੀ। ਉਹਦਾ ਕੀ ਹਾਲਾਤ ਹੋਈ ਵੀ ਜਦੋਂ ਉਹ ਚੱਕ ਲਿਆ, ਮੈਨੂੰ ਨਹੀਂ ਸੀ ਪਤਾ, ਮੈਂ ਆਫਿਸ ਆਉਣ ਤੱਕ ਚੱਲ ਗਿਆ, ਉੱਧਰ ਦੀ ਲੰਘਿਆ, ਮੈਂ ਕਿਹਾ ਚੱਲ ਇਹਨੂੰ ਮਿਲਦੇ ਜਾਵਾਂ, ਮੈਨੂੰ ਨਹੀਂ ਸੀ ਪਤਾ ਇੱਥੇ ਲਿਆਂਦਾ ਹੋਇਆ। ਉਹ ਵਿਅਕਤੀ ਅੱਜ ਵੀ ਮੁੱਖ ਮੰਤਰੀ ਦੇ ਨਾਲ ਬੈਠਾ, ਅੱਜ ਵੀ ਹੁਕਮ ਚਲਾਉਂਦਾ। ਅੱਜ ਵੀ ਪ੍ਰਗਟ ਸਿੰਘ ਨੇ ਜਦੋਂ ਨਿਸ਼ਾਨਾ ਸਾਧਿਆ ਸੀ, ਉਸੇ ਤੇ ਸਾਧਿਆ ਸੀ ਵੀ ਇਹ DGP ਆ। ਔਰ ਉਹ ਬੰਦੇ ਦੇ ਤਨ ਤੇ ਇੱਕ ਕੱਪੜਾ ਵੀ ਨਹੀਂ ਸੀ, ਔਰ ਲਿਲਕੜੀਆਂ ਉਹ ਕਿੱਦਾਂ ਕੱਢਦਾ ਸੀ। ਤੇ ਮੈਂ ਦੇਖ ਕੇ ਹੈਰਾਨ ਸੀ ਵੀ ਇਹ ਜਿਹੜਾ ਹੁਕਮ ਚਲਾਉਣ ਵਾਲਾ ਸੀਗਾ, ਅੱਜ ਕਿੱਦਾਂ ਇਹ ਲਿਲਕੜੀਆਂ ਤੇ ਉਤਰਿਆ ਪਿਆ ਤੇ ਇਹਦੇ ਇੱਕ ਥੱਪੜ ਤੱਕ ਨਹੀਂ ਪਿਆ ਹੋਇਆ।
ठीक है ना। इस करके ਜਿਹੜੇ ਵਿਅਕਤੀ ਕੁਰਸੀਆਂ ਤੇ ਬੈਠਦੇ ਹੁਕਮ ਚਲਾਉਂਦੇ ਨੇ ਉਹ ਹੁਕਮ ਹੀ ਚਲਾ ਸਕਦੇ ਨੇ, ਉਹ ਧੱਕਾ ਨਹੀਂ ਸਹਿ ਸਕਦੇ। ਧੱਕਾ ਕਿੰਨੀ ਵੀ ਦੂਰ ਹੋਵੇ ਧੱਕੇ ਤੋਂ ਪਹਿਲਾਂ ਹੀ ਇਹ ਪਿੰਗਲ ਜਾਂਦੇ ਨੇ। ਇਸ ਕਰਕੇ ਇਹ ਕਹਿ ਦੇਣਾ ਕਿ ਦੇਖੋ ਥਾਣਿਆਂ 'ਚ ਕੀ ਕੁਛ ਹੁੰਦਾ ਉਹਦੀ ਤੇ ਵਿਆਖਿਆ ਕਰ ਦਿੰਦੇ ਹੋ, ਪਰ ਕੀ ਜਿਹੜਾ ਕੁਛ ਇਸ ਪੂਰੇ ਮੁੱਦੇ ਦੇ ਵਿੱਚ ਹੁਣ ਹੋ ਰਿਹਾ ਪੈਗਾਸਸ 'ਚ ਜੋ ਕੁਛ ਹੋਇਆ ਕਿ ਉੱਥੇ ਲੋਕਾਂ ਦੇ ਕੱਪੜੇ ਨਹੀਂ ਉਤਰੇ। ਉਹ ਕਹਿ ਦੇਣਾ ਕਿ ਇਹ ਮੁੱਦਾ ਜਿਹੜਾ ਇਹ ਬਾਹਰ ਨਾ ਆਵੇ, ਅੰਦਰੇ ਵਿਚਾਰਿਆ ਜਾਏਗਾ। ਇਹ ਕਿਤੇ ਗੱਲਾਂ ਥੋੜੀ ਨੇ। ਗੱਲ ਇਹ ਆ ਕਿ ਤੁਸੀਂ ਕੁਰਸੀਆਂ ਤੇ ਬੈਠ ਕੇ ਕੇਵਲ ਤੇ ਕੇਵਲ ਹੁਕਮ ਚਲਾਉਣ ਜਾਣਦੇ ਹੋ ਤੇ ਹੁਕਮ ਚਲਾਤਾ, ਹੁਕਮ ਦੇ ਇਲਾਵਾ ਤੁਹਾਨੂੰ ਕੁਛ ਯਾਦ ਹੀ ਨਹੀਂ ਹੈ। ਇਹ ਲੋਕ ਜਿਹੜੇ ਨੇ ਇਹ ਬਰੈਲਰ ਟੈਪ ਨੇ ਤੇ ਬਰੈਲਰ ਟੈਪ ਜਿਹੜੇ ਆ ਉਹ ਭੁੱਖ, ਧੁੱਪ ਤੇ ਧੱਕਾ ਤਿੰਨੋਂ ਚੀਜ਼ਾਂ ਨਹੀਂ ਸਹਿ ਸਕਦੇ। ਇਹਨਾਂ ਨੂੰ ਪਤਾ ਹੀ ਨਹੀਂ ਹੈ। ਧੁੱਪ, ਭੁੱਖ ਤੇ ਧੱਕਾ ਸਹਿਣ ਵਾਲੇ ਜਿਹੜੇ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਆ ਉਹਨਾਂ ਨੂੰ ਪਤਾ ਕਿੱਦਾਂ ਸਹਿਣਾ। ਔਰ ਉਹਨਾਂ ਨੇ ਜਿਹੜੇ ਪ੍ਰਤਾਪ ਬਾਜਵਾ ਹੋਣੀ ਵੀ ਹੁਣ ਗੱਭਰੂ ਬਣ ਕੇ ਚੜੇ ਨੇ ਟੇਬਲ ਤੇ ਫੈਲਾ ਵਗਾ ਕੇ ਮਾਰੀਆਂ ਨੇ ਮੂੰਹ ਤੇ, ਉਹ ਵੀ ਇਸੇ ਕਰਕੇ ਬਣੇ ਆ ਕਿ ਨੱਕਦਮ ਉਧਰੋਂ ਹੋਇਆ ਵਾ। ਨਹੀਂ ਤੇ ਇਹਨਾਂ ਨੂੰ ਵੀ ਪਿਛਲੇ ਸਮਿਆਂ 'ਚ ਕੁਛ ਨਹੀਂ ਯਾਦ ਆਇਆ। ਬਿਲਕੁਲ। ਉਹ ਤਾਂ ਬਿੱਟੂ ਜਦੋਂ ਉੱਥੇ ਜੰਤਰ ਮੰਤਰ ਤੇ ਬੈਠਾ ਸੀ ਪਿੱਟਦੇ ਸੀ ਕਿ ਅਸੀਂ ਕਾਸੇ ਜੋਗੇ ਨਹੀਂ ਛੱਡੇ, ਅਸੀਂ ਕਿਤੇ ਵੜਨ ਜੋਗੇ ਨਹੀਂ ਛੱਡੇ ਕਿਸਾਨ ਅੰਦੋਲਨ ਕਰਕੇ। ਦੁੱਖ ਉਹਨਾਂ ਦਾ ਸੀਗਾ। ਹੁਣ ਜਿੱਥੇ ਜਾਂਦੇ ਨੇ ਇਹਨਾਂ ਦੇ MLA MP ਘੇਰ ਲੈਂਦੇ ਆ ਅਗਲੇ, ਜਿਵੇਂ ਕੁੱਤਿਆਂ ਨੇ ਸੂਰ ਘੇਰਿਆ ਹੁੰਦਾ। ਤੇ ਕਰਨ ਕੀ, ਲੋਕ ਘੇਰਨਾ ਹੀ ਆ ਜਦੋਂ ਹਾਲਾਤ ਇਦਾਂ ਦੇ ਬਣ ਰਹੇ ਨੇ। ਹੁਣ ਪਾਰਲੀਮੈਂਟ ਦੇ ਵਿੱਚ ਜੋ ਕੁਝ ਹੋ ਰਿਹਾ, ਵਿਪ ਦਾ ਇੱਕ ਦਿਨ ਤੇ ਲੰਘ ਗਿਆ ਤੇ ਇਸ ਦੌਰਾਨ ਇਸ ਵਿਪ ਦੇ ਚੱਲਦਿਆਂ ਕਿ ਅੱਜ ਦਾ ਦਿਨ ਕਿਸ ਤਰ੍ਹਾਂ ਰਹੇਗਾ, ਕਿਉਂਕਿ ਬਿਜਲੀ ਸਬਸਿਡੀ ਮੁੱਦਾ ਅਗਰ ਪਾਸ ਹੁੰਦਾ ਤੇ ਪੰਜਾਬ ਤੇ ਖੇਤੀ ਕਾਨੂੰਨਾਂ ਦੇ ਨਾਲ ਇੱਕ ਨਵੀਂ ਗਾਜ ਡਿੱਗਣੀ ਹੈ। ਇਸ ਸੰਬੰਧੀ ਇਹਨਾਂ ਨੇ ਵਿਪ ਜਾਰੀ ਕੀਤਾ। ਇਸ ਵਿਪ ਨੂੰ ਮੇਰਾ ਖਿਆਲ ਆ ਇਹ ਹਰ ਹੀਲੇ ਇਹ ਲਿਆਉਣਗੇ, ਇਹਦੇ 'ਚ ਕੋਈ ਦੋਰਾਵਾ ਨਹੀਂ ਹੈ ਬਿਜਲੀ ਸਬਸਿਡੀ ਬਿੱਲ, ਕਿਉਂਕਿ ਜਿਹੜਾ ਕਾਰਪੋਰੇਟ ਹੈ ਉਹਨਾਂ ਨੇ ਫਿਰ ਇਹਨਾਂ ਦੇ ਰਹਿੰਦਿਆਂ ਆਪਣੇ ਜਿਹੜੇ ਪੱਠੇ ਨੇ ਉਹ ਬਾਲਣੇ ਨੇ, ਬਿਜਲੀ ਪੈਦਾ ਕਰਨੀ ਸ਼ੁਰੂ ਕਰਨੀ ਹੈ। ਠੀਕ ਹੈ, ਕਈ ਸੂਬਿਆਂ 'ਚ ਜ਼ਰੂਰਤ ਵੀ ਹੈ, ਬਿਜਲੀ ਪ੍ਰੋਜੈਕਟ ਲੱਗਣੇ ਚਾਹੀਦੇ ਨੇ, ਪਰ ਜਿਹੜੀ ਇਹ ਕਈ ਚੀਜ਼ਾਂ ਦੀ ਅਮੈਂਡਮੈਂਟ ਕਰ ਰਹੇ ਨੇ, ਜਿਵੇਂ ਹੁਣ ਪੰਜਾਬ ਦੇ ਵਿੱਚ ਇਹਨਾਂ ਨੇ ਸਮਝੌਤੇ ਕੀਤੇ ਨੇ 550 ਕਰੋੜ ਦਾ ਵਿਦੇਸ਼ ਤੋਂ ਆਇਆ ਕੋਲਾ, ਉਹਦੀ ਪੇਮੈਂਟ ਕਰਨੀ ਪੈਣੀ ਹੈ। ਇਸ ਕਰਕੇ ਹੋਰ ਬਹੁਤ ਸਾਰੇ ਮਨਮਰਜ਼ੀ ਦੇ ਕਾਨੂੰਨ ਇਹ ਜਿਹੜਾ ਹੈਗਾ ਇਹਦੇ ਤੇ ਲਾਗੂ ਕਰੇਗਾ। ਸਰਕਾਰਾਂ ਦੇ, ਖਾਸ ਕਰਕੇ ਸੂਬਾ ਸਰਕਾਰਾਂ ਦੇ ਹੱਥ ਵੱਸ ਰਹਿਣਾ ਕੁਛ ਨਹੀਂ, ਕਿਉਂਕਿ ਸਟੇਟ ਦੀ ਇਹ ਕੋਸ਼ਿਸ਼ ਹੈ ਸੈਂਟਰ ਦੀ ਕਿ ਹਰ ਹੀਲੇ ਸੂਬਾ ਸਰਕਾਰਾਂ ਨੂੰ ਕਮਜ਼ੋਰ ਕੀਤਾ ਜਾਵੇ। ਹੁਣ ਤੇ ਇਤਫਾਕਨ ਬਹੁਤੀਆਂ ਚਲੋ BJP ਦੀਆਂ ਸਰਕਾਰਾਂ ਹੈਗੀਆਂ, ਪਰ ਹੁਣ ਜਿਹੜੇ ਸਮਝੌਤੇ ਕਰ ਜਾਣਗੇ ਗੱਫੇ ਲੈ ਕੇ, ਜਿਵੇਂ ਅਕਾਲੀਆਂ ਨੇ ਕੀਤੇ ਸੀਗੇ ਇਹਨਾਂ ਪ੍ਰਾਈਵੇਟ ਥਰਮਲਾਂ ਦੇ ਨਾਲ, ਤੇ ਆਉਣ ਵਾਲੇ ਦਿਨਾਂ 'ਚ ਜੇ ਕੋਈ ਆਪੋਜੀਸ਼ਨ ਆਉਂਦੀ ਹੈ ਉਹ ਵੀ ਇਹਨਾਂ ਬਿਜਲੀ ਸਮਝੌਤਿਆਂ ਨੂੰ ਰੱਦ ਹੀ ਨਹੀਂ ਕਰ ਸਕੇਗੀ। ਸੋ ਕਾਰਪੋਰੇਟ ਨੂੰ ਲਟਾਉਣ ਦਾ, ਕਰੋਨਾ ਦੇ ਦੌਰਾਨ ਪਾਏ ਘਾਟੇ ਨੂੰ ਹੋਰ ਪੂਰਾ ਕਰਨ ਦਾ, ਪਬਲਿਕ ਦੀ ਰੱਤ ਚੂਸਣ ਦਾ ਇੱਕ ਹੋਰ ਜੁਗਾੜ ਹੈ। ਜੇ ਤੁਸੀਂ ਮੇਕ ਇਨ ਇੰਡੀਆ ਦੀ ਗੱਲ ਕਰਦੇ ਹੋ ਤਾਂ ਸਰਕਾਰਾਂ ਆਪਣੇ ਪੱਧਰ ਤੇ ਕਿਉਂ ਨਹੀਂ ਲਾ ਰਹੀਆਂ? ਕੀ ਸਰਕਾਰਾਂ ਕੋਲ ਸਟਾਫ ਦੀ ਕਮੀ ਹੈ? ਤੁਸੀਂ ਸਟਾਫ ਭਰਤੀ ਕਰੋ, ਆਪਣੇ ਤੌਰ ਤੇ ਪ੍ਰੋਜੈਕਟ ਲਾਓ। ਜੇ ਇੱਕ ਪ੍ਰਾਈਵੇਟ ਬਾਣੀਏ ਨੂੰ ਥਰਮਲ ਪਲਾਂਟ ਲਾ ਕੇ ਪੈਸਾ ਕਮਾ ਰਿਹਾ ਹੋ, ਅਗਰੀ ਦੇ ਨੋਟ ਕਮਾ ਰਿਹਾ, ਤੇ ਫਿਰ ਤੁਸੀਂ ਕਿਉਂ ਨਹੀਂ ਕਰਾ ਸਕਦੇ? ਜੇ ਤੁਸੀਂ ਨਹੀਂ ਕਰਾ ਸਕਦੇ ਫਿਰ ਤੁਹਾਨੂੰ ਮੋਦੀ ਸਾਹਿਬ ਇਹ ਜਿਹੜੇ ਕਰੋੜਾਂ ਅਰਬਾਂ ਦੇ ਜਹਾਜ਼ ਲੈ ਕੇ ਦਿੱਤੇ ਨੇ ਉਹਦਾ ਕੀ ਫਾਇਦਾ? ਜੇ ਤੁਸੀਂ ਉਹ ਕੰਮ ਨਹੀਂ ਕਰ ਸਕਦੇ ਜਿਹੜਾ ਇੱਕ ਬਾਣੀਆ ਕਰ ਸਕਦਾ, ਵਪਾਰੀ ਕਰ ਸਕਦਾ, ਫਿਰ ਤੁਸੀਂ ਰਗੜ ਕੇ ਗੋਡੇ ਤੇ ਲਾਉਣੇ ਆ। PM CM ਬਣਾਇਆ ਦਾ ਫਾਇਦਾ ਕੀ? ਇਹ ਜਿਹੜੇ ਬੋਕ ਬੰਨੇ ਹੋ ਤੁਹਾਡਾ ਫਾਇਦਾ ਕੀ ਜੇ ਸਾਰਾ ਕੁਝ ਪ੍ਰਾਈਵੇਟ ਨਹੀਂ ਕਰਨਾ? ਪ੍ਰਾਈਵੇਟ ਦੇ ਵਿੱਚ ਵੀ ਘੱਟੋ ਘੱਟ ਕੰਪੀਟੀਸ਼ਨ ਹੋਵੇ, ਪਰ ਤੁਸੀਂ ਸਿਰਫ ਅੰਡਾਨੀ ਤੇ ਸਿਰਫ ਰਿਲਾਇੰਸ, ਇਸ ਤੋਂ ਬਿਨਾਂ ਤੁਹਾਨੂੰ ਕੋਈ ਹੋਰ ਨਜ਼ਰ ਨਹੀਂ ਆਉਂਦਾ। ਅਸੀਂ ਦੋ ਸਾਡੇ ਦੋ ਜੀ ਸੁਰਿੰਦਰ। ਦੇਖੋ ਗੱਲ ਇਹ ਹੈ ਕਿ ਪੂਰੇ ਦੇ ਪੂਰਾ ਦੇਸ਼ ਦਾ ਜਿਹੜਾ ਉਹ ਇਹਨਾਂ ਨੇ ਬੇੜਾ ਗਰਕ ਕਰਕੇ ਰੱਖ ਦਿੱਤਾ। ਚਲੋ ਠੀਕ ਆ, ਪ੍ਰਾਈਵੇਟ ਸੈਕਟਰ ਨੂੰ ਦੇ ਦਿਓ, ਪ੍ਰਾਈਵੇਟ ਸੈਕਟਰ ਕੋ ਜਾਣਾ ਚਾਹੀਦਾ, ਪਰ ਸਰਕਾਰ ਕਿੱਥੇ ਆ? ਸਰਕਾਰ ਦਾ ਗ੍ਰਿਪ ਕਿੱਥੇ ਆ? ਹੁਣ ਤਾਂ ਪ੍ਰਾਈਵੇਟ ਸੈਕਟਰ ਦਾ ਗ੍ਰਿਪ ਜਿਹੜਾ ਉਹ ਸਰਕਾਰ ਦੇ ਉੱਤੇ ਹੋ ਗਿਆ ਕਿ ਜੋ ਪ੍ਰਾਈਵੇਟ ਸੈਕਟਰ ਕਹੂਗਾ ਸਰਕਾਰ ਨੂੰ ਕਰਨਾ ਪਏਗਾ। ਜਿਹੜੇ ਐਗਰੀਮੈਂਟ ਹੋ ਰਹੇ ਨੇ ਜਾਂ ਪਿਛਲੇ ਸਮੇਂ 'ਚ ਹੋ ਰਹੇ, ਉਹ ਤੇ ਕਸੂਤੀ ਕੌਣ ਫਸੀ ਹੈ? ਸਰਕਾਰ ਫਸੀ ਹੋਈ ਹੈ। ਹਰ ਚੀਜ਼ ਜਿਹੜੀ ਆ ਉਹਨਾਂ ਦੇ ਮੁਤਾਬਕ ਆ। ਜੇ ਬਿਜਲੀ ਦੀ ਜ਼ਰੂਰਤ ਨਹੀਂ ਹੈ ਸਟੇਟ ਨੂੰ, ਉਸ ਦੇ ਬਾਵਜੂਦ ਵੀ ਪੇਮੈਂਟ ਪ੍ਰਾਈਵੇਟ ਉਹਨੂੰ ਜਿਹੜੇ ਪਾਵਰ ਪਲਾਂਟ ਨੇ ਉਹਨਾਂ ਨੂੰ ਕਰਨੀ ਪੈ ਰਹੀ ਆ, ਸਰਕਾਰ ਕਰਦੀ ਆ। ਜੇ ਸੂਬੇ ਨੂੰ
बिजली की जरूरत आ, वो कहते साडे फॉल्ट पै गया, तुहानू नहीं मिल रही पेमेंट, फिर भी होनी आ, पीक सीजन आ, एक बन्ने तुसी इधर पेमेंट करो, दूसरे बन्ने तुसी बाहर तो मुल खरीद के लैके आओ। ये हालात की आ। हुण गल ते है कि जे यही सारा कुछ करना, पहली गल ते ये सरकार वालों लगदे, प्राइवेट सैक्टर वालों क्यों लगे? ये सरकार लाउंदी, सरकार दे तौर ते चलदे, सरकारी खजाने चों कोला आउंदा, किस रेट ते आउंदा, की कुछ हुंदा, उहदे ते निगरानी हुंदी बकायदा। जिहड़ा स्टेट दे जिहड़ी की कहंदे हुंदे आ कारपोरेशन सी बनी हुई इहदी पावर दी, घट्टो घट्ट वो जिहड़ी सी ओहदी निगरानी च सारा कुछ हुंदा। ठीक है, अलग अलग अदारे बाकी भी तो चल रहे हैं, कारपोरेशन बाकी नहीं चल रही। तुसी भी तो बिजली बोर्ड तो तोड़ के इनू कारपोरेशन बनाया। ठीक है, हुण ओनू पूरा अधिकार हुंदा, स्टेट दा हुंदा, उन्हां नूं पता हुंदा कदों सानू किन्नी बिजली की जरूरत है, किन्नी नहीं है, कित्थे किहड़ा प्लांट बंद करना, किहड़ा यूनिट ओहदा बंद करना, किहड़ा पूरा बंद करना। जे वो बंद 6 महीने पिया भी रहिंदा ते सरकार नूं पता सी साडा बंद होया, तो कोई सिरदर्दी नहीं गी। हुण गल ते है कि सारा कुछ प्राइवेट सैक्टर को चला गया, ते प्राइवेट सैक्टर को चला जावे, जे उत्थे भी जाना तो घट्टो घट्ट ओहदा कोई रूल ते रेगूलेशन तो होने चाहिए आ। स्टेट तक किते ओहदे च बचनी चाहिए है। हुण जिहड़ा नवां बिल बिजली बिल 2020 लैके आ रहे, 2021 च आउण दी उम्मीद आ, अज हुण 11 हो गई, जे अज कल ते परसों 3 दिन सुख दे लंघ गए ते समझो अगले सैशन तक चला गया। जिहड़ा सरद रुत दा आउणा ओहदे च दिसंबर वाले च, फिर ओहदे च हल्ला गुल्ला होएगा, जो कुछ होएगा उदों तक फिर ये बच जाएगा। हुण वड्डी गल देखो की आ कि उस दे अंदर ये जो लगदा है ना कि उदों ਜਿਹੜਾ ਸੁਰਿੰਦਰ यूपी ਦੀ ਇਲੈਕਸ਼ਨ ਮੇਨ ਹੈ, ਸੋ ਉਦੋਂ ਸ਼ਾਇਦ ਇਹ ਪੰਗਾ ਨਾ ਲੈਣ, ਕਿਉਂਕਿ ਇਹ ਹੁਣ ਬਿੱਲ ਲਿਆ ਕੇ ਨਾ, ਕਿਉਂਕਿ ਪੰਜਾਬ 'ਚ ਵਿਰੋਧ ਹੋਏਗਾ, ਪੰਜਾਬ ਨੂੰ ਇਹ ਬੋਦਰ ਨਹੀਂ ਕਰ ਰਹੇ, ਪਰ ਇਹ ਬਿੱਲ ਆਉਣ ਤੋਂ ਬਾਅਦ ਇਹਨਾਂ ਨੇ ਹੁਣ 4-5 ਮਹੀਨੇ ਹੈਗੇ ਤੇ ਨਾਲ ਦੀ ਨਾਲ ਇਹਨਾਂ ਨੇ ਫਿਰ यूपी 'ਚ ਪ੍ਰਾਈਵੇਟ ਥਰਮਲਾਂ ਦੇ ਉਦਘਾਟਨ ਕਰਨੇ ਆ ਲੋਕਾਂ ਨੂੰ ਦਿਖਾਉਣ ਵਾਸਤੇ ਕਿ ਆਹ ਦੇਖੋ ਤੁਹਾਡੇ ਮੁਰਾਦਾਬਾਦ ਵੀ ਥਰਮਲ ਪਲਾਂਟ ਲੱਗ ਗਿਆ, ਹੁਣ ਤੇ ਬਿਜਲੀ ਆਪਾਂ ਵਾਧੂ ਕਰ ਦੇਣੀ ਹੈ। ਜਦੋਂ ਉਹਨਾਂ ਦੇ 5-7 ਥਰਮਲਾਂ ਦੇ ਉਦਘਾਟਨ ਹੋਣਗੇ ਤੇ यूपी 'ਚ ਫਿਰ ਉਹਨੂੰ ਕੈਸ਼ ਕਰਨਗੇ ਦੋਏ ਹੱਥੀਂ ਵੋਟਾਂ 'ਚ। ਮੈਨੂੰ ਲੱਗਦਾ ਕਿ ਇਹ 2-3 ਦਿਨ ਲਗਾਉਂਦੇ ਨਹੀਂ, ਵਿਰੋਧ ਦੀ ਇਹਨਾਂ ਨੂੰ ਸ਼ਰਮ ਕੋਈ ਨਹੀਂ, ਇਹ ਬਿੱਲ ਲਿਆਉਣਗੇ। ਇਸੇ ਕਰਕੇ ਇਹਨਾਂ ਨੇ ਵਿਪ ਜਾਰੀ ਕੀਤਾ, ਅੱਜ ਲਿਆਉਣ ਕੱਲ ਲਿਆਉਣ। ਜੇ ਇਹ ਗਾਹਾਂ ਸਰਦ ਰੁੱਤ 'ਚ ਲਿਆਉਂਦੇ ਨੇ, ਫਿਰ ਇਲੈਕਸ਼ਨ ਨੇੜੇ ਆ ਤੇ ਫਿਰ ਉਹਨਾਂ ਨੂੰ ਉੱਥੇ ਨੀਂਹ ਪੱਥਰ ਰੱਖਣ ਦਾ ਮੌਕਾ ਨਹੀਂ ਮਿਲਣਾ। ਸੋ ਮੈਨੂੰ ਲੱਗਦਾ ਕਿ ਇਹ ਜਲਦ ਲੈ ਕੇ ਆਉਣਗੇ ਜੀ। नहीं हुण पता की है, जिस तरह कल राज सभा च जो कुछ होया, लोक सभा च तो पास करा लैन, जे राज सभा च अगले जिहड़े आ 3 दिन बचे ने, अज कल ते परसों, ये 3 दिन यही कुछ हुंदा रहा ते सारी दी सारी जिहड़ी विरोधी धिर आ इसे तरह इन्हां नूं पैंदी रही। तुसीं देखो कि सभापति नहीं आया, उप राष्ट्रपति आ, जिहड़ा उप सभापति आ वो जनता दल यूनाइटेड दा वा, वो भी नहीं आया। अखीर उत्ते कार्यवाहक एक दूसरा की कहते होंगे स्पीकर के तौर पर बिठाता कि तुसी कार्रवाई चला दो, एक दे बाद दूजा बिठा देंगे, दूजे बाद तीजा, आप तो खिसक जाते हैं। उन्होंने पता भी जुत्तियां हुण बहुत पैणियां ने ते उदों ये किनारा कर जाते हैं। हुण किनारा कीता कुदरती कि देखो जे बिल लियाउण दी कोशिश करनगे, जिहड़ा भी मंत्री संतरी आया उहदे धक्के ना हत्थां चों खोह ले जाने ने। जिस तरह विरोधी धिर दा दबदबा बनया राज सभा च, मैनू नहीं लगता कि जिस तरह पहला खेती कानूनां वाले बिल जिहड़े आ उहदे ते धक्का करके इस वक्त राज सभा च धक्का हुंदा दिखाई नहीं दिंदा। हाँ, ये कह देणगे मार्च ला के सवेर तो ही भी सभापति फैसला ही सुना देवे ते विरोधी धिर सारी सस्पेंड, अंदर ही नहीं कोई आऊगा ते बाहर ही ला के फोर्स जिहड़ी उन्हां नूं रोक दिता जावे, फिर करा जाण तां वक्री गल आ। जेकर इस तरह कराउणगे तो फिर वो जिहड़ा बिल होएगा उहदियां कॉपियां भी फाड़ियां जाणगियां ते मूंह भन्निया जाएगा उस मंत्री दा जिहदे वल्लों रखिया जाएगा, चाहे वो कोई मर्जी होवे, ते नाल ही सभापति दा जिहड़ा मर्जी, चाहे सभापति बैठे चेयर ते, चाहे उप सभापति बैठे, चाहे कोई कार्यवाहक बैठे, जिहड़ा भी होया उहदा हशर माड़ा होना। इस करके मैनू हाल दी घड़ी जिहड़ी आ वो ये लगदा कि जदों लोक सभा च जी सपोज करो अज आ गया ते फिर नाल दी नाल सिग्नल हो जाना कि कल नूं वो राज सभा च आएगा, ते फिर राज सभा दी भी घेराबंदी जिहड़ी आ वो विरोधी पार्टियां ने चंगी तरह नाल कर लैनी है। पर कुल मिला के चलो होना नहीं चाहिए पार्लीमेंट च, पर जो कुछ होया
मैं कहना होना चाहिए सी। जे इन्हां दी नींद नहीं खुलदी ते जिन्ना कुछ कल होया थोड़ा होना सी। जे धौल धप्पा भी इन्हां दा हो जांदा तो कोई ज्यादा माड़ी गल नहीं सी, क्योंकि इन्हां ने सुधरना नहीं ते इन्हां ने जो कुछ करदे आ रहा उही कुछ इन्हां नाल वापरना ही वापरना सी, क्योंकि इन्हां ने बख्शिया कोई तबका नहीं। हुण देखो जिहड़ा 2021 आ अजे तो जदों पूरा लिया के सामने रखा जाऊगा फिर उन्होंने स्टडी करांगे कि उहदे च की कुछ आ। पर जिन्ना को अंदर तो इन्फॉर्मेशन मिल रही है उहदे च है कि स्टेट कोले कोई पावर नहीं है। सारे दी सारी पावर जिहड़ी आ नवां जिहड़ा बिजली बिल आ रहा उहदे च गवर्नमेंट ऑफ इंडिया कोले आ। कल नूं कोई समझौता करना स्टेट नहीं करेगी, कोई समझौता तोड़ना स्टेट नहीं तोड़ेगी, सिद्धम सिद्धा जिहड़ा ओह केंद्र सरकार उहदे ते कार्रवाई करेगी। किस रेट ते बिजली लैनी है, किस प्लान अपने पावर प्लांट तो लैनी है, वो केंद्र सरकार तय करेगी। दूसरी गल किस रेट ते वो आ गई, अगे किहड़े सैक्टर नूं किस रेट ते देनी है वो भी केंद्र सरकार तय करेगी। सूबा सरकार नहीं है कि एदी माफ कर दित्ती ते एनू 200 यूनिट दी कर दित्ती, एदा रेट घट करता, वो कहंदे कुछ नहीं। सारा को इंडस्ट्री नूं देनी है, स्मॉल स्केल इंडस्ट्री नूं देनी है कि दूसरी नूं देनी है, वो किस रेट ते देनी है वो केंद्र सरकार तय करेगा। एग्रीकल्चर लई देनी है वो केंद्र सरकार तय करेगा। घरेलू वरतों दे लई पिंडां 'च देनी है, शहर 'च देनी घरेलू वरतों लई वो जिहड़ी आ वो तय करेगा केंद्र सरकार। यानी कि स्टेट सरकार नूं बिल्कुल बाहर ही कढ़ दिता कि तुसीं समझौता कोई रद्द कर ही नहीं सकते, कोई समझौता नहीं कर सकते, कोई डिसाइड नहीं कर सकते कि किने की करना की नहीं होना। जिद्दां कोई भी मसला जिहड़ा स्टेट रेगुलेटरी कमीशन आ उहदे कोल जांदा, उत्ते डिसीजन हुंदा, जे नहीं हुंदा तां फिर भारत सरकार कोले जांदा। ठीक है, ਹੁਣ ਉੱਥੇ ਤਾਂ ਸਾਰੀਆਂ ਸਟੇਟ ਦੀਆਂ ਜਿਹੜਾ ਇਹ ਪਾਵਰ ਸੈਕਟਰ ਇੱਕ ਵੱਡਾ ਜਰੀਆ ਹੈ, ਵੋਟ ਬੈਂਕ ਦਾ ਵੱਡਾ ਜਰੀਆ ਕਿ ਕਿਹਦੀ ਬਿਜਲੀ ਮਾਫ ਕਰਨੀ ਹੈ, ਕਿਹੜੀ ਕੰਪਨੀ ਨੂੰ ਫਾਇਦਾ ਪਹੁੰਚਾਉਣਾ। ਜਾਨੀ ਸਟੇਟਾਂ ਦਾ ਜਿਹੜਾ ਪ੍ਰਬੰਧ ਹੈ ਉਹਨੂੰ ਤੋੜ ਕੇ ਇੱਕ ਰਾਸ਼ਟਰ ਬਣਾਉਣਾ, ਫਿਰ ਹਿੰਦੂ ਰਾਸ਼ਟਰ ਬਣਾਉਣ ਵੱਲ ਨੂੰ ਸਿਖਾਲਾ। ਜਦੋਂ ਤੁਹਾਡੇ ਕੋਲ ਔਕਾਤ ਹੀ ਨਹੀਂ ਰਹੀ, ਤੁਹਾਡੇ ਕੋਲ ਪਾਵਰ ਸੈਕਟਰ ਖੋਹ ਲਿਆ ਮੇਨ, ਤੁਸੀਂ ਕਿਸੇ ਦੀ ਲੋੜਵੰਦ ਦੀ ਬਿਜਲੀ ਨਹੀਂ ਮਾਫ ਕਰ ਸਕਦੇ, ਉਹ ਕੇਂਦਰ ਨੇ ਸੋਚਣਾ। ਹੁਣ ਜੇ ਕੇਂਦਰ ਨੇ ਸੋਚਣਾ ਕਿ ਦਲਿਤਾਂ ਦੀ ਕਰਨੀ ਹੈ ਜਾਂ ਸਾਬਕਾ ਫੌਜੀਆਂ ਦੀ ਕਰਨੀ ਹੈ, ਇਹ ਕੇਂਦਰ ਨੇ ਕਰਨਾ। ਕੇਂਦਰ ਉਹਨਾਂ ਨੂੰ ਭੁਲੋਏਗਾ, ਆਪਣੇ ਹੱਕ 'ਚ ਲੈ ਗਿਆ। ਜਾਣੀ ਸਟੇਟ ਦੀਆਂ ਸਾਰੀਆਂ ਪਾਵਰਾਂ, ਪਹਿਲਾਂ GST ਬਾਕੀ ਟੈਕਸ ਖੋਏ, ਕਿਸਾਨਾਂ ਤੇ ਜੋ ਮੰਡੀ ਫੀਸ ਸੀ ਜਾਂ ਹੋਰ ਸੀ ਉਹ ਖੋਹੀ। ਮਤਲਬ ਸਟੇਟਾਂ ਕੋਲ ਜਦੋਂ ਦਮੜੇ ਹੀ ਨਹੀਂ, ਦਮੜਿਆਂ ਬਿਨਾਂ ਦਮਾਮੇ ਕਿੱਥੋਂ ਵੱਜ ਜਾਣਗੇ, ਨਹੱਥੇ ਕਰ ਦੇਣਗੇ, ਭਿਖਾਰੀ ਬਣਾ ਦੇਣਗੇ ਇਹਨਾਂ ਨੂੰ। ਦੇਸ਼ ਦੇ ਵਿੱਚ ਇਹ ਕੀ ਕਰਨਗੇ ਫਿਰ? ਭਾਵੇਂ ਉਹ EVM ਨਾਲ ਜਿੱਤਣ ਤੇ ਭਾਵੇਂ ਹਿੰਦੂਤਵ ਦਾ ਵੋਟ ਬੈਂਕ ਹੈ ਇਹਨਾਂ ਕੋਲ, ਉਹ ਇੱਕ ਵਧੀਆ ਇਹਨਾਂ ਕੋਲ ਝੁਰਲੂ ਆਇਆ ਹੋਇਆ। ਅਫਸੋਸ ਹੈ ਕਿ ਬਹੁਤੇ ਹਿੰਦੂ ਵੋਟਰਾਂ ਦੇ ਉਹੀ ਦਿਮਾਗ 'ਚ ਆ ਕੇ ਆਪਣਾ ਮਾਰੂ ਛਾਵੇਂ ਸੁੱਟੂ ਭਗਤ ਇੰਨੇ ਬਣੇ ਨੇ। ਉਰੇ ਵਾਲਿਆਂ ਨੂੰ ਛੱਡੋ, ਜਿਹੜੇ ਇੱਥੋਂ ਦੀਆਂ ਮਜਬੂਰੀਆਂ ਤੋਂ ਦੁਖੀ ਹੋ ਕੇ ਆਪਣੀਆਂ ਬਿਲਕਦੀਆਂ ਮਾਵਾਂ ਨੂੰ ਛੱਡ ਕੇ ਵਿਦੇਸ਼ਾਂ 'ਚ ਬੈਠੇ ਨੇ, ਉਹ ਮੋਦੀ ਦੀ ਬੋਲੀ ਬੋਲਦੇ ਨੇ, ਉਹਨਾਂ ਨੂੰ ਮੋਦੀ ਪਿਓ ਨਜ਼ਰ ਆਉਂਦਾ ਹੈ ਨਾ। ਉਹ ਇਹ ਨਹੀਂ ਸੋਚਦੇ ਕਿ ਅਸੀਂ ਕਿਉਂ ਛੱਡ ਕੇ ਗਏ ਇਸ ਮੁਲਕ ਨੂੰ। ਉਹ ਫਿਰ ਮੋਦੀ ਦੇ ਗੁਣ ਗਾਉਣਗੇ, ਮੋਦੀ ਹੈ ਤਾਂ ਮੁਮਕਿਨ ਹੈ। ਸੋ ਉਹ ਜਿਹੜਾ ਸਾਰਾ ਵਰਤਾਰਾ ਕਿ ਸਟੇਟਾਂ ਦਾ ਪ੍ਰਬੰਧ ਖਤਮ ਕਰਕੇ ਬਹੁਮਤ ਜਿਹੜੀ ਹੈ ਹਿੰਦੂ ਗਿਣਤੀ ਉਹਦੀ ਬਣਾ ਤੇ ਕਿ ਰਾਮ ਦਾ ਰਾਜ ਹੈ। ਰਾਜ ਰਾਮ ਦਾ ਨਹੀਂ ਹੈ, ਰਾਮ ਦੇ ਨਾਂ ਤੇ ਤਾਂ ਆਪ ਠੱਗੀ ਵੱਜੀ ਜਾ ਰਹੀ ਹੈ। ਰਾਜ ਤਾਂ ਅੰਬਾਨੀ ਤੇ ਅੰਡਾਨੀ ਦਾ, ਉਹ ਡੱਡੂ ਅਖੇ ਜੇ ਦਾ। 4 ਗੁਜਰਾਤੀ ਇਕੱਠੇ ਹੋ ਕੇ ਪੂਰੇ ਮੁਲਕ ਨੂੰ ਵਾਹਣੀ ਪਾਈ ਫਿਰਦੇ ਨੇ। ਮੈਡਲਾਂ 'ਚ 2 ਨੇ, ਫੌਜ 'ਚ ਕਿੰਨੇ ਦੱਸ ਦਿਓ। ਖਾਣ ਪੀਣ ਨੂੰ ਬਾਂਦਰੀ ਤੇ ਡੰਡੇ ਖਾਣ ਨੂੰ ਰਿੱਛ ਪਾਲੇ ਹੋਏ ਨੇ ਲੋਕੇ ਰੰਗੇ ਬਿੱਲੇ। ਆਮ ਹਿੰਦੂ ਨੂੰ ਕੀ ਮਿਲਦਾ? 6000 ਬੱਚਾ ਉਹ 10 ਸਾਲ ਪਹਿਲਾਂ ਵੀ ਮਰਦਾ ਸੀ ਰੋਜ਼, ਤੇ 6000 ਬੱਚਾ ਅੱਜ ਵੀ ਮਰਦਾ, ਉਹ ਕੱਲ ਨੂੰ ਵੀ ਮਰੇਗਾ। ਆਪਣੇ ਨਿਆਣੇ ਨਹੀਂ ਪੈਦਾ ਕਰੇ ਤੇ ਉਹਨਾਂ ਦੇ ਅੰਬਾਨੀ ਅਡਾਨੀਆਂ ਦੇ ਗੋਦੀ ਖੜਾਉਂਦੇ ਫਿਰਦੇ ਆ, ਨਲੀਆਂ ਪੋਚਦੇ ਫਿਰਦੇ ਆ ਉਹਨਾਂ ਦੀਆਂ। ਇਹ ਤੇ ਔਕਾਤ ਹੈ ਇਹਨਾਂ ਦੀ। ਸੋ ਹੁਣ ਇਹ ਕਹਿੰਦੇ ਪਰਿਵਾਰਵਾਦ, ਸਭ ਤੋਂ ਵੱਡਾ ਪਰਿਵਾਰਵਾਦ ਤਾਂ RSS ਹੈ। ਕੀ ਉਹ ਪਰਿਵਾਰ ਨਹੀਂ? ਔਕਾਤ ਕੀ ਹੈ? ਤਰੁਣ ਚੁੱਘ ਹੋਰਾਂ ਦੀ, ਮਨੋਹਰ ਲਾਲ ਖੱਟੜ ਹੋਰਾਂ ਦੀ ਕੰਟਰੀਬਿਊਸ਼ਨ ਕੀ ਹੈ ਤੁਹਾਡੇ ਲਈ ਹੋਏਗੀ, ਦੇਸ਼ ਲਈ ਕੀ ਹੈ? ਆ ਮੰਗਲ ਸੇਨ ਜਿਹਦੇ ਨਾਂ ਤੇ ਤੁਸੀਂ ਭਗਤ ਸਿੰਘ ਦਾ 에ਅਰਪੋਰਟ ਨਹੀਂ ਰੱਖਣ ਦੇ ਰਹੇ, ਮੰਗਲ ਸੇਨ ਦਾ ਕੰਟਰੀਬਿਊਸ਼ਨ ਕੀ ਹੈ, ਯੋਗਦਾਨ ਕੀ ਹੈ ਦੇਸ਼ ਲਈ? ਤੁਹਾਡੇ RSS ਲਈ ਹੋਊਗਾ। ਭਗਤ ਸਿੰਘ ਹੁਣੀ ਮਰ ਗਏ ਫਾਂਸੀਆਂ ਦੇ ਚੜ੍ਹਦੇ, ਤੇ ਆ ਬਿੱਲੀਆਂ ਦੇ ਨਾਂ ਤੇ, ਆ ਬਾਂਦਰਾਂ ਦੇ ਨਾਂ ਤੇ 에ਅਰਪੋਰਟਾਂ ਦੇ ਨਾਂ ਰੱਖੇ ਜਾ ਰਹੇ ਨੇ। ਜੀ ਸੁਰਿੰਦਰ ਵੀਰ, ਦੇਖੋ ਇੱਕ ਗੱਲ ਬੜੀ ਸਪਸ਼ਟ ਆ, ਗੱਲ ਪਰਿਵਾਰਵਾਦ ਦੀ ਚੱਲਦੀ ਆ, ਗੱਲ ਡਿਕਟੇਟਰਸ਼ਿਪ ਦੀ ਚੱਲੇ। ਇਸ ਸਾਰੇ ਸਾਬਕਾਸ਼ ਦੇ ਵਿੱਚ
ਪਿਛਲੀਆਂ ਅੱਜ ਤੱਕ ਦੀਆਂ ਸਾਰੀਆਂ ਸਰਕਾਰਾਂ ਨੂੰ ਮੌਜੂਦਾ ਸਰਕਾਰ ਜਿਹੜੀ ਆ ਉਹ ਮਾਤ ਪਾ ਗਈ ਆ। ਕੋਈ ਕੋਨਾ ਨਹੀਂ ਛੱਡਿਆ, ਨਾ ਕੁੱਟਣ ਤੋਂ ਨਾ ਲੁੱਟਣ ਤੋਂ ਸਿਰਾ ਲਾ ਕੇ ਰੱਖਿਆ। ਤੇ ਭਗਤਾਂ ਦੀ ਵੀ ਘਾਟ ਨਹੀਂ ਰਹੀ, ਭਗਤਾਂ ਦੀ ਵੀ ਗਿਣਤੀ ਦਿਨੋਂ ਦਿਨ ਵੱਧਦੀ ਜਾ ਰਹੀ ਹੈ। ਭਾਵੇਂ ਪੂਰੀ ਦੁਨੀਆ ਦੇ ਜਿਹੜੇ ਮਰਜ਼ੀ ਕੋਨੇ ਤੇ ਬੈਠੇ ਆ, ਜਦੋਂ ਤੁਸੀਂ ਗੱਲ ਕਰੋਗੇ ਉਹਨਾਂ ਦੇ ਕਾਲਜ 'ਚ ਏਡਾ ਕੋ ਭਾਂਬੜ ਮੱਚਦਾ ਵੀ ਜਿਸ ਤਰ੍ਹਾਂ ਉਹ ਪਹਿਲ ਸ਼ਰਾਬ ਕੱਢਦੇ ਹੁੰਦੇ ਸੀ ਨਾ, ਤੇ ਉਹ ਜਿਹੜੀ ਪਹਿਲੀ ਕੱਢਦੇ ਹੁੰਦੇ ਸੀ ਬੋਤਲ, ਉਹਨੂੰ ਜਦੋਂ ਉਂਗਲ ਨੂੰ ਲਾ ਕੇ ਜਾਂ ਉਹ ਆਪਣੇ ਛੱਲੀ ਦੇ ਗੁੱਲ ਨੂੰ ਲਾ ਕੇ ਤੇ ਉਹ ਬਾਲਦੇ ਹੁੰਦੇ ਸੀ ਤੇ ਉਹ ਲਾਟ ਲੰਬੀ ਕੱਢਦੀ ਸੀ। ਏਦਾਂ ਲਾਟਾਂ ਨਿਕਲਦੀਆਂ ਨੇ ਫਿਰ ਇਹਨਾਂ ਦੇ ਕਿ ਹਾਂ ਸਾਡੇ ਲਈ ਕੁਛ ਨਹੀਂ ਹੈ। ਦੇਖੋ ਸ਼ਮਸ਼ੇਰ ਵਲਾਇਲ ਡਾਕਟਰ ਨੇ ਕੇਸ ਲੜਿਆ ਕਿ NRI ਨੂੰ ਵੋਟ ਦਾ ਰਾਈਟ ਮਿਲੇ। ਉਹ ਬੰਦੇ ਨੇ ਕਰੋੜਾਂ ਰੁਪਏ ਖਰਚੇ, 5 ਸਾਲ ਹੋ ਗਏ, ਸਨ 15 ਦੇ ਇਹ ਦੱਬੀ ਬੈਠੇ ਨੇ। ਹੁਣ ਭਗਤਾਂ ਨੂੰ ਵੀ ਸਿਰਫ ਮੁੰਝ ਲੈਂਦੀ ਆ ਭਗਤਾਂ ਦੀ। ਅਜੇ ਤੱਕ NRI ਨੂੰ ਜਿਨ੍ਹਾਂ ਕੋਲ ਇੰਡੀਅਨ ਪਾਸਪੋਰਟ ਆ ਵੋਟ ਦਾ ਰਾਈਟ ਨਹੀਂ ਦੇ ਸਕਦੇ। ਉਸ ਦੌਰਾਨ ਦੂਜੀ ਗੱਲ ਆ ਜਾਓ ਤੁਸੀਂ ਪੈਸੇ ਦੀ। ਹੁਣ ਜਿਹੜੇ ਇਹ ਭਗਤ ਨੇ, ਕੁਛ BJP ਦੇ ਵੀ ਨੇ, ਜੇ ਤੁਹਾਡੇ ਨਾਂ ਨਾਲ ਖਾਨ ਲੱਗਦਾ ਜਾਂ ਪੈਸੇ ਭੇਜਣ ਵਾਲਾ ਤੁਹਾਡਾ ਮਾਲਕ ਕੋਈ ਖਾਨ ਹੈ ਵਿਦੇਸ਼ ਦੇ ਵਿੱਚ ਜਾਂ ਇੰਡੀਆ 'ਚ ਤੁਸੀਂ ਖਾਨ ਹੋ, ਮੁਸਲਿਮ ਹੋ, ਤੇ ਤੁਸੀਂ ਕੈਸ਼ ਟਰਾਂਸਫਰ ਨਹੀਂ ਲੈ ਸਕਦੇ, ਤੁਹਾਨੂੰ ਥਰੂ ਬੈਂਕ ਮਿਲੇਗਾ ਕਿਉਂਕਿ ਤੁਸੀਂ ਸ਼ੱਕੀ ਹੋ। ਬਾਹਰ ਵਾਲੇ ਜਿਹੜੇ ਮੁਸਲਿਮ ਨੇ ਉਹ ਵੀ ਸ਼ੱਕੀ ਨੇ। ਇਸ ਦੌਰਾਨ ਇਹ ਜਿਹੜੇ ਵਰਤਾਰੇ ਨੇ ਕਿ ਉਹਨਾਂ ਨੂੰ ਜਿਹੜੇ ਇਹਨਾਂ ਦੇ ਵਿੱਚ ਆ 2-3 ਬਣੇ ਹੋਏ ਨੇ ਨਾ ਨਕਵੀ ਹੋਰੀ ਜਾਂ ਹੋਰ, ਇਹਨਾਂ ਨੂੰ ਪੁੱਛੇ ਕਿ ਤੁਹਾਨੂੰ ਕੋਈ ਬਾਹਰ ਪੈਸਾ ਭੇਜੇ, ਤੁਸੀਂ 10,000 ਰੁਪਈਆ ਕੈਸ਼ ਨਹੀਂ ਲੈ ਸਕਦੇ ਮਨੀਗ੍ਰਾਮ ਵੈਸਟਰਨ ਯੂਨੀਅਨ ਤੋਂ ਕਿਉਂਕਿ ਤੁਸੀਂ ਸ਼ੱਕੀ ਹੋ। ਉਹ ਜਿਹੜਾ 10,000 ਰੁਪਇਆ ਤੁਹਾਡੇ ਪੁੱਤ ਨੇ ਤੁਹਾਨੂੰ ਭੇਜਿਆ ਨਾ, ਉਹ ਬੈਂਕ ਦੇ ਰਾਹੀਂ ਮਿਲੇਗਾ। ਹਿੰਦੂ ਹੈ, ਸਿੱਖ ਹੈ, ਪਾਰਸੀ ਹੈ, ਉਹ ਲੈ ਸਕਦਾ ਕਿਉਂਕਿ ਤੁਹਾਨੂੰ ਆਉਂਦਾ ਪੈਸਾ ਇਹਨਾਂ ਨੂੰ ਐਂ ਲੱਗਦਾ ਕਿ ਅਲ-ਕਾਇਦਾ ਨੇ ਭੇਜਿਆ, ਪਰ ਉਹ ਭਗਤ ਬਣੇ ਨੇ। ਇਹ ਕਿਹੜਾ ਕਾਨੂੰਨ ਹੈ ਜੀ? ਇੱਕ ਦੇਸ਼ ਦੇ ਵਿੱਚ ਸਿਰਫ ਮਜ਼ਹਬ ਦੇ ਆਧਾਰ ਤੇ ਇੱਕ ਵਿਅਕਤੀ ਤਾਂ ਬਾਹਰੋਂ ਆਈ ਮਨੀ ਕੈਸ਼ ਲੈ ਸਕਦਾ ਤੇ ਦੂਜਾ ਵਿਅਕਤੀ ਜੇ ਇਸਲਾਮ ਨਾਲ ਸੰਬੰਧਿਤ ਹੈ ਜਾਂ ਭੇਜਣ ਵਾਲਾ ਇਸਲਾਮ ਨਾਲ ਸੰਬੰਧਿਤ ਹੈ ਤਾਂ ਫਿਰ ਉਹ ਪੈਸਾ ਤੁਹਾਨੂੰ ਬੈਂਕ ਦੇ ਥਰੂ ਮਿਲੇਗਾ ਤਾਂ ਜੋ ਤੁਹਾਡੀ ਸ਼ਨਾਖਤ ਹੋਵੇ, ਹੈ ਨਾ। ਵੋਟ ਦਾ ਰਾਈਟ ਤੁਹਾਡਾ ਜਿਹੜਾ ਬਣਦਾ ਭਗਤੋ, ਉਹ ਤੁਹਾਨੂੰ ਇਹ ਸਰਕਾਰ ਨਹੀਂ ਦੇ ਰਹੀ। ਤੁਹਾਨੂੰ ਦਿੱਤਾ ਕੀ ਹੈ? NRI ਵਾਸਤੇ ਕੀਤਾ ਕੀ ਹੈ? ਪਰ ਉਹ ਸਮਝਦੇ ਨਹੀਂ ਨਾ, ਜਿਹੜੀ ਦਿਮਾਗ ਤੇ ਗੋਬਰ ਭਰਿਆ ਹੋਇਆ। ਇਹ ਮੈਂ ਨਹੀਂ ਕਹਿੰਦਾ, ਭਾਰਤ ਦੀ ਸੁਪਰੀਮ ਕੋਰਟ ਦੇ ਜਸਟਿਸ ਤੇ ਪ੍ਰੈਸ ਕਾਉਂਸਲ ਆਫ ਇੰਡੀਆ ਦੇ ਜਸਟਿਸ ਮਾਰਕੰਡੇ ਕਾਟਜੂ, ਜਿਨ੍ਹਾਂ ਦਾ ਨਾਮ ਵੀ ਮਾਰਕੰਡੇ ਰਿਸ਼ੀ ਦੇ ਨਾਂ ਤੇ ਆ, ਇਹ ਉਹਨੇ ਆਖਿਆ ਸੀ ਕਿ ਮਜ਼ਹਬਾਂ ਦੇ ਨਾਂ ਤੇ ਸਾਡੇ ਦਿਮਾਗਾਂ 'ਚ ਤੂੜੀ ਭਰੀ ਹੋਈ ਹੈ। ਹੁਣ ਜੇ ਸਿੱਖ ਗਰਮ ਖਿਆਲੀ ਜਥੇਬੰਦੀਆਂ ਨੇ, ਗੁਰਪਤਵੰਤ ਸਿੰਘ ਪੰਨੂ ਇਹ ਕੁਝ ਕਰਦੇ ਨੇ, ਫਿਰ ਤੁਹਾਨੂੰ ਮਿਰਚਾਂ ਕਿਉਂ ਲੱਗਦੀਆਂ ਨੇ? ਜੇ ਤੁਸੀਂ ਇਸ ਤਰ੍ਹਾਂ ਦਾ ਕੱਟੜਵਾਦ ਕਰ ਸਕਦੇ ਹੋ ਤੇ ਫਿਰ ਪੰਨੂ ਨੂੰ ਵੀ ਰਾਈਟ ਹੈ ਯਾਰ, ਉਹ ਵੀ ਖਾਲਿਸਤਾਨ ਦੀ ਗੱਲ ਚਲਾਵੇ। ਜੇ ਤੁਸੀਂ ਇਸ ਮੁਲਕ ਦਾ ਨਾਂ ਹੀ ਭਾਰਤ ਤੇ ਇੰਡੀਆ, ਤੁਸੀਂ ਇੱਥੇ ਦੇ ਹਿੰਦੁਸਤਾਨ ਆ, ਇੰਡੀਆ ਦੇ ਬਥੇਰੇ ਨੇਤਾ ਪੰਜਾਬ ਵਾਲੇ ਹਿੰਦੁਸਤਾਨ ਕਹਿਣਗੇ। ਜੇ ਉਸ ਮੁਲਕ ਦਾ ਨਾਂ ਹੀ ਨਹੀਂ ਹੈ ਹਿੰਦੁਸਤਾਨ ਤੇ ਉਹ ਹਿੰਦੁਸਤਾਨ ਤੁਸੀਂ ਕਹਿੰਦੇ ਹੋ, ਫਿਰ ਪੰਨੂ ਨੂੰ ਵੀ ਅਧਿਕਾਰ ਹੈ, ਗੁਰਪਤਵੰਤ ਨੂੰ, ਉਹ ਵੀ ਖਾਲਿਸਤਾਨ ਕਹੂਗਾ। ਜੀ ਸੁਰਿੰਦਰ, ਇਸ ਤਰ੍ਹਾਂ ਜਿਹੜੇ ਭਗਤ ਨੇ ਨਾ, ਇਹਨਾਂ ਦੀ ਹਾਲਤ ਉਹ ਸੱਪ ਵਾਲੀ ਹੈ ਜਿਹਦੇ ਤੇ ਕੁੰਜ ਚੜੀ ਹੁੰਦੀ ਹੈ ਨਾ, ਤੇ ਉਹਨੂੰ ਦੇਖਦਾ ਨਹੀਂ ਹੈ। ਜਿੰਨੀ ਦੇਰ ਤੱਕ ਕੁੰਜ ਨਹੀਂ ਨਾ ਉਹਦੇ ਸਿਰ ਲੱਥ ਦੀ, ਅੱਖਾਂ ਨਹੀਂ ਉਹਦੀਆਂ ਨੰਗੀਆਂ ਹੁੰਦੀਆਂ, ਤੇ ਉਹਨੂੰ ਕੁਛ ਨਹੀਂ ਪਤਾ ਲੱਗਦਾ ਵੀ ਉਹ ਕਿਹੜੀ ਦਿਸ਼ਾ 'ਚ ਜਾਣਾ, ਕਿੱਧਰ ਨਹੀਂ ਹੈ। ਹਰਲ ਕਰਦਾ ਦੌੜਿਆ ਫਿਰਦਾ। ਉਹੀ ਹਾਲਤ ਇਹਨਾਂ ਭਗਤਾਂ, ਭਾਵੇਂ ਉਹ ਕਿਸੇ ਵੀ ਧਰਮ ਨਾਲ ਸੰਬੰਧਿਤ ਨੇ। ਭਗਤ ਜਿਹੜੇ ਆ, ਭਗਤ ਤਾਂ ਭਗਤ ਨਾ। ਅੱਛਾ, ਇਹਨਾਂ ਨੂੰ ਇਹ ਵੀ ਪਤਾ ਕਿ ਜਿੰਨੀ ਦੇਰ ਤੱਕ ਕੁੰਜ ਚੜੀ ਪਈ ਆ ਤਾਂ ਉਨੀ ਦੇਰ ਤੱਕ ਪਤਾ ਨਹੀਂ ਸਾਡੀ ਕੁੰਜ ਕਿਹਨੇ ਦੇਣੀ ਆ, ਉਹ ਦਰੜ ਦੇਣੀ ਆ। ਪਰ ਕੁੰਜ ਇਹਨਾਂ ਦੀ ਇਹਨਾਂ ਕੋਲੇ ਵੀ ਨਹੀਂ ਰਹਿਣੀ, ਤੇ ਕੱਲ ਨੂੰ ਇਹਨਾਂ ਦੀ ਸ੍ਰੀ ਦਰੜੀ ਗਈ, ਕਿਸੇ ਨੇ ਪੁੱਛ ਪ੍ਰਤੀਤ ਨਹੀਂ ਕਰਨੀ। ਪਰ ਫਿਰ ਭਗਤਪੂਣਾ ਦਿਖਾਉਣੋਂ ਜਿਹੜੇ ਉਹ ਨਹੀਂ ਹਟਦੇ। ਜਿਹੜਾ ਇਹਨਾਂ ਦੇ ਅੰਦਰ ਭਾਂਬੜ ਮੱਚਦਾ ਉਹ ਏਦਾਂ ਦਾ ਮਚਾਇਆ ਗਿਆ ਕਿ ਜੰਮਦਿਆਂ ਨੂੰ ਸਿਖਾਤਾ ਕਿ ਤੁਸੀਂ ਆਹ ਜ਼ਹਿਰ ਉਗਲਣੀ ਆ। ਇਹ ਜ਼ਹਿਰ ਇੰਨੀ ਕੋ ਤੁਹਾਨੂੰ ਦੇਤੀ, ਇੰਨੀ ਕੋ ਆਪਦੇ ਅੰਦਰ ਸਮਾ ਲਓ, ਇਹ ਉਗਲ ਦੇਣੀ ਆ, ਜਿੱਥੇ ਵੀ ਦਿਲ ਕੀਤਾ ਉਗਲ ਦਿਓ। ਇਸ ਕਰਕੇ ਇਹ ਹੈ ਕਿ ਇਹ ਜਿਹੜਾ ਟੈਂਟਾ ਖੜਾ ਕੀਤਾ ਗਿਆ ਇਹ ਦੇਸ਼ ਲਈ ਖਤਰਨਾਕ ਆ। ਤੁਸੀਂ ਇੱਥੇ ਇੱਕ ਗੱਲ ਕੀਤੀ ਕਿ ਗੁਜਰਾਤ ਦੇ 2 ਮੈਡਲ ਕੋਈ ਨਹੀਂ, 2 ਪਲੇਅਰ ਗਏ ਸੀ ਟੋਟਲ, ਜਿਹੜਾ ਇਹਨਾਂ 1.5% ਸੀਗਾ। ਹਾਂ, ਮਤਲਬ 2 ਪਲੇਅਰ ਗਏ ਸੀ 올림픽 ਖੇਡਣ, ਉਹ ਵੀ
ਕੀ ਕਹਿੰਦੇ ਹੁੰਦੇ ਆ ਵੀ ਹੁਣ ਉਹਨਾਂ ਦੀ ਹਾਲਤ ਸੀ ਵੀ ਗੰਜੀ ਨਹਾਊਗੀ ਤੇ ਨਿਚੋੜੂਗੀ ਕੀ, ਜਿੱਦਾਂ ਦੇ ਗਏ ਸੀ ਉਦਾਂ ਦੇ ਲੰਗੋਟੀ 'ਚ ਵਾਪਸ ਆ ਗਏ। ਠੀਕ ਹੈ, ਹੁਣ ਗੱਲ ਇਹ ਕਰਦੇ ਆ ਕਿ ਤੁਸੀਂ ਵਰਲਡ ਦੇ ਵਿੱਚ ਪਾਪੂਲੇਸ਼ਨ 'ਚ ਨੰਬਰ 1 ਹੋ। ਠੀਕ ਹੈ, ਖੱਟਿਆ ਕੀ ਆ ਹੁਣ ਤੱਕ ਉਹ ਤਾਂ ਦੱਸ ਦਿਓ। ਜਿਹੜੇ ਖੱਟੇ ਨੇ ਉਹ ਆ ਹੁਣ ਪੰਜਾਬ ਆਪਣਾ ਨਾਂ ਕੀ ਆਪਾਂ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦਾ ਨਾਮ ਲਿਆ ਸੀ। ਉਹਨਾਂ ਨੇ ਕਿਹਾ, ਉਹ ਕਹਿੰਦੇ ਅਗਲੀ ਵਾਰ ਅਸੀਂ 25 ਪਲੇਅਰ 올림픽 'ਚ ਭੇਜਣੇ ਨੇ, 3 ਸਾਲ ਦਾ ਸਾਡੇ ਕੋਲ ਸਮਾਂ ਰਹਿ ਗਿਆ। ਫਿਰ ਤਾਂ ਲਵਲੀ ਮਾਡਲ ਚੱਲੇ ਨਾ, ਫਿਰ ਲਵਲੀ ਮਾਡਲ ਚੱਲੂਗਾ। ਫਿਰ ਇਹ ਗੱਲ ਤੇ ਗੁਜਰਾਤ ਮਾਡਲ ਅਕਾਲੀਆਂ ਦੀ ਸਰਕਾਰ ਸੀ, ਇਹ ਵੀ ਕਹਿੰਦੇ ਸੀ ਗੁਜਰਾਤ ਮਾਡਲ। ਫਿਰ ਗੁਜਰਾਤ ਮਾਡਲ ਤਾਂ ਨਾ ਹੋਇਆ, ਫਿਰ ਤਾਂ ਲਵਲੀ ਮਾਡਲ ਸੂਟ ਕਰਦਾ। ਖੈਰ, ਆਪਣੇ ਨਾਲ ਪਰਮਜੀਤ ਸਿੰਘ ਬਨਵਾਸ ਜੁੜੇ ਨੇ। ਬਨਵਾਸ ਸਾਹਿਬ, ਸਵਾਗਤ ਹੈ, ਤੁਸੀਂ ਆਨ 에ਅਰ ਹੋ, ਵੈਲਕਮ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਦੀਵਾਨਾ ਜੀ ਤੇ ਸੁਰਿੰਦਰ ਜੀ ਨੂੰ ਤੇ ਸਭ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਪੁੱਛਣਾ ਚਾਹਾਂਗਾ, ਇਸ ਰੀਸੈਂਟਲੀ ਸੰਡੇ ਨੂੰ ਜਿਹੜਾ ਜੰਤਰ ਮੰਤਰ ਦੇ ਉੱਤੇ ਹੋਇਆ ਹੈ, ਇੱਕ ਧਰਮ ਵਿਸ਼ੇਸ਼ ਤੇ ਇੱਕ ਕਮਿਊਨਿਟੀ ਵਿਸ਼ੇਸ਼ ਦੇ ਖਿਲਾਫ ਵੱਜੇ ਨੇ ਨਾਰੇ ਉੱਥੇ ਫੇਰ ਦੁਬਾਰਾ ਮੁੜ ਕੇ। ਕੁਝ ਦਿਨ ਪਹਿਲੇ ਇਹ ਦਵਾਰਕਾ 'ਚ ਵੀ ਹੋਇਆ ਜਦੋਂ ਉਹਨਾਂ ਨੇ ਹਜ ਹਾਊਸ ਬਣਾਉਣ ਦੀ ਕੋਸ਼ਿਸ਼ ਕੀਤੀ। ਉਸ ਤੋਂ ਕੁਝ ਦਿਨ ਪਹਿਲੇ ਪਟੌਦੀ ਹਰਿਆਣਾ ਦੇ ਅੰਦਰ ਇੱਕ ਗਾਂਵ ਹੈ, ਪਿੰਡ ਹੈ, ਜਿਹਦੇ ਅੰਦਰ ਵੀ ਉੱਥੇ ਬੜੇ ਬੁਰੀ ਨਾਰੇਬਾਜ਼ੀ ਕੀਤੀ ਗਈ। ਤੇ ਜਿੱਥੇ ਜੰਤਰ ਮੰਤਰ ਦੇ ਉੱਤੇ ਜਾਣ ਵਾਸਤੇ 200 ਕਿਸਾਨਾਂ ਤੋਂ ਵੱਧ ਦੀ ਪਰਮਿਸ਼ਨ ਨਹੀਂ ਦਿੰਦੀ ਪਈ, ਉੱਥੇ ਬਿਨਾਂ ਪਰਮਿਸ਼ਨ ਲੈ ਕੇ ਆ ਹੁਣ ਰੀਸੈਂਟਲੀ ਹਜ਼ਾਰਾਂ ਲੋਕੀ ਇਕੱਠੇ ਹੋ ਗਏ ਔਰ ਹੋ ਕੇ ਉਹਨਾਂ ਨੇ ਜੋ ਨਾਰੇਬਾਜ਼ੀ ਕੀਤੀ ਹੈ ਉਹ ਸਾਰੇ ਸੋਸ਼ਲ ਮੀਡੀਆ ਦੇ ਥਰੂ ਤੇ ਨਿਊਜ਼ ਚੈਨਲ ਦੇ ਥਰੂ ਪਤਾ ਚੱਲ ਰਹੀਆਂ ਨੇ। ਤੇ ਦੱਸਿਆ ਜਾ ਰਿਹਾ ਜੇ ਉਹ ਬਹੁਤੇ ਬੀਜੇਪੀ ਦੇ ਬੰਦੇ ਸਨ, ਉਪਾਧਿਆਇ ਕਰਕੇ ਕੋਈ ਹੋਰ ਜਿਹੜੇ ਸੀਗੇ ਬਣੇ ਹੋਏ, ਔਰ ਉਹਨਾਂ ਨੂੰ ਹੁਣ ਅਰੈਸਟ ਕੀਤਾ ਗਿਆ 5 ਜਾਂ 6 ਬੰਦਿਆਂ ਨੂੰ। ਤੇ ਇਹ ਮਿੰਟ ਜਿਹੜੇ ਯੂਪੀਏ ਜੋ ਵੀ ਧਾਰਾ ਤੁਹਾਡੇ ਉੱਤੇ ਹੈਗੀ ਨੇ ਉਹ ਲੱਗਦੇ ਨੇ, ਉਹ ਕਿਆ ਹੁਣ ਇਹਨਾਂ ਦੇ ਉੱਤੇ ਲੱਗਣੇ? ਹਾਂਜੀ, ਉਹ ਕਿਆ ਉਹਨਾਂ ਦੇ ਉੱਤੇ ਨਹੀਂ ਸੀ ਲੱਗਣੇ ਚਾਹੀਦੇ? ਕਿਆ ਇਹ ਸਿਰਫ ਤੇ ਦੂਸਰੇ ਬੰਦਿਆਂ ਦੇ ਉੱਤੇ ਵਾਸਤੇ ਨਹੀਂ ਜਿਹੜੇ ਇਹੋ ਜਿਹੇ ਮੁਲਕ ਨੂੰ ਤੋੜਨ ਦੀਆਂ ਗੱਲਾਂ ਕਰਦੇ ਪਏ ਨੇ ਨਾਰੇ ਲਾ ਕੇ, ਤੇ ਮੁਲਕ ਨੂੰ ਕਿੱਧਰ ਨੂੰ ਲੈ ਕੇ ਜਾ ਰਹੇ ਨੇ? ਇਸ ਵਿਸ਼ੇ ਤੇ ਦੱਸਿਓ ਜੀ, ਜੰਤਰ ਮੰਤਰ ਵਾਲੀ ਘਟਨਾ। ਜੀ, ਥੈਂਕ ਯੂ। ਬਿਲਕੁਲ ਉਸ ਵਿਸ਼ੇ ਤੇ ਜਿਹੜੀ ਅਪਡੇਟ ਹੈ ਨਾ, ਕਿ ਚਲੋ ਮੈਂ ਇੱਕ ਕਮਿਊਨਿਟੀ ਵਿਸ਼ੇਸ਼ਤਾ ਕਿਉਂ ਕਹਾਂ, ਅਸੀਂ ਤਾਂ ਸਿੱਧੀ ਗੱਲ ਕਹਿੰਦੇ ਹਾਂ ਜਦੋਂ ਪਤਾ ਲੱਗ ਜੇ ਸਾਡੇ। ਇਹੀ ਤਾਂ ਫਿਰ ਕਹਿੰਦੇ ਨੇ ਕਿ ਹਿੰਦੂ ਸਿੱਖਾਂ 'ਚ ਇੱਕ ਉੱਥੇ ਬੀਜੇਪੀ ਦਾ ਸਿਰ ਫਿਰਿਆ ਸੀਗਾ, ਕਹਿੰਦਾ ਟਿਵਾਣਾ ਅੱਧਾ ਘੰਟਾ ਆਉਂਦਾ ਤਹਿਲਕਾ ਤੇ ਰੇਡੀਓ ਤੇ, ਕਹਿੰਦਾ ਉਹ ਰਾਇਤਾ ਡੋਲ ਕੇ ਚਲਿਆ ਜਾਂਦਾ। ਪਰ ਮੈਂ ਰਾਇਤਾ ਨਹੀਂ ਡੋਲਦਾ, ਮੈਂ ਸਪਸ਼ਟ ਕਹਿਣਾ ਕਿ ਕਿਹਨੇ ਕਿੱਥੇ ਕੀ ਕੀਤਾ। ਜੇ ਪੰਜਾਬ 'ਚ ਵੀ ਹਿੰਦੂਆਂ ਨਾਲ ਧੱਕਾ ਹੁੰਦਾ, ਉੱਥੇ ਵੀ ਅਸੀਂ ਬੋਲੀਦਾ ਕਿ 750 ਕਸ਼ਮੀਰੀ ਪੰਡਤਾਂ ਦਾ ਕਤਲ ਹੋਇਆ, ਜਸਟਿਸ JS ਖੇਰ ਨੇ ਪਟੀਸ਼ਨ ਨਹੀਂ ਸੁਣੀ ਕਿ ਲੇਟ ਆਇਓ। ਤੁਹਾਡਾ ਗੋਦੀ ਮੀਡੀਆ ਨੇ ਕਦੇ ਖਬਰ ਨਹੀਂ ਲਾਈ ਉਹਦੀ। ਦਿੱਲੀ 'ਚ ਜਿਹੜਾ ਹੋਇਆ ਪਰਮਵੀਰ ਜੀ, ਇਹ ਹੋਇਆ ਕਿ ਉੱਥੇ ਜੰਤਰ ਮੰਤਰ ਤੇ ਪ੍ਰਦਰਸ਼ਨ ਦੇ ਦੌਰਾਨ ਮੁਸਲਮਾਨਾਂ ਦੇ ਖਿਲਾਫ ਨਾਅਰੇਬਾਜ਼ੀ ਕਰਨ ਦੇ ਮਾਮਲੇ 'ਚ ਭਾਜਪਾ ਦੇ ਸਾਬਕਾ ਬੁਲਾਰੇ ਤੇ ਪੇਸ਼ੇ ਵਜੋਂ ਵਕੀਲ ਨੇ ਜਨਾਬ ਅਸ਼ਵਨੀ ਉਪਾਧਿਆਏ ਪੰਡਤ ਜੀ, ਉਹਨਾਂ ਸਮੇਤ 6 ਲੋਕ ਗ੍ਰਿਫਤਾਰ ਹੋਏ ਨੇ। ਇਹ ਜਾਣਕਾਰੀ ਦਿੱਲੀ ਪੁਲਿਸ ਦੇ ਡਿਪਟੀ ਕਮਿਸ਼ਨਰ ਦੀਪਕ ਯਾਦਵ ਨੇ ਦਿੱਤੀ ਹੈ ਕਿ ਬੜੌਦਾ ਬੈਂਕ ਦੇ ਨੇੜੇ ਇੱਕ ਪ੍ਰੋਗਰਾਮ ਦੇ ਦੌਰਾਨ ਇਸ ਭੜਕਾਊ ਭੀੜ ਨੇ ਨਾਅਰੇਬਾਜ਼ੀ ਕੀਤੀ। ਕਨਾਟ ਪੁਲਿਸ ਥਾਣੇ ਨੇ ਪਰਚਾ ਦਰਜ ਕੀਤਾ। ਗ੍ਰਿਫਤਾਰ ਵਿਅਕਤੀਆਂ ਦੀ ਪਹਿਚਾਣ ਅਸ਼ਵਨੀ ਉਪਾਧਿਆਏ, ਪ੍ਰੀਤ ਸਿੰਘ, ਦੀਪਕ ਸਿੰਘ, ਦੀਪਕ ਕੁਮਾਰ ਤੇ ਵਿਨੋਦ ਸ਼ਰਮਾ ਤੇ ਬਨੀਤ ਵਾਜਪਾਈ ਵਜੋਂ ਹੋਈ ਹੈ। ਸੋ ਇਹ ਲੋਕ ਨੇ ਜਿਨ੍ਹਾਂ ਨੇ ਮੁਸਲਮਾਨਾਂ ਨੂੰ ਟਾਰਗੇਟ ਕੀਤਾ। ਫਿਰ ਮੁਸਲਮਾਨਾਂ ਨੂੰ ਵੀ ਇਹ ਰਾਈਟ ਬਣਦਾ ਹੈ ਕਿ ਉਹ ਵੀ ਤੁਹਾਡੇ ਖਿਲਾਫ ਜਿੱਥੇ ਉਹਨਾਂ ਦਾ ਜ਼ੋਰ ਲੱਗੇ ਉਹ ਵੀ ਕਰਨ। ਜਦੋਂ ਤੁਸੀਂ ਇੱਕ ਕਮਿਊਨਿਟੀ ਵਿਸ਼ੇਸ਼ ਦੇ ਖਿਲਾਫ ਜੰਤਰ ਮੰਤਰ ਤੇ ਭੜਕਾਊ ਨਾਅਰੇ ਲਾਉਂਦੇ ਹੋ, ਫਿਰ ਤੁਹਾਡੇ ਕਿਹੜੇ ਮਾਸੜ ਦਾ ਰਾਜ ਆ ਵੀ ਤੁਸੀਂ ਉਹ ਨਾਅਰੇ ਲਾਓਗੇ? ਜਿੱਥੇ ਯੂਪੀ 'ਚ ਉਹਨਾਂ ਦਾ ਸਿੱਕਾ ਚੱਲੇਗਾ ਉਹ ਵੀ ਲਾਉਣਗੇ। ਦੇਸ਼ ਜਾ ਕਿਸ ਪਾਸੇ ਨੂੰ ਰਿਹਾ? ਹੁਣ ਜਿੰਨੀਆਂ 올림픽 ਦੇ ਵਿੱਚੋਂ ਮੈਡਲ ਆਏ ਨੇ, ਉਹਨਾਂ ਦੇ ਵਿੱਚੋਂ ਕਿੰਨੇ ਸਾਰੇ ਖਿਡਾਰੀਆਂ ਦੇ ਕੋਚ ਵੀ ਤਾਂ ਮੁਸਲਿਮ ਨੇ। ਅਬਦੁਲ ਹਮੀਦ ਵਰਗਿਆਂ ਨੇ ਹਿੱਕਾਂ ਡਾਹੀਆਂ, ਪਾਕਿਸਤਾਨ ਦੇ ਟੈਂਕ ਭੰਨੇ ਨੇ। ਰਹਿਮਤ ਅਲੀ ਵਜੀਦ ਕੇ ਜਾਂ ਹੋਰ ਕਿੰਨੇ ਲੋਕਾਂ ਨੇ ਦੇਸ਼ ਨੂੰ ਆ ਜਿਹੜਾ ਇੱਕ ਪਰਮਾਣੂ ਸ਼ਕਤੀ ਬਣਾਇਆ, ਸਪੇਸ ਦੇ ਵਿੱਚ ਕਿੱਡਾ ਕੰਮ ਕੀਤਾ। ਅਬਦੁਲ ਕਲਾਮ ਸਾਹਿਬ ਵਰਗੇ ਨੇ, ਉਹ ਵੀ ਤਾਂ ਮੁਸਲਿਮ ਨੇ। ਆ ਤੁਹਾਡੀ ਵਜ਼ਾਰਤ ਦੇ ਵਿੱਚ 2-3 ਫੀਲੇ ਹੈਗੇ ਬੀਜੇਪੀ ਦੇ, ਨਕਵੀ ਹੋ ਰਹੀ, ਕੱਢ ਦਿਓ ਫਿਰ ਉਹਨਾਂ ਨੂੰ ਜੇ ਤੁਹਾਨੂੰ ਲੱਗਦਾ ਕਿ ਮੁਸਲਮਾਨ ਸਾਰੇ ਮਾੜੇ ਨੇ। ਸੋ ਇਹ ਨਫ਼ਰਤ ਫੈਲਾਉਣ ਦਾ ਜੇ ਤੁਹਾਡੇ ਨਾਂ ਨਾਲ ਉਪਾਧਿਆ ਲੱਗ ਗਿਆ, ਸ਼ਰਮਾ ਲੱਗ ਗਿਆ, ਤੁਸੀਂ ਦੁੱਧ ਧੋਤੇ ਨਹੀਂ ਹੋਗੇ। ਆ ਗੁਪਤਿਆਂ ਦੀ ਕੁੜੀ ਸੀਗੀ ਮਾਧੁਰੀ ਗੁਪਤਾ, ਆਪਣੇ ਪਾਕਿਸਤਾਨੀ ਯਾਰਾਂ ਨੂੰ ਸਾਰੀ CID ਦਿੰਦੀ ਫੜੀ ਗਈ ਸੀ। ਐਸੇ ਦਿੱਲੀ ਅਦਾਲਤ ਦੇ ਵਿੱਚ 3 ਸਾਲ ਦੀ ਸਜ਼ਾ ਹੋਈ ਸੀ। ਦੇਸ਼ ਦੀਆਂ ਗੁਪਤ ਸੂਚਨਾਵਾਂ ਇਸ ਗੁਪਤਿਆਂ ਦੀ ਬੀਬੀ ਨੇ ਜੋ ਵਿਦੇਸ਼ ਪਾਕਿਸਤਾਨ ਨੂੰ ਦਿੱਤੀਆਂ ਸੀ, ਕੀ ਉਹ ਦੇਸ਼ ਵਿਰੋਧੀ ਨਹੀਂ ਸੀ? ਉਹਦੇ ਬਾਰੇ ਤਾਂ ਖਬਰ ਨਹੀਂ।
जे कोई दूजा करे तो यह देश विरोधी है, हरामजादा। हरामजादी तो यह भी सीगी माधुरी गुप्ता, कि वह हरामजादी नहीं सी जिन्हें अपने यार हंडाए नाले इज्जत रलाई ते नाले पाकिस्तान नूं गुप्त दस्तावेज दिते? उत्थे चुप। जी सुरेंद्र जी कंटिन्यू प्लीज। इस साल का सवाल सी, सवाल जायज सीगा कि जिथे किसानां नूं 200 तो वध इकट्ठे होण दी इजाजत नहीं है, वो भी 9 तरीक तक दिती गई, अगले 4 दिन की इजाजत नहीं दिती गई। कहंदे नहीं जी अगे आजादी दिवस आ रहा, असीं तैयारी करनी आ, इस करके इस तो वध दी तुहानूं इजाजत नहीं दिती जा सकती। यानी कि वो मैनू नहीं पता किहड़े बंब लैके चले सी नाल किसान तक जिहदा आजादी दिवस नूं जिहड़ा सी ओह खतरा हो चलिया सीगा। ठीक है, उन्हां नूं 9 तो बाद दी इजाजत नहीं दिती गई। पर जिहड़ा हड़दुंग इन्हां ने मचाया इस लुंग लाणे ने, फिर जदों देखिया कि हत्थों निकलदी आ गेम, ते फिर हुण जिहड़े 5-7 जणे उन्हां ते परचा दर्ज कर दिता। परचा दर्ज करके की होना, किहड़ा फांसी लग जानी है। हीरो बना दिते, हीरो बना दिते। मुड़ के इन्हां नूं फिर ਜਿਹੜੇ ਨੇ ਉਹ ਜਿਵੇਂ ਮਿਸ਼ਰਾ ਆ ਥੋੜੀ ਅੱਗ ਉਗਲਦਾ ਉਹ ਹੀਰੋ ਬਣਾ ਦਿੱਤੇ। ਮੋਦੀ ਸਾਹਿਬ ਵੀ ਤਾਂ ਇਹਨਾਂ ਦੰਗਿਆਂ ਚੋਂ ਹੀ ਨਿਕਲ ਕੇ ਆਏ ਹੋਏ ਸੀਐਮ ਨੇ, ਉੱਥੇ ਵੀ ਤਾਂ ਇਹੀ ਕੁਛ ਕਰਦੇ ਨੇ। ਅਮਿਤ ਸ਼ਾਹ ਬ੍ਰਿਗੇਡ ਸਾਰੀ ਹੈ ਹੀ ਇਦਾਂ ਦੀ ਹੈ। ਇੱਕ ਉਹ ਇਹਨਾਂ ਦਾ ਹਰਵਿੰਦਰ ਹੈ ਜਿਹਨੇ ਭਗਤ ਸਿੰਘ ਸੈਨਾ ਬਣਾਈ ਹੋਈ ਹੈ। ਸੋ ਇਸ ਤਰ੍ਹਾਂ ਦੇ ਸਿਰ ਫਿਰੇ ਨੇ ਲੋਕ ਜਿਹੜੇ ਇਸ ਤਰ੍ਹਾਂ ਦੀਆਂ ਕਿਸੇ ਮਜ਼ਹਬ ਜਾਤ ਦੇ ਖਿਲਾਫ ਟਿੱਪਣੀਆਂ ਕਰਕੇ ਹੀਰੋ ਬਣਦੇ ਨੇ ਜੀ। नहीं बिल्कुल पता गल की है, देखो आप शुरुआत इत्थों की सी कि जिहड़ी सत्ताधारी तेरा मीडिया सारे दा सारा ओदी गोदी च आ। ठीक है, जो इंस्ट्रक्शनां उत्थों आउंदियां ने किहड़ा मुद्दा चकना किहड़ा नहीं चकना, उहदे इलावा कोई मुद्दा चक्या ही नहीं जाता। प्राइम मिनिस्टर बनदा ओहदे मगर इर्द गिर्द जिहड़ी एडवाइजरां दी फौज हुंदी आ, उत्थों इंस्ट्रक्शनां मिलदियां ने कि मीडिया नूं कंट्रोल किद्दां करना। जो मिलदियां ने उस हिसाब नाल मीडिया कंट्रोल हुंदा। स्टेट च आ जाओ, जिहड़ा मुख मंत्री आ उहदे इर्द गिर्द कौन आ, जिहड़ा मीडिया एडवाइजर आ, उहदे तो इंस्ट्रक्शनां मिलदियां ने, उहनूं मुख रख के ही न्यूज़ बनदी आ। कोई हिम्मत वाला ही विरला वांझा होएगा जिहड़ा सरकार दे पोतड़े फोड़ देवे, ते फिर जिहड़ा कुछ उहनूं सहना पैंदा ओह उहनूं ही पता। कहना बहुत सौखा, सरकार दे नाल मत्था लाउणा किते सौखी गल नहीं। पर हुण इत्थे समस्या की है कि जदों गल बाहर उठेगी नहीं, की कीता गया की नहीं कीता गया, लोकां तक किद्दां पहुंचेगी। ते चल सोशल मीडिया ठीक आ, कई बार शोषण भी बहुत करदा, पर इहदे राहीं गल आ ओह किते ना किते जिहड़ी ओह आ जांदी आ। ठीक है, हुण तुसीं एक धर्म दे विरुद्ध शरेआम उस जंतर मंतर ते खड़ के एक करतूत कर रहे हो, ते जे करतूत कर रहे हो, ते जे कल नूं तुहाडीआं करतूतां जिहड़ियां ओह नंगियां होणगीआं, ते फिर ओह देशद्रोही हो गए, फिर ओह गवांढी देश दे एजेंट हो गए, फिर उस देश दे आतंकवाद नूं ओह शह दिंदे हो गए, फिर ओह सारा कुछ गिणिया जाना। ते जिहड़ियां करतूतां तुसीं करदे हो ओह करतूतां नहीं, ओह देश भगती हो गई। जिहड़े भांबड़ तुहाडे अंदर मचे होए आ, जिहड़ी तुसीं सारे देश नूं अग ला रहे हो, ओह की आ? ਉਹ ਦੇਸ਼ ਭਗਤੀ ਹੈ ਸਾਰੀ। ਦੇਸ਼ ਨੂੰ ਲੈ ਕੇ ਚੱਲੇ ਹੋ ਤੇ ਕਿੱਥੇ ਚੱਲੇ ਹੋ? ਸਾਰੇ ਦਾ ਸਾਰਾ ਨਿਗਲ ਚੱਲੇ ਹੋ, ਛੱਡਿਆ ਕੱਖ ਨਹੀਂ। ਜਿਹੜਾ ਰਹਿੰਦ ਖੂੰਦ ਬਚਿਆ ਉਹਨੂੰ ਵੀ ਨਿਗਲਦੇ ਜਾ ਰਹੇ ਹੋ। ਕਿੱਡੇ ਕੋ ਅਗਜਰ ਹੋ। ਕਿਤੇ ਨਾ ਕਿਤੇ ਆ ਕੇ ਹਰ ਵਿਅਕਤੀ ਜਿਹੜਾ ਭਾਵੇਂ ਉਹ ਜਾਨਵਰ ਆ ਚਾਹੇ ਉਹ ਮਨੁੱਖ ਆ, ਸਾਰਿਆਂ 'ਚ ਇੱਕ ਆ ਕੋ ਜਿਹੜਾ ਮੋਟਾ ਮੋਟਾ ਉਹ ਖਾ ਕੇ ਬਾਕੀ ਤਾਂ ਛੱਡ ਜਾਂਦਾ। ਇਹ ਤਾਂ ਹੁਣ ਗੱਲ ਤੇ ਆ ਕਿ ਇੱਕ ਵੱਡੇ ਤੇ ਸਫਾਇਆ ਹੀ ਕਰਦੇ ਤੁਰੇ ਆ ਰਿਹਾ ਵੀ ਜੋ ਸਾਹਮਣੇ ਆਉਂਦਾ ਨਿਗਲਦੇ ਤੁਰੇ ਚੱਲੋ, ਬਸ ਛੱਡਣਾ ਹੀ ਕੱਖ ਨਹੀਂ, ਸਫਾਈ ਕਰਦੇ ਤੁਰੇ ਚੱਲੋ ਤੇ ਪਿੱਛੇ ਗੰਦ ਵੀ ਪਾਉਂਦੇ ਤੁਰੇ ਚੱਲੋ ਜਿੰਨਾ ਕੋ ਪਾ ਸਕਦੇ ਹੋ। ਫਿਰ ਕਹਿੰਦੇ ਦੇਸ਼ ਭਗਤ। ਕਾਹਦੀ ਦੇਸ਼ ਭਗਤੀ ਆ? ਪੂਰੇ ਦੇ ਪੂਰੇ ਦੇਸ਼ ਨੂੰ ਤੁਸੀਂ ਕਿਸ ਕੰਗਾਰ ਤੇ ਲਿਆ ਕੇ ਖੜਾ ਕੀਤਾ? ਫਿਰਕਾ ਪ੍ਰਸਤੀ ਕਿਹੜੇ ਲੈਵਲ ਤੇ ਲੈ ਕੇ ਗਏ ਹੋ? गल पिछलियां सरकारां ते जाओ, पिछलियां सरकारां ने बहुत कुछ किया, पर तुसी तां हद्दां बन्ने टप के बहुत ही अगे लंघ गए। ठीक है ना, तुहाडा तां काम मरासियां वाला होया। कहंदा जी भी किन्नियां पढ़िया? कहंदा मैं 16 पढ़िया। कहंदा उम्र किन्नी आ? कहंदा 12 साल। कहंदा समझ नहीं आउंदी किन्ने साल दा लग्या सी? कहंदा 6 सालां दा लग्या सी पढ़न। कहंदा फिर 6 सालां दा ते उम्र तेरी 12 साल, पढ़ 16 गया, ये किद्दां पढ़िया? ये तो दस दे। बदल ये पढ़दियां ਜਿਹੜੀਆਂ ਔਖੀਆਂ ਸੀ, ਇਹ ਤਾਂ ਬੜੀਆਂ ਸੌਖੀਆਂ ਸੀ।
ਕਹਿੰਦਾ ਆਪਾਂ ਕੀ ਕੀਤਾ, ਹਰ ਕਲਾਸ ਦੀਆਂ ਕਿਤਾਬਾਂ ਲਈਆਂ, ਉਹਦੀ ਢੇਰੀ ਲਾਈ, ਕਹਿੰਦਾ ਬਸ ਇੱਕ ਤੋਂ ਛਾਲ ਮਾਰੀ ਦੂਜੀ ਦੇ ਉੱਪਰ ਦੀ, ਦੂਜੀ ਤੋਂ ਮਾਰੀ ਤੀਜੀ, ਤੀਜੀ ਤੇ ਚੌਥੀ, ਕਹਿੰਦਾ ਸਾਰੀਆਂ ਉੱਪਰ ਦੀ ਛਾਲ ਮਾਰ ਗਏ, ਸਾਰੀਆਂ ਪੜ੍ਹ ਲਈਆਂ। ਮੋਦੀ ਸਾਹਿਬ ਵਾਂਗੂ ਇਹ ਲੱਛਣ, ਹਾਂ ਇਹ ਲੱਛਣ ਤਾਂ ਨਹੀਂ, ਸਾਰੀ ਜਾਲੀ ਡਿਗਰੀਆਂ ਵਾਲਾ ਟੋਲਾ ਹੀ ਸਾਰਾ ਲੋਂਗਲਾਣਾ ਹੀ ਇੱਥੇ ਇਕੱਠਾ ਹੋਇਆ। ਉਹ ਸਿਮਰਤੀ ਇਰਾਨੀ ਵੇਖ ਲਓ, ਸਾਸ ਵੀ ਕਭੀ ਬਹੂ ਵਾਲੀ। ਪਰ ਹੁਣ ਇਹ ਹੈ ਕਿ ਜਾਲੀ ਡਿਗਰੀਆਂ ਜਾਂ ਕਲਾਸਾਂ 'ਚੋਂ ਜਿਹੜੇ ਨਲਾਇਕ ਸੀਗੇ ਉਹ ਤਾਂ ਬਣ ਗਏ ਨੇਤਾ। ਹੁਣ ਇਹਨਾਂ ਦੀ ਬਾਂਹ ਬੇਲਣੇ 'ਚ ਤਾਂ ਆਈ ਹੈ। ਇਹ ਵੀ ਪਹਿਲੀ ਵਾਰੀ ਹੋਇਆ ਕਿ ਰਾਜ ਸਭਾ ਦੇ ਵਿੱਚ ਬੈਠੇ ਮੋਦੀ ਸਾਹਿਬ ਨਾਲ ਲਿਸਟ ਮੰਗੀ ਹੈ ਉਹਨਾਂ ਨੇ। ਕਹਿੰਦੇ ਰਾਜ ਸਭਾ ਦੇ ਵਿੱਚ ਜਿਹੜੇ ਭਾਜਪਾ ਦੇ ਗੈਰ ਹਾਜ਼ਰ ਮੈਂਬਰ ਨੇ ਨਾ, ਉਹਨਾਂ ਦੀ ਸੂਚੀ ਦਿਓ। ਫੋਟੋ ਜਨਤਕ ਹੋਈ ਹੈ ਕਿ ਮੋਦੀ ਸਾਹਿਬ ਉਹਨਾਂ ਗੈਰ ਹਾਜ਼ਰ ਭਾਜਪਾਈਆਂ ਦੀ ਸੂਚੀ ਪੜ੍ਹ ਰਹੇ ਨੇ, ਕਿਉਂਕਿ ਵਿਪ ਜਾਰੀ ਕੀਤਾ ਸੀ ਕਿ ਹਰ ਹਾਲਤ ਦੇ ਵਿੱਚ 10, 11 ਤੇ 12 ਤਰੀਕ ਨੂੰ ਭਾਜਪਾ ਦੇ ਸਾਰੇ ਮੈਂਬਰ ਰਾਜ ਸਭਾ ਦੇ ਵਿੱਚ ਹਾਜ਼ਰ ਰਹਿਣ। ਡਰਦੇ ਨੇ ਹੁਣ ਉੱਥੇ ਇਕੱਠ ਦਿਖਾਉਂਦੇ ਨੇ ਜਾਂ ਬਹੁਮਤ ਨਹੀਂ ਹੈ, ਪਰ ਫਿਰ ਵੀ ਕਈ ਭਾਜਪਾਈ ਨਹੀਂ ਆਏ। ਸੋ ਮੋਦੀ ਸਾਹਿਬ ਨੇ ਉਹਦੀ ਸੂਚੀ ਮੰਗੀ ਤੇ ਮੀਡੀਆ ਦੇ ਵਿੱਚ ਉਹ ਸੂਚੀ ਪੜ੍ਹਦਿਆਂ ਦੀ ਫੋਟੋ ਜਾਰੀ ਹੋਈ ਹੈ ਕਿ ਕਿਹੜੇ ਕਿਹੜੇ ਗੈਰ ਹਾਜ਼ਰ ਨੇ। ਮਸਲਨ ਉਹੀ ਕਿ ਨੂੰਹੇ ਧੀਏ ਕੰਮ ਕਰ ਤੇ ਨੂੰਹੇ ਕੰਨ ਕਰ। ਅੰਦਰੋਂ ਅੰਦਰੀ ਡਰੇ ਤਾਂ ਹੋਏ ਨੇ ਜਿਹੜੇ ਇਸ ਤਰ੍ਹਾਂ ਦੀਆਂ ਸੂਚੀਆਂ ਮੰਗਾ ਕੇ ਜਨਤਕ ਤੌਰ ਤੇ ਪਾਰਲੀਮੈਂਟ 'ਚ ਬੈਠੇ ਪੜ੍ਹਦੇ ਨੇ ਤੇ ਫਿਰ ਉਹਨਾਂ ਹੀ ਸੂਚੀਆਂ ਨੂੰ ਹੈ ਜਿਹੜਾ ਦਿਖਾਇਆ ਜਾ ਰਿਹਾ ਕਿ ਪ੍ਰਧਾਨ ਮੰਤਰੀ ਸੂਚੀ ਚੈੱਕ ਕਰ ਰਹੇ ਨੇ। ਅੱਜ ਤੁਸੀਂ ਵੇਖੋ ਕਿ ਹਰ ਬੀਜੇਪੀ ਦਾ ਨੇਤਾ ਭਾਵੇਂ ਉਹ ਕਿਵੇਂ ਆਵੇ, ਪੱਟੀ ਬੰਨ੍ਹ ਕੇ ਆਵੇ ਜਾਂ ਟੀਕਾ ਲੋਦਾ ਲਵਾ ਕੇ ਆਵੇ, ਭੱਜਿਆ ਆਊਗਾ, ਭਾਵੇਂ ਕਾਲਾ ਮਾਲ ਖਾ ਕੇ ਆਵੇ ਕਿ ਮੋਦੀ ਸਾਹਿਬ ਨੇ ਘੁਰਕੀ ਲੈ ਕੇ ਪੈਣਾ। ਅੰਦਰੋਂ ਅੰਦਰੀ ਡਰੇ ਹੋਏ ਤਾਂ ਹੈਗੇ ਨੇ, ਕੋਈ ਦੋ ਰਾਵਾ ਨਹੀਂ ਹੈ ਜੀ। ਨਹੀਂ ਬਿਲਕੁਲ, ਮੈਂ ਦੱਸਦਾ ਕਿ ਜਦੋਂ ਮੇਰੇ ਕੋਲ ਪੂਰੀ ਡਿਟੇਲ ਪਈ ਆ, ਜੇ ਇੱਕ ਅੱਧੇ ਮਿੰਟ 'ਚ ਮੇਰੇ ਸਾਹਮਣੇ ਹੋਈ ਤਾਂ ਮੈਂ ਉਹ ਤੁਹਾਨੂੰ ਨਸ਼ਰ ਵੀ ਕਰ ਦਿਆਂਗਾ। ਜਿਸ ਵੇਲੇ ਇਹਨਾਂ ਨੇ ਖੇਤੀ ਕਾਨੂੰਨ ਤਿੰਨੇ ਲੈ ਕੇ ਆਏ ਸੀ, ਇਹਨਾਂ ਨੂੰ ਪਤਾ ਸੀ ਲੋਕ ਸਭਾ 'ਚ ਤਾਂ ਪਾਸ ਹੋ ਜਾਣੇ, ਰਾਜ ਸਭਾ 'ਚ ਪਾਸ ਨਹੀਂ ਹੋਣੇ। ਇਹਨਾਂ ਨੇ ਦੋ ਪਾਰਟੀਆਂ ਜਿਹੜੀਆਂ ਉਹਨਾਂ ਨੂੰ ਪੱਟ ਲਿਆ ਸੀ। ਉਹ 'ਚ ਸਮਾਜਵਾਦੀ ਪਾਰਟੀ ਸੀ, ਤਿੰਨਾਂ ਪਾਰਟੀਆਂ ਦੇ ਲੀਡਰ ਜਿਹੜੇ ਸੀਗੇ ਉਹ ਪੱਟ ਲਏ ਸੀਗੇ। ਉਹਨਾਂ ਨੂੰ ਕੀ ਕੀਤਾ ਸੀਗਾ ਕਿ ਉਸ ਵੇਲੇ ਇਹਨਾਂ ਨੂੰ ਪਤਾ ਸੀ ਕਿ ਵਿਪ ਇਹਨਾਂ ਜਾਰੀ ਕਰਨਾ, ਜਿਹਨੇ ਵਿਪ ਜਾਰੀ ਕਰਨਾ ਸੀ ਉਹਨੂੰ ਹੀ ਮੌਕੇ ਤੇ ਪੱਟ ਲਿਆ। ਠੀਕ ਹੈ, ਰਾਤੋਂ ਰਾਤ ਉਹਦੇ ਐਸੀ ਗੇਮ ਖੇਡੀ ਕਿ ਦਿਨ ਚੜ੍ਹਦੇ ਤੱਕ ਰਾਜ ਸਭਾ 'ਚ ਜਾਣ ਤੋਂ ਪਹਿਲਾਂ ਉਹਨੇ ਕਹਿ ਦਿੱਤਾ ਕਿ ਮੈਂ ਰਾਜ ਸਭਾ ਤੋਂ ਅਸਤੀਫਾ ਦਿੱਤਾ। ਉਹ ਅਸਤੀਫਾ ਦੇ ਗਏ। ਜਿਹੜਾ ਉਪ ਸਭਾਪਤੀ ਸੀ ਉਹਨੇ ਕਿਹਾ ਕਿ ਮੈਂ ਇਹਨਾਂ ਦਾ ਅਸਤੀਫਾ ਮਨਜ਼ੂਰ ਕਰਦਾ। ਪਾਰਟੀਆਂ ਤਿੰਨੋਂ 605 'ਚ ਪੈ ਗਈਆਂ। ਵਿਪ ਜਾਰੀ ਨਹੀਂ ਹੋਇਆ। ਇਹਨਾਂ ਨੇ ਲਿਆਂਦਾ ਮਤਾ, ਆਪਣਾ ਬਿੱਲ ਲਿਆਂਦੇ ਤਿੰਨੇ ਲਿਆ ਕੇ ਤੇ ਉਹਨਾਂ ਨੂੰ ਕਾਨੂੰਨ ਬਣਾ ਗਏ। ਕਿਉਂਕਿ ਮੈਂ ਉਹ ਕਿਤੇ ਸਾਂਭਿਆ ਸੀਗਾ, ਇਸ ਵਕਤ ਮੇਰੇ ਸਾਹਮਣੇ ਨਹੀਂ ਉਹ ਪਿਆ ਹੁੰਦਾ ਤਾਂ ਮੈਂ ਉਹ ਤਿੰਨਾਂ ਦੇ ਨਾਂ ਜਿਹੜੇ ਸੀ ਉਹ ਨਸ਼ਰ ਕਰ ਦਿੰਦੇ। ਠੀਕ ਹੈ, ਯਾਨੀ ਕਿ ਏਡਾ ਉਸ ਵੇਲੇ ਅਡੰਬਰ ਰਚਿਆ ਗਿਆ। ਅਡੰਬਰ ਰਚ ਕੇ ਏਦਾਂ ਦੀ ਗੇਮ ਖੇਡੀ ਗਈ ਕਿ ਜਿਹਦਾ ਕੋਈ ਅੰਤ ਨਹੀਂ ਹੈ। ਔਰ ਕੇਸ ਬੰਨੇ ਨੂੰ ਪੂਰੇ ਦੇਸ਼ ਨੂੰ ਲੈ ਕੇ ਗਏ। ਔਰ ਉਹ ਤਿੰਨੇ ਫਿਰ ਵੱਡੀ ਗੱਲ ਕਿ ਜਿਹੜਾ ਉਸ ਵੇਲੇ ਮੇਰਾ ਖਿਆਲ ਸ਼ਾਇਦ ਕਾਂਗਰਸ ਦਾ ਸੀਗਾ ਜਿਹੜਾ ਉਹਦੇ 'ਚ ਰਾਜ ਸਭਾ ਦੇ ਵਿੱਚ ਸੀ ਉਸ ਵੇਲੇ, ਤੇ ਉਸ ਬੰਦੇ ਨੂੰ ਵੀ ਇਹਨਾਂ ਨੇ ਬਾਅਦ ਦੇ ਵਿੱਚ ਆਪਦੀ ਪਾਰਟੀ ਵੱਲੋਂ ਜਿਹੜਾ ਸੀਗਾ ਉਹ ਰਾਜ ਸਭਾ 'ਚ ਲੈ ਜਾਂਦਾ। ਔਰ ਆਸਾਮ ਤੋਂ ਸੀ ਸ਼ਾਇਦ ਮੇ ਵੀ ਉਹ, ਔਰ ਉਹ ਮੇਰੇ ਖਿਆਲ ਤਿੰਨ ਕੁ ਟਰਮਾਂ ਲਗਾਤਾਰ ਕਾਂਗਰਸ ਵੱਲੋਂ ਜਿਹੜਾ ਸੀ ਰਾਜ ਸਭਾ ਦਾ ਮੈਂਬਰ ਰਿਹਾ ਸੀਗਾ ਉਸ ਵੇਲੇ। ਕਿਉਂਕਿ ਉਹ ਵਿਪ ਉਹਨੇ ਜਾਰੀ ਕਰਨਾ ਸੀ, ਉਹਨੂੰ ਪੱਟ ਲਿਆ ਰਾਤੋਂ ਰਾਤ ਪ੍ਰੈਸ਼ਰ ਪਾ ਕੇ, ਫਿਰ ਬੰਦਾ ਬਣ ਜਾ ਨਹੀਂ ਤੇ ਦੇਖ ਲਈ। ਠੀਕ ਹੈ, ਉਹਨੂੰ ਘੁਰਕੀ ਵੀ ਦਿਖਾਈ, ਬੁਰਕੀ ਵੀ ਦਿਖਾਈ, ਤੇ ਉਹਨੇ ਚੁੱਪ ਕਰਕੇ ਜਿਹੜਾ ਸੀਗਾ ਇਹਨਾਂ ਦੇ ਮੋਰੇ ਸਰੈਂਡਰ ਕਰ ਦਿੱਤਾ। ਨਾ ਵਿਪ ਜਾਰੀ ਹੋਇਆ ਨਾ ਕੁਛ ਹੋਇਆ, ਤੇ ਚੁੱਪ ਕਰਕੇ ਆਪਦਾ ਜਿਹੜਾ ਸੀ ਲਾਲਾ ਕਰਕੇ ਬਿੱਲ ਪਾਸ ਕਰਾ ਕੇ ਗਾਹ ਨਿਕਲ ਗਏ ਤੇ ਆਪੋਜੀਸ਼ਨ ਸਾਰੀ ਖੰਡਾਤੀ। ਇਹਦੇ ਕੰਮ ਨੇ, ਵਪਾਰੀਆਂ ਵਾਲੇ ਇਹਨਾਂ ਦੇ ਕੰਮ ਨੇ ਕਿ ਇੱਕ ਵਾਰੀ ਵਪਾਰ ਕੀਤਾ, ਜੇ ਜਿਹਦੇ ਤੋਂ ਮਾਲ ਚੱਕਣਾ ਚੱਕ ਲਿਆ, ਮੁੜ ਕੇ ਮਾਲ ਵਾਲਾ ਮਗਰ ਆ, ਮਾਲ ਵਾਲੇ ਕੋਲ ਐਡਰੈਸ ਹੀ ਨਹੀਂ ਕਿ ਵਪਾਰੀ ਕਿਹੜਾ ਸਮਾਨ ਲੈ ਗਿਆ, ਕਿੱਥੇ ਗਿਆ, ਕਿੱਧਰ ਨਹੀਂ ਗਿਆ। ਜੇ ਆਉਂਦਾ ਅੱਗੇ ਉਹ ਜਿਹੜੇ ਆ ਉਹਦੇ ਜੁੱਤੀਆਂ ਪੈਂਦੀਆਂ ਨੇ, ਭਜਾ ਦਿੰਦੇ ਆ। ਉਹ ਕਹਿੰਦਾ ਮੈਂ ਤਾਂ ਮਾਲ ਦਿੱਤਾ ਸੀ, ਮੈਨੂੰ ਪੈਸੇ ਦੇ ਦਿਓ। ਕਹਿੰਦੇ ਤੁਹਾਨੂੰ ਪਤਾ ਹੀ ਨਹੀਂ, ਜਿਹੜੇ ਵਪਾਰੀ ਇਹਨਾਂ ਨੇ ਤਾਂ ਅੱਜ ਤੱਕ ਦਿੱਤੀ ਕਿਸੇ ਨੂੰ ਫੁੱਟੀ ਕੌਡੀ ਨਹੀਂ, ਤੂੰ ਕਿੱਥੇ ਆਸ ਰੱਖੀ ਬੈਠਾ। ਇਸ ਕਰਕੇ ਘਰ ਚੱਲ ਜਾ, ਜੇ ਜਾਨ ਚਾਹੀਦੀ ਹੈ ਤਾਂ ਆਪਦੇ ਘਰੇ ਜਾਓ। ਇਹ ਹਾਲਾਤ ਤਾਂ ਪੂਰੇ ਕੰਟਰੀ ਦੀ ਇਹਨਾਂ ਨੇ ਜਿਹੜੀ ਉਹ ਮੌਜੂਦਾ ਸਮੇਂ ਦੇ ਉੱਤੇ ਜਿਹੜੀ ਉਹ ਬਣਾ ਦਿੱਤੀ ਹੋਈ ਆ। ਵੈਸੇ ਜਦੋਂ ਇਹ ਗੱਲ ਕਰਦੇ ਨੇ ਕਿ ਕਿਸਾਨਾਂ ਨਾਲ ਅਸੀਂ ਹਰ ਮੁੱਦੇ ਤੇ ਗੱਲਬਾਤ ਲਈ ਕਰਨ ਨੂੰ ਤਿਆਰ ਹਾਂ, ਜਦੋਂ ਇਹ ਧਿਆਨ ਦਿਵਾਊ ਮਤਾ ਲਿਆਂਦਾ ਗਿਆ ਕਿ ਖੇਤੀ ਮਾਮਲਿਆਂ ਤੇ ਚਰਚਾ ਕਰੋ, ਜੇ ਇਹ ਸੱਚੇ ਸੀ ਤਾਂ ਪਾਰਲੀਮੈਂਟ ਦੇ ਵਿੱਚ
ਜਿਹੜੇ ਨੇ ਵਿਰੋਧੀ ਧਿਰ ਦੇ ਨੇਤਾ ਉਹ ਇਹ ਥੋੜੀ ਕਹਿੰਦੇ ਸੀ ਕਿ ਕਾਨੂੰਨ ਰੱਦ ਕਰੋ, ਉਹ ਕਹਿੰਦੇ ਸੀ ਇਹਦੇ ਤੇ ਬਹਿਸ ਲਿਆਓ, ਜਿਹੜਾ ਅਸੀਂ ਸਵਾਲ ਪੁੱਛਦੇ ਹਾਂ ਉਹਦਾ ਜਵਾਬ ਦਿਓ, ਕਿਉਂਕਿ ਉਹ ਭਾਰਤ ਦੇ ਪਾਰਲੀਮੈਂਟ ਦੇ ਰਿਕਾਰਡ 'ਚ ਦਰਜ ਹੋਵੇ, ਉਹ ਮੀਡੀਆ ਵੇਖੇ ਰਾਜ ਸਭਾ ਦੀ ਕਾਰਵਾਈ ਜੇ ਚੱਲਦੀ ਹੈ। ਹੁਣ ਇਹ ਕਹਿੰਦੇ ਅਸੀਂ ਹਰ ਮੁੱਦੇ ਤੇ ਬਹਿਸ ਕਰਨ ਨੂੰ ਤਿਆਰ ਹਾਂ, ਹਾਲਾਂਕਿ ਕਿਸਾਨਾਂ ਨਾਲ ਜਿਹੜੀ ਡਿਬੇਟ ਹੁੰਦੀ ਹੈ ਉਹ ਜਨਤਕ ਨਹੀਂ ਹੁੰਦੀ। ਵੀ ਇਹਨਾਂ ਲਈ ਇੱਕ ਮੌਕਾ ਮਿਲਣਾ ਸੀ ਕਿ ਜੇ ਤੁਸੀਂ ਸੱਚੇ ਹੋ, ਤੁਸੀਂ ਆਪਣਾ ਪੱਖ ਉੱਥੇ ਰੱਖੋ। ਵਿਰੋਧੀ ਧਿਰ ਥੋੜੀ ਆ ਬਹੁਤੀ ਆ ਉਹ ਗੱਲ ਨਹੀਂ, ਉਹ ਬੋਲਦੇ ਨੇ, ਉਹ ਸਵਾਲ ਪੁੱਛਦੇ ਨੇ, ਤੁਸੀਂ ਉਹਨੂੰ ਡਿਫੈਂਡ ਕਰੋ, ਜਸਟੀਫਾਈ ਕਰੋ ਕਿ ਆਹ ਕਾਨੂੰਨ ਸਹੀ ਹੈ। ਹੁਣ ਚੋਰ ਦੀ ਦਾੜੀ 'ਚ ਤਿਨਕਾ ਬਾਈ ਜੀ, ਜੇ ਸੱਚੇ ਹੋਣ, ਕਾਨੂੰਨ ਸਹੀ ਹੋਣ ਤੇ ਧਿਆਨ ਦਿਵਾਊ ਮਤੇ ਤੇ ਤੁਸੀਂ 8 ਮਿੰਟ 'ਚ ਰੌਲਾ ਪਾ ਕੇ ਕਾਰਵਾਈ ਮੁਲਤਵੀ ਕਰ ਦਿੱਤੀ। ਉਹ ਬਹਿਸ ਦੀ ਮੰਗ ਕਰਦੇ ਨੇ ਕਿ ਬਹਿਸ ਇਹਦੇ ਤੇ ਕਰੋ। ਜੇ ਤੁਹਾਡੇ ਅੱਲੇ ਪੱਲੇ ਕੁਝ ਹੈਗਾ ਕਿ ਕਾਨੂੰਨ ਸਹੀ ਨੇ, ਇੱਥੇ ਵੀ ਕਈ ਬੀਜੇਪੀ ਭਗਤ ਆ ਜਾਣਗੇ, ਬਹੁਤ ਅੱਛਾ ਜੀ ਫਲਾਂ ਜੀ, ਆ ਲੋਕ ਲਹਿਰ ਵਾਲੇ ਵੀ ਕਹਿੰਦੇ ਸੀਗੇ, ਆਪਣਾ ਜੋਹਲ ਸਾਹਿਬ ਵੀਸੀ ਸਾਹਿਬ ਕਹਿੰਦੇ ਨਹੀਂ ਠੀਕ ਹੈ ਜੀ। ਜੇ ਠੀਕ ਹੈ, ਜਿਨ੍ਹਾਂ ਨੇ ਕਾਨੂੰਨ ਬਣਾਏ ਨੇ, ਜਿਨ੍ਹਾਂ ਕੋਲ ਡਾਟਾ ਪਿਆ, ਉਹ ਪਾਰਲੀਮੈਂਟ ਦੇ ਰਿਕਾਰਡ 'ਚ ਦੱਸਣ। ਪੂਰਾ ਦੇਸ਼ ਤੁਹਾਡੀ ਕਾਰਵਾਈ ਨੂੰ ਵੇਖ ਰਿਹਾ, ਰਾਜ ਸਭਾ ਟੈਲੀਵਿਜ਼ਨ ਤੇ, ਲੋਕ ਸਭਾ ਟੈਲੀਵਿਜ਼ਨ ਤੇ। ਤੁਸੀਂ ਉੱਥੇ ਬਹਿਸ 'ਚ ਸਗੋਂ ਵੱਧ ਸਮਾਂ ਦਿਓ ਕਿ ਆਹ ਦੇਖੋ ਜੀ ਪ੍ਰਧਾਨ ਮੰਤਰੀ ਤੇ ਆਪਣੀ ਸਪੀਚ ਦੇਣ, ਉਹ ਸਮਾਪਤੀ ਕਰਨ। ਇੱਕ ਦਿਨ ਲਾ ਕੇ ਤੁਸੀਂ ਇੰਨੇ ਦਿਨ ਨੇ ਤੁਹਾਡੇ ਕੋਲ, ਜੇ ਤੁਸੀਂ ਉਹਦੇ ਤੇ ਸਵਾਲਾਂ ਦੇ ਜਵਾਬ ਦਿਓਗੇ ਤੇ ਵਿਰੋਧੀ ਧਿਰ ਪਾਗਲ ਥੋੜੀ ਹੈ ਕਿ ਤੁਹਾਨੂੰ ਰੋਕੇਗੀ। ਉਹ ਤਾਂ ਕਹਿਣਗੇ ਦੱਸੋ, ਤੁਸੀਂ ਇਹਦਾ ਫਾਇਦਾ ਦੱਸੋ ਤੇ ਅਸੀਂ ਇਹਦਾ ਨੁਕਸਾਨ ਦੱਸਦੇ ਹਾਂ। ਹੁਣ ਪ੍ਰਤਾਪ ਸਿੰਘ ਬਾਜਵਾ ਜਾਂ ਜੈਰਾਮ ਰਮੇਸ਼ ਮੰਨਿਆ ਕਿ ਇੰਟੈਲੈਕਚੁਅਲ ਨੇ, ਪਰ ਤੁਹਾਡੇ ਕੋਲ ਤੇ ਉਸ ਤੋਂ ਵੱਧ ਇੰਟੈਲੈਕਚੁਅਲ ਨੇ, ਤੁਹਾਡੇ ਕੋਲ ਤਾਂ ਡਾਟਾ ਪਿਆ, ਤੁਸੀਂ ਜ਼ਿਆਦਾ ਵੀ, ਉਹ ਬਹੁਮਤ ਦੇ ਵਿੱਚ ਤੁਹਾਡੀ ਸਰਕਾਰ ਹੈ, ਸਪੀਕਰ ਵੀ ਤੁਹਾਡਾ ਉਹ ਕੁਦਰਤੀ ਉਹ ਤੁਹਾਨੂੰ ਜ਼ਿਆਦਾ ਸਮਾਂ ਦੇਗਾ, ਟੋਕੇਗਾ ਨਹੀਂ। ਇਸ ਕਰਕੇ ਜੇ ਕਾਨੂੰਨ ਸਹੀ ਨੇ ਤੇ ਤੁਸੀਂ ਪਾਰਲੀਮੈਂਟ ਦੇ ਵਿੱਚ ਭੱਜਦੇ ਕਿਉਂ ਹੋ, ਤੇ ਤੁਸੀਂ ਪਾਰਲੀਮੈਂਟ ਦੇ ਵਿੱਚ ਭੱਜਦੇ ਕਿਉਂ ਹੋ? ਇਹ ਹੈ ਕਿ ਕਿਸਾਨਾਂ ਨਾਲ ਤਾਂ ਚਲੋ ਇਹ ਕਹਿੰਦੇ ਅਸੀਂ ਗੱਲਬਾਤ ਕਰਨ ਲਈ ਤਿਆਰ ਹਾਂ, ਜਿਸ ਮਰਜ਼ੀ ਮੁੱਦੇ ਤੇ ਕਹਿੰਦੇ ਸਾਡੇ ਤੋਂ ਬਹਿਸ ਕਰ ਲਓ, ਪਰ ਕਾਨੂੰਨ ਰੱਦ ਕਰਨ ਦੀ ਗੱਲ ਨਾ ਮੰਗ ਕਰੋ। ਪਰ ਪਾਰਲੀਮੈਂਟ ਦੇ ਵਿੱਚ ਤਾਂ ਉਹ ਕਹਿੰਦੇ ਨਹੀਂ ਸੀ ਰੱਦ ਕਰੋ, ਉਹ ਕਹਿੰਦੇ ਇਹਦੇ ਤੇ ਬਹਿਸ ਕਰੋ, ਤੁਸੀਂ ਇਹਦੇ ਫਾਇਦੇ ਗਿਣਾਓ ਸਾਨੂੰ। ਸੋ ਜੇ ਉੱਥੇ ਵੀ ਤੁਹਾਡੀ ਔਕਾਤ ਨਹੀਂ ਹੈ, ਉੱਥੇ ਵੀ ਤੁਸੀਂ ਕਿਸੇ ਤਣ ਪੱਤਨ ਖੜਦੇ ਨਹੀਂ। ਬਾਕੀ ਪਾਰਲੀਮੈਂਟ ਦੇ ਬਾਹਰ ਕੀ ਕੁਝ ਵਾਪਰਿਆ, ਹਰਸਿਮਰਤ ਹੋਰੀ ਜਾਂ ਹੋਰ ਇਹ ਵੀ ਬੈਨਰ ਲੈ ਕੇ ਖੜੇ। ਭਗਵੰਤ ਮਾਨ ਨੇ ਵੀ ਆਖਿਆ ਕਿ ਇਹ ਜਿਹੜੇ ਖੇਤੀ ਕਾਨੂੰਨ ਨੇ ਇਹ ਪਛੜੀਆਂ ਸ਼੍ਰੇਣੀਆਂ ਦੇ ਲਈ ਵੀ ਘਾਤਕ ਨੇ, ਤੇ ਇਸ ਕਰਕੇ ਉਹਨਾਂ ਨੇ ਵੀ 11ਵੀਂ ਵਾਰੀ ਕੰਮ ਰੋਕੂ ਮਤਾ ਇਸ ਮਾਮਲੇ 'ਚ ਲੋਕ ਸਭਾ ਦੇ ਵਿੱਚ ਪੇਸ਼ ਕੀਤਾ। 11ਵੀਂ ਵਾਰੀ ਚਲੋ ਸੁਰਖੀ ਉਹਨਾਂ ਦੀ ਵੀ ਲੱਗੀ ਹੈ ਤੇ ਗੱਲ ਉਹਨਾਂ ਦੀ ਵੀ ਕਿਸੇ ਤਣ ਪੱਤਣ ਇਸ ਮਾਮਲੇ ਦੇ ਵਿੱਚ ਨਹੀਂ ਲੱਗੀ। ਸੋ ਪਾਰਲੀਮੈਂਟ ਦੇ ਵਿੱਚ ਪੈਗਾਸਸ ਮੁੱਦੇ ਤੇ ਹੁਣ ਜਿਵੇਂ ਡੇਟ ਅੱਗੇ ਪਾ ਦਿੱਤੀ ਹੈ, ਜਾਂ ਪਾਰਲੀਮੈਂਟ ਦੇ ਵਿੱਚ ਹੋਰ ਕੀ ਕਾਰਵਾਈ ਰਹੇਗੀ, ਜਿਸ ਤਰ੍ਹਾਂ ਵਿਪ ਜਾਰੀ ਕੀਤਾ ਹੋਇਆ, ਤੇ ਪਾਰਲੀਮੈਂਟ ਦੀ ਫਿਰ ਆਪਾਂ ਹੁਣ ਕਰੀਏ ਸਮਾਪਤੀ, ਤੇ ਉਸ ਤੋਂ ਬਾਅਦ ਫਿਰ ਆਪਾਂ ਗੱਲਬਾਤ ਕਰਦੇ ਹਾਂ ਕਿਸਾਨ ਅੰਦੋਲਨ ਦੀ। ਜਿਹੜੀਆਂ ਨੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਤੀਆਂ ਤ੍ਰਿੰਝਣਾਂ ਕਿਸਾਨਾਂ ਦੀਆਂ ਪਈਆਂ ਨੇ, ਤੇ ਇੱਕ ਦੋ ਮੰਦਭਾਗੀਆਂ ਖਬਰਾਂ ਵੀ ਨੇ ਕਿ ਦਿੱਲੀ ਮੋਰਚੇ ਦੇ ਵਿੱਚ ਲੰਗਰ ਦੀ ਸੇਵਾ ਕਰਦੇ 8 ਮਹੀਨੇ ਤੋਂ ਬਾਅਦ ਪਿੰਡ ਆਉਂਦੇ ਇੱਕ ਕਿਸਾਨ ਨੂੰ ਰੇਲ ਗੱਡੀ ਦੇ ਵਿੱਚ ਤਾਜੋਕੇ ਦਾ ਸੀਗਾ ਜਗਤਾਰ ਸਿੰਘ ਕਾਲਾ ਪੁੱਤਰ ਮਹਿੰਦਰ ਸਿੰਘ, ਕਿਸੇ ਨੇ ਰਸਤੇ 'ਚ ਪਹਿਲਾਂ ਕੁਝ ਖਵਾਇਆ, ਫਿਰ ਉਹਦੀ ਕੁੱਟਮਾਰ ਕੀਤੀ ਤੇ ਉਹ ਲੁਟੇਰੇ ਉਹਦਾ ਬੈਗ ਲੈ ਕੇ ਤੇ ਪੈਸੇ ਲੈ ਕੇ ਫਰਾਰ ਹੋ ਗਏ। ਉਸਨੂੰ ਨੀਮ ਬੇਹੋਸ਼ੀ ਦੇ ਵਿੱਚ ਬੀਕਾਨੇਰ ਦੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਕਿਉਂਕਿ ਬੇਹੋਸ਼ੀ 'ਚ ਹੀ ਅੱਗੇ ਚੱਲ ਗਿਆ। ਤੇ ਇਸ ਦੌਰਾਨ ਪਟਿਆਲਾ ਦੀ ਪੋਡਾ ਗਰਾਊਂਡ ਦੇ ਵਿੱਚ ਵੀ ਮਜ਼ਦੂਰਾਂ ਨੇ ਧਰਨਾ 3 ਦਿਨਾਂ ਤੋਂ ਵਿੱਢਿਆ ਹੋਇਆ। ਸੋ 65 ਸਾਲ ਦੀ ਬੇਬੇ ਗੁਰਤੇਜ ਕੌਰ ਦੀ ਮੌਤ ਇਸ ਧਰਨੇ ਦੇ ਦੌਰਾਨ ਹੋ ਗਈ ਹੈ। ਸੋ ਪੀੜਤ ਪਰਿਵਾਰ ਨੇ ਮੁਆਵਜ਼ੇ ਦੀ ਮੰਗ ਕੀਤੀ ਹੈ ਤੇ ਇਸ ਸੰਬੰਧੀ ਇਸ ਬੇਬੀ ਦੀ ਵੀ ਇਸ ਸੰਘਰਸ਼ ਦੇ ਦੌਰਾਨ ਕੱਲ੍ਹ ਪਟਿਆਲਾ ਦੇ ਵਿੱਚ ਮੌਤ ਹੋ ਗਈ ਹੈ। ਤੇ ਇਸੇ ਤਰ੍ਹਾਂ ਮਾਲਵੇ ਦੇ ਵਿੱਚ ਵੀ ਬਡਰੁੱਖਾਂ ਪਿੰਡ ਦੀਆਂ, ਜਿਹੜਾ ਮਹਾਰਾਜਾ ਰਣਜੀਤ ਸਿੰਘ ਦਾ ਨਾਨਕਾ ਪਿੰਡ ਹੈ, ਉੱਥੇ ਵੀ ਕਿਸਾਨ ਬੀਬੀਆਂ ਨੇ ਕਿਸਾਨ ਝੰਡੇ ਚੁੱਕ ਕੇ ਕਾਰਪੋਰੇਟ ਸਰਕਾਰਾਂ ਦੇ ਖਿਲਾਫ ਇਹਨਾਂ ਮਲਵੈਣਾਂ ਨੇ ਬੋਲੀਆਂ ਪਾਈਆਂ। ਤੇ ਰਾਮਪੁਰਾ ਫੂਲ ਦੇ ਵਿੱਚ ਵੀ ਏਕਤਾ ਡਕੌਂਦਾ ਨੇ ਰੇਲਵੇ ਸਟੇਸ਼ਨ ਤੇ ਪੱਕੇ ਮੋਰਚੇ ਦੇ ਦੌਰਾਨ ਤੀਆਂ ਤ੍ਰਿੰਝਣਾਂ ਪਾ ਕੇ ਬੋਲੀਆਂ ਪਾ ਕੇ ਇਹਨਾਂ ਨੂੰ ਬੋਲੀਆਂ ਦੇ ਰਾਹੀਂ ਲਾਹਨਤਾਂ ਪਾਈਆਂ। ਇਹ ਵੀ ਬਦਲਦੇ ਟ੍ਰੈਂਡ ਨੇ ਜਿਸ ਦੇ ਵਿੱਚ ਇਹਨਾਂ ਨੂੰ ਖਾਸ ਕਰਕੇ ਸੰਗਰੂਰ ਦੇ ਵਿੱਚ, ਬਰਨਾਲਾ ਦੇ ਵਿੱਚ ਵੱਖ-ਵੱਖ ਜਗ੍ਹਾ ਤੇ ਜਿਹੜੀਆਂ ਬੀਬੀਆਂ ਨੇ ਤੀਆਂ ਦੇ ਤਿਉਹਾਰ ਮਨਾਏ ਤੇ ਨਾਲ ਉਹਨਾਂ ਨੇ ਉੱਥੇ ਬੋਲੀਆਂ ਪਾ ਕੇ ਵੀ ਵਿਰੋਧ ਕੀਤਾ। ਕਾਰਪੋਰੇਟ ਦੇ ਖਿਲਾਫ, ਲਾਲਿਆਂ ਦੇ ਖਿਲਾਫ ਬੋਲੀ ਪਾਈ। ਅੱਗੇ ਵੀ ਬੋਲੀਆਂ ਹੁੰਦੀਆਂ ਸੀ ਕਿ ਸੌਣ ਮਹੀਨੇ ਮੀਂਹ ਪਿਆ ਪੈਂਦਾ, ਪੂੜੇ ਦਿਓ ਪਕਾ ਕੇ ਬਾਣੀਓ ਤਰਸ ਕਰੋ।
ਗੁੜ ਵੇਚੋ ਭਾਅ ਘਟਾ ਕੇ, ਅੱਗੇ ਤਾਂ ਗੁੜ ਧੜੀਏ ਵਿਕਦਾ, ਹੁਣ ਕਿਉਂ ਦਿੰਦੇ ਘਟਾ ਕੇ, ਬਾਣੀਓ ਤਰਸ ਕਰੋ ਗੁੜ ਵੇਚੋ ਭਾਅ ਘਟਾ ਕੇ। ਸੋ ਇਸ ਤਰ੍ਹਾਂ ਅੱਗੇ ਵੀ ਮਤਲਬ ਜਿਹੜੇ ਪੀੜਤ ਲੋਕ ਸੀ, ਕਿਉਂਕਿ ਗੁੜ ਹੀ ਨਹੀਂ ਸੀ ਮਿਲਦਾ ਸੁਰਿੰਦਰ ਵੀਰ, ਤੇ ਇਸ ਕਰਕੇ ਗੁੜ ਤੇ ਵੀ ਬੋਲੀਆਂ ਸੀ ਕਿ ਬਾਣੀਓ ਤਰਸ ਕਰੋ ਗੁੜ ਵੇਚੋ ਭਾਅ ਘਟਾ ਕੇ। ਕਈ ਗਾਲ ਵੀ ਕੱਢ ਦਿੰਦੇ ਸੀ, ਭਾਅ ਘਟਾ ਕੇ ਦੀ ਜਗ੍ਹਾ ਹੋਰ ਕੁਛ ਲਾ ਦਿੰਦੇ ਸੀ। ਇਸੇ ਤਰ੍ਹਾਂ ਪਟਿਆਲਾ ਦੇ ਵਿੱਚ ਵੀ ਮਜ਼ਦੂਰਾਂ ਨੇ ਕੈਪਟਨ ਸਰਕਾਰ ਦੇ ਖਿਲਾਫ ਜਿਹੜਾ ਵੱਡਾ ਧਰਨਾ ਜਿਹੜਾ ਪੁੱਡਾ ਗਰਾਊਂਡ ਦੇ ਵਿੱਚ ਤੁਹਾਡੇ ਨੇੜੇ ਲੱਗਿਆ ਹੋਇਆ, ਤੇ ਇਸੇ ਸਿਲਸਿਲੇ ਵਿੱਚ ਪਟਿਆਲਾ ਦੇ ਵਿੱਚ ਲੱਗੇ ਇਸ ਧਰਨੇ ਦੇ ਦੌਰਾਨ ਕਿਸਾਨ ਯੂਨੀਅਨ ਆਗੂ ਗਰਾਹਾਂ ਪੁੱਜੇ। ਉਹ ਕਹਿੰਦੇ ਭਾਜਪਾ ਨੂੰ ਪਿੰਡਾਂ ਦੇ ਵਿੱਚ ਫਟਕਣ ਨਹੀਂ ਦੇਵਾਂਗੇ। ਤੇ ਇਸੇ ਸਿਲਸਿਲੇ ਵਿੱਚ ਜਿਹੜੇ ਪੰਜਾਬ ਦੇ ਵਿੱਚ ਹੋਰ ਧਰਨੇ ਮੁਜ਼ਾਹਰੇ ਵੀ ਹੋ ਰਹੇ ਨੇ, ਪਰ ਕਿਸਾਨ ਧਰਨਿਆਂ ਦਾ ਤੇ ਕਿਸਾਨ ਸਿਲਸਿਲੇ ਦਾ ਕੀ ਹੋ ਰਿਹਾ, ਤੇ ਗੁਰਨਾਮ ਸਿੰਘ ਚੜੂਨੀ ਮੁੱਖ ਮੰਤਰੀ ਸਾਹਿਬ ਪੰਜਾਬ ਆਰਥਿਕਤਾ ਪਾਰਟੀ ਦੇ, ਉਹ ਕਿੱਥੇ ਕੁ ਖੜੇ ਨੇ, ਉਹਦੀ ਵੀ ਥੋੜੀ ਅਪਡੇਟ ਦੇ ਦਿਓ। ਤੇ ਉਸ ਤੋਂ ਬਾਅਦ ਫਿਰ ਆਪਾਂ ਅਗਲੀਆਂ ਖਬਰਾਂ ਵੱਲ ਨੂੰ ਵਧਦੇ ਹਾਂ, ਪੰਜਾਬ ਵੱਲ ਨੂੰ ਆਉਂਦੇ ਹਾਂ। ਸੋਨੀਆ ਤੇ ਕੈਪਟਨ ਦੀ ਮੁਲਾਕਾਤ ਚੋਂ ਕੀ ਕੁਛ ਨਿਕਲਿਆ, ਤੇ ਉਧਰੋਂ ਕੈਪਟਨ ਸਾਹਿਬ ਨੇ ਵੀ RTI ਕਾਨੂੰਨ ਨੂੰ ਨਕਾਰਾ ਬਣਾ ਦਿੱਤਾ। ਕਹਿੰਦਾ ਇਹ ਅਸੀਂ ਖੁਲਾਸੇ ਨਹੀਂ ਕਰ ਸਕਦੇ ਜੋ ਕੁਛ ਅਸੀਂ ਕੜੀ ਘੋਲੀ ਹੈ 4 ਸਾਲ ਦੇ ਦੌਰਾਨ। ਜਾਣੀ RTI ਕਾਰਜਕੁਨ ਪਰੇਸ਼ਾਨ ਨੇ। ਜਿਹੜਾ ਰਾਈਟ ਟੂ ਇਨਫੋਰਮੇਸ਼ਨ ਐਕਟ ਹੈ ਉਸ ਤੇ ਵੀ ਅਣਐਲਾਨੀ ਪਾਬੰਦੀ ਜਿਹੜੀ ਆ ਲਗਾ ਦਿੱਤੀ ਹੈ। ਇਸ ਸੰਬੰਧੀ ਸੋਨੀਆ ਗਾਂਧੀ ਨੂੰ ਮਿਲਣ ਗਏ ਕੈਪਟਨ ਅਮਰਿੰਦਰ ਸਿੰਘ ਨੂੰ ਰਾਤੀ ਦਿੱਲੀ ਦੇ ਵਿੱਚ ਆਪਣੀ ਪਤਨੀ ਤੇ ਲੋਕ ਸਭਾ ਦੀ ਮੈਂਬਰ ਪ੍ਰਨੀਤ ਕੌਰ ਦੀ ਸਰਕਾਰੀ ਰਿਹਾਇਸ਼ ਤੇ ਰਾਤ ਦਾ ਖਾਣਾ ਦਿੱਤਾ ਗਿਆ, ਜਿਸ ਦੇ ਵਿੱਚ ਪੰਜਾਬ ਨਾਲ ਸੰਬੰਧਿਤ ਆਗੂ ਵੀ ਉੱਥੇ ਪੁੱਜੇ ਸਨ। ਰਾਣਾ ਗੁਰਜੀਤ ਸੋਢੀ ਸੀਗਾ, ਕੇਂਦਰੀ ਮੰਤਰੀ ਅਸ਼ਵਨੀ ਕੁਮਾਰ ਸੀਗਾ, ਤੇ ਇਹ ਜਿਹੜੇ ਲੋਕ ਨੇ ਇਹਨਾਂ ਨੂੰ ਰਾਤ ਦਾ ਖਾਣਾ ਸ਼੍ਰੀਮਤੀ ਪ੍ਰਨੀਤ ਕੌਰ ਨੇ ਵੀ ਖਵਾਇਆ। ਪੀਆ ਜੀ ਮੇਰਾ ਮਾਹੀ ਘਰ ਆਇਆ, ਖੁਸ਼ੀ ਹੁੰਦੀ ਹੈ ਭਾਈ। ਮਾਹੀ ਸ਼ਿਵਾਲਿਕ ਦੀਆਂ ਪਹਾੜੀਆਂ ਚੋਂ ਪ੍ਰਨੀਤ ਕੌਰ ਦੇ ਦਿੱਲੀ ਵਾਲੇ ਘਰ ਚ ਆਇਆ, ਖਾਣਾ ਤੇ ਬਣਦਾ ਸੀਗਾ, ਉਹਦੇ ਤੇ ਵੀ ਗੱਲ ਕਰਾਂਗੇ। ਕੰਟੀਨਿਊ ਪਲੀਜ਼। ਦੇਖੋ ਪਾਰਲੀਮੈਂਟ ਤੋਂ ਚੱਲਦੇ ਆ, ਜਿੱਧਰ ਨੂੰ ਲੰਘੇ ਉਹ ਮਗਰ ਤੁਰਿਆ ਆਵਾਂਗਾ ਮੈਂ, ਠੀਕ ਹੈ। ਹੁਣ ਸਭ ਤੋਂ ਪਹਿਲੀ ਗੱਲ ਤੇ ਹੈ ਕਿ ਦੇਖੋ ਇਹਦੇ 'ਚ ਕੋਈ ਦੋ ਰਾਏ ਨਹੀਂ, ਉਹਨਾਂ ਧੱਕਾ ਕਰਨ ਦੀ ਕੋਸ਼ਿਸ਼ ਕਰਨੀ ਆ, ਠੀਕ ਹੈ। ਚਾਹੇ ਉਹਦੇ 'ਚ ਅਕਾਲੀ ਦਲ ਨੇ ਰੋਲ ਨਿਭਾਇਆ, ਚਾਹੇ ਭਗਵੰਤ ਮਾਨ ਨੇ, ਕਿਹਨੇ ਵੀ ਨਿਭਾਇਆ, ਪਰ ਕੁੱਲ ਮਿਲਾ ਕੇ ਭਗਵੰਤ ਮਾਨ ਦੀ ਇੱਕ ਗੱਲੋਂ ਤਾਂ ਤਾਰੀਫ ਕਰਨੀ ਪੈਗੀ। ਕੱਲਾ ਜਿਹੜਾ ਉਹ ਲੜਨ ਦੇ ਲਈ ਸ਼ੇਰ ਆ, ਲਾਲਾ ਤਾਂ ਕਰਦਾ ਕਿ ਉਹ ਕਲਾਕਾਰ ਰਿਹਾ, ਤੇ ਕਲਾਕਾਰੀ ਉਹਨੂੰ ਦਿਖਾਉਣੀ ਜਿਹੜੀ ਉਹ ਆਉਂਦੀ ਆ, ਠੀਕ ਹੈ। ਕੱਲ OBC ਦੇ ਲਈ ਜਿਹੜਾ ਬਿੱਲ ਆਇਆ ਸੀ ਉਹਦੇ ਤੇ ਕੱਲ ਬਹਿਸ ਸੀ, ਉਸ ਬਹਿਸ ਦੇ ਵਿੱਚ ਹੀ ਉਹਨੇ ਨਾਲ ਹੀ ਲੈ ਤੱਕ OBC ਜਿਹੜਾ ਉਹ ਜ਼ਿਆਦਾਤਰ ਕਿਸਾਨ ਆ, ਤੇ ਕਿਸਾਨ OBC 'ਚ ਆਉਂਦਾ, ਤੇ ਇਸ ਕਰਕੇ ਕਿਸਾਨਾਂ ਦੇ ਨਾਲ ਜਿਹੜਾ ਖੇਤੀ ਕਾਨੂੰਨ ਜਿਹੜੇ ਆ ਉਹ ਗਲਤ ਆਏ ਆ, ਤੇ ਉਹਦੇ ਤੇ ਉਹਨੇ ਆਪਣੇ ਹਿਸਾਬ ਨਾਲ ਉਹਦੀ ਵਿਆਖਿਆ ਕਰ ਦਿੱਤੀ। ਭਾਵੇਂ ਕਿ ਉਹਨੂੰ ਸੀਮਿਤ ਸਮਾਂ ਮਿਲਿਆ, ਸੀਮਿਤ ਸਮੇਂ 'ਚ ਉਹ ਆਪਣੀ ਗੱਲ ਰੱਖਣ 'ਚ ਕਾਮਯਾਬ ਹੋ ਗਿਆ। ਯਾਨੀ ਕਿ ਜਿਹੜਾ ਕੁਝ ਉਹ ਕਰਨਾ ਚਾਹੁੰਦਾ ਸੀਗਾ ਉਹਨੇ ਉਹ ਉੱਤੇ ਕਾਰਵਾਈ ਜਿਹੜੀ ਸੀਗੀ ਉਹ ਪਾ ਦਿੱਤੀ ਆਪਣੀ। ਹੁਣ ਇਸ ਤੋਂ ਅੱਗੇ ਆ ਜਾਈਏ। ਦੇਖੋ ਗੱਲ ਇਹ ਹੈ ਕਿ ਵਿਰੋਧੀ ਧਿਰ ਸੀਗੀ, ਵਿਰੋਧੀ ਧਿਰ ਨੇ ਆਪਣੇ ਕੰਮ ਕਰਨੇ ਸੀਗੇ, ਉਹਨਾਂ ਨੇ ਕਰ ਲਿਆ, ਠੀਕ ਹੈ। ਹੁਣ ਕੁੱਲ ਮਿਲਾ ਕੇ ਇੱਥੇ ਕੋਈ ਗੱਡੀ ਖੜ ਗਈ ਆ ਕਿ ਇਹਨਾਂ ਨੇ ਬਿੱਲ ਪਾਸ ਕਰਾਉਣੇ ਆ, ਲੋਕ ਸਭਾ ਤਾਂ ਹੋਣਾ ਹੀ ਹੋਣਾ, ਲੋਕ ਸਭਾ 'ਚ ਕੋਈ ਰੋਕ ਨਹੀਂ ਸਕਦਾ ਕਿਉਂਕਿ ਉਹਨਾਂ ਕੋਲੇ ਪਾਵਰ ਆ, ਉਹ ਜੋ ਮਰਜ਼ੀ ਕਰਨਗੇ, ਉੱਥੇ ਕਿਸੇ ਦੀ ਹਿੰਮਤ ਨਹੀਂ ਪੈਣੀ, ਉਹਨਾਂ ਨੂੰ ਰੋਕ ਜਾਣਗੇ। ਗੱਲ ਰਾਜ ਸਭਾ ਦੀ ਹੈ, ਰਾਜ ਸਭਾ 'ਚ ਕਿੰਨਾ ਕੁ ਜਿਹੜਾ ਵਾ ਉਹ ਪੇਚ ਫਸਦਾ, ਕਿੱਥੇ ਜਾਂਦੀ ਆ, ਕੀ ਘਸੁੰਨ ਮੁੱਕੀ ਹੁੰਦੀ ਆ। ਮੈਨੂੰ ਲੱਗਦਾ ਕਿ ਇੱਕ ਦੂਜੇ ਦੇ ਥੱਪੜੋ ਥੱਪੜੀ ਵੀ ਕੰਮ ਹੋਏਗਾ, ਇਸ ਤੋਂ ਥੱਲੇ ਨਹੀਂ ਰੁਕਣਾ, ਕਿਉਂਕਿ ਦੋਨੋਂ ਬੰਨਿਓ ਇਸ ਵਕਤ ਜਿਹੜਾ ਇੱਕ ਧਿਰ ਜਿਹੜੀ ਆ ਉਹ ਸੱਤਾਧਾਰੀ ਧਿਰ ਆ, ਜਿਹਨੂੰ ਕਾਰਪੋਰੇਟ ਜਿਹੜੇ ਆ ਉਹ ਪਿੱਛੋਂ ਡੰਡਾ ਦੇਈ ਬੈਠੇ ਆ, ਤੇ ਜਿਹੜੀ ਵਿਰੋਧੀ ਧਿਰ ਆ ਉਹਨੂੰ ਡੰਡਾ ਕਿਸਾਨ ਆਗੂ ਦੇਈ ਬੈਠੇ ਆ ਕਿ ਬੰਦੇ ਦੇ ਪੁੱਤ ਬਣ ਜਾਓ। ਹੁਣ ਦੋਨੋਂ ਡੰਡੇ ਦੇ ਸਿਰ ਤੇ ਦੋਨੋਂ, ਯਾਨੀ ਕਿ ਜਿਹੜਾ ਬਾਂਦਰ ਨਹੀਂ ਗਾ ਨਚਾਇਆ ਜਾਂਦਾ ਹੁੰਦਾ, ਮਦਾਰੀ ਨਚਾਉਂਦਾ ਹੁੰਦਾ, ਉਹ ਕੰਮ ਹੋਇਆ ਪਿਆ ਵਾ। ਇਸ ਵਕਤ ਦੋਨਾਂ ਦੀ ਡੋਰ ਜਿਹੜੀ ਆ ਉਹ ਪਿਛਲੇ ਬੰਨੇ ਫੜੀ ਹੋਈ ਆ, ਤੇ ਦੋਨਾਂ ਨੂੰ ਨਚਾਇਆ ਜਾ ਰਿਹਾ, ਤੇ ਦੋਨਾਂ ਦਾ ਨੱਚਣਾ ਮਜਬੂਰੀ ਬਣਿਆ ਹੋਇਆ, ਅਦਰਵਾਈਜ਼ ਸ਼ਾਇਦ ਦੋਨੋਂ ਨੱਚਦੇ ਨਾ। ਹੁਣ ਇਸ ਤੋਂ ਅੱਗੇ ਆ ਜਾਈਏ, ਜਿੱਥੋਂ ਤੁਸੀਂ ਗੱਲ ਕੀਤੀ ਕੈਪਟਨ ਅਮਰਿੰਦਰ ਸਿੰਘ ਦੀ, ਠੀਕ ਹੈ। ਦਿੱਲੀ ਤੋਂ ਸ਼ੁਰੂ ਹੋ ਜਾਂਦੇ, ਫਿਰ ਆ ਕੇ ਪੰਜਾਬ ਸਾਰਾ ਘੇਰ ਲਾਂਗੇ। ਦੇਖੋ ਕੈਪਟਨ ਅਮਰਿੰਦਰ ਸਿੰਘ ਦਿੱਲੀ ਗਏ ਸੀ, ਸੋਨੀਆ ਗਾਂਧੀ ਨਾਲ ਮੁਲਾਕਾਤ ਹੋਈ ਆ, ਤੇ ਚਰਚੇ ਆ ਰਾਣਾ KP ਨੂੰ ਮੰਤਰੀ ਬਣਾਉਣਾ, ਤੇ ਦੂਸਰਾ ਵਾ ਕਿ ਆਪਣੇ ਨੂੰ ਡਾਕਟਰ ਰਾਜ ਕੁਮਾਰ ਨੂੰ ਬਣਾਉਣਾ। ਦੋਨਾਂ ਦੇ ਚਰਚੇ ਆ। ਉਹਨਾਂ ਨੇ ਇਹ ਵੀ ਕਿਹਾ ਕਿ ਉੱਥੇ ਕੋਈ ਵੀ ਮਜ਼ਹਬੀ ਜਿਹੜਾ ਸੀਗਾ ਉਹ ਕੀ ਕਹਿੰਦੇ ਹੁੰਦੇ ਆ ਮੰਤਰੀ ਮੰਡਲ 'ਚ ਨਹੀਂ ਆ, ਉਹਨਾਂ 'ਚੋਂ ਵੀ ਇੱਕ ਮੰਤਰੀ ਜਿਹੜਾ ਉਹ ਲੈਣਾ ਬਣਦਾ ਵਾ। ਇਹ ਗੱਲ ਕਹੀ, ਉਹ ਵੱਖਰੀ ਗੱਲ ਆ। ਹਰੀਸ਼ ਰਾਵਤ ਨੇ ਕਹਿਤਾ, ਕਹਿੰਦਾ ਜੀ ਨਹੀਂ ਜੀ ਮੰਤਰੀ ਮੰਡਲ ਦੀ ਚਰਚਾ ਨਹੀਂ ਹੋਈ, ਪਰ ਉਹਦੇ ਦਿੱਲੀ ਪਹੁੰਚਣ ਤੋਂ
ਵੀ ਵਜ਼ਾਰਤੀ ਵਾਧੇ ਬਾਰੇ ਕੋਈ ਚਰਚਾ ਨਹੀਂ ਹੋਈ। ਇਹਦਾ ਮਤਲਬ ਵਜ਼ਾਰਤੀ ਵਾਧਾ ਜੇ ਰਾਵਤ ਨੇ ਕਿਹਾ, ਕਿਉਂਕਿ ਸਿੱਧੂ ਖੇਮੇ ਦਾ, ਨਹੀਂ ਤਾਂ ਭੰਬਲ ਭੂਸਾ ਕੈਪਟਨ ਸਾਹਿਬ ਨੇ ਫੀਲਿੰਗ ਦਿਵਾਉਣੀ ਸੀ ਕਿ ਭਾਈ ਤੈਨੂੰ ਵੀ LMA ਬਣਾਊ, ਤੈਨੂੰ ਵੀ ਮਿਨਿਸਟਰ ਬਣਾਊ। ਸੋ ਉਹਦੀ ਫੂਕ ਰਾਵਤ ਨੇ ਉੱਥੇ ਹੀ ਕੱਢ ਦਿੱਤੀ ਕਿ ਮੰਤਰੀ ਬਣਾਉਣ ਬਾਰੇ ਕੋਈ ਚਰਚਾ ਨਹੀਂ ਹੋਈ, ਕਿਉਂਕਿ ਸਿੱਧੂ ਖੇਮੇ ਨਾਲੋਂ ਥੋੜੀ ਜਿਹੀ ਸਾਂਢ-ਗਾਂਢ ਰੱਖਦਾ। ਸੋ ਇਸ ਕਰਕੇ ਕਪਤਾਨ ਸਾਹਿਬ ਦੀ ਬਹੁਤੀ ਫੇਰੀ ਕੋਈ ਚਰਚਾ 'ਚ ਨਹੀਂ ਹੈ। ਮੇਰਾ ਖਿਆਲ ਕੁਛ ਲੈ ਦੇ ਨਹੀਂ ਸਕਣਗੇ, ਜਿਵੇਂ ਇੱਥੇ ਥੋੜਾ ਜਿਹਾ ਇਹਨਾਂ ਨੇ ਡੈਮੇਜ ਕੰਟਰੋਲ ਕਰਨਾ ਸੀ ਕੁਛ ਨੂੰ ਕਿ ਭਾਈ ਤੇਰੇ ਬੰਦੇ ਪਟਵਾਰੀ ਲਵਾ ਦੂੰ, ਤੈਨੂੰ ਮੰਤਰੀ ਬਣਾ ਦੂੰ। ਉਹ ਤਾਂ ਫੂਕ ਕੱਢ ਦਿੱਤੀ ਰਾਵਤ ਨੇ। ਇਸ ਬਿਆਨ ਨੇ ਭਾਵੇਂ ਸਿੰਗਲ ਕਾਲਮ ਹੈ, ਪਰ ਇਹਨੇ ਪੈਂਚਰ ਲਾ ਦਿੱਤਾ ਪੱਕਾ ਕਪਤਾਨ ਸਾਹਿਬ ਦੀ ਫੇਰੀ ਨੂੰ, ਕਿ ਨਹੀਂ? ਦੇਖੋ ਹੁਣ ਉਹਦੇ ਨਾਲ ਇੱਕ ਪੈਂਚਰ ਜਿਹੜਾ ਕੱਲ ਹੋਰ ਲੱਗਿਆ ਉਹ ਕੀ ਸੀਗਾ, ਪੰਜਾਬ ਦੇ 5 ਮੰਤਰੀ ਨੇ, 5 ਦੇ ਵਿੱਚ ਆ ਸੁਖਜਿੰਦਰ ਸਿੰਘ ਸੁੱਖੀ ਰੰਧਾਵਾ, ਤ੍ਰਿਪਤਰਜਿੰਦਰ ਸਿੰਘ ਬਾਜਵਾ, ਸੁਖ ਸਰਕਾਰੀਆ, ਚਰਨਜੀਤ ਚੰਨੀ ਤੇ ਰਜੀਆ ਸੁਲਤਾਨਾ। 5 ਇਹ ਨੇ। ਇਹਨਾਂ ਦੇ ਨਾਲ ਸੰਗਤ ਸਿੰਘ ਗਿਲਜੀਆਂ ਤੇ ਰਾਜਾ ਬੜਿੰਗ। ਇਹਨਾਂ ਨੇ ਇੱਕ ਚਿੱਠੀ ਲਿਖ ਦਿੱਤੀ ਸੋਨੀਆ ਗਾਂਧੀ ਨੂੰ। ਪਰਸੋਂ ਸ਼ਾਮ ਨੂੰ ਉਹ ਸੋਨੀਆ ਗਾਂਧੀ ਕੋਲੇ ਪਹੁੰਚ ਗਈ। ਇਹਨਾਂ ਕਿਹਾ ਜੀ ਵੀ ਸਾਨੂੰ ਮਿਲਣ ਦਾ ਸਮਾਂ ਦਿੱਤਾ ਜਾਵੇ। ਪੰਜਾਬ ਦੀ ਸਾਡੀ ਸਰਕਾਰ ਮੌਜੂਦਾ ਸਮੇਂ ਤੇ ਜਿਹੜੇ ਗਲਤ ਕਾਰਵਾਈਆਂ ਕਰ ਰਹੀ ਆ, ਅਸੀਂ ਉਹਦੇ ਕੱਚੇ ਚਿੱਠੇ ਸਾਡੇ ਕੋਲ ਨੇ, ਉਹ ਅਸੀਂ ਲੈ ਕੇ ਆਉਣੇ ਨੇ। ਯਾਨੀ ਕਿ ਉਹਨਾਂ ਨੇ ਚਿੱਠੀ ਲਿਖ ਦਿੱਤੀ। ਉਹ ਚਿੱਠੀ ਕੱਲ ਸਵੇਰ ਦੀ ਬੜੀ ਚਰਚਾ 'ਚ ਆਈ ਹੋਈ ਆ। ਉਹਦੇ ਤੇ ਸੀ ਇਹਨਾਂ ਨੇ 60 MLA ਦੇ ਸਾਈਨ ਕਰਵਾਉਣੇ ਸੀ, ਪਰ ਸਮਾਂ ਘੱਟ ਸੀ। ਇਹਨਾਂ ਨੇ ਜਲਦੀ ਦੇ ਵਿੱਚ ਉਹਦੇ ਤੇ 7 ਜਣਿਆਂ ਦੇ ਸਿਗਨੇਚਰ ਕਰਾ ਕੇ ਭੇਜ ਦਿੱਤੇ। 2 MLA ਨੇ, 2 MLA 'ਚ ਇੱਕ ਜਿਹੜਾ ਉਹ ਕਾਂਗਰਸ ਦਾ ਵਰਕਿੰਗ ਪ੍ਰਧਾਨ ਵੀ ਆ, ਤੇ ਨਾਲ ਜਿਹੜੇ ਸੀਗੇ ਬਾਕੀ 5 ਮੰਤਰੀ ਪਾਤੇ। ਉਹਨਾਂ ਨੇ ਚਿੱਠੀ ਭੇਜ ਦਿੱਤੀ ਵੀ ਸਾਨੂੰ ਵੀ ਸਮਾਂ ਦਿੱਤਾ ਜਾਵੇ। ਯਾਨੀ ਕਿ ਕੁੱਲ ਮਿਲਾ ਕੇ ਆ ਕਿ ਇਹਦੇ ਦਿੱਲੀ ਪਹੁੰਚਣ ਤੋਂ ਪਹਿਲਾਂ ਉਹਨਾਂ ਦੀ ਚਿੱਠੀ ਜਿਹੜੀ ਸੀ ਉਹ ਪਹੁੰਚ ਚੁੱਕੀ ਸੀਗੀ। ਠੀਕ ਹੈ। ਹੁਣ ਬਹੁਤ ਸਾਰੇ ਅਖਬਾਰਾਂ ਨੇ ਲਿਖਿਆ ਕਿ ਰਾਣਾ KP ਤੇ ਵੇਰਕਾ ਜਿਹੜੇ ਮੰਤਰੀ ਬਣਨਗੇ ਤਾਂ ਡ੍ਰੌਪ ਕਿਹਨੂੰ ਕਰਨਾ? ਸੁਨੀਲ ਜਾਖੜ ਸਟੈਂਡ ਲੈ ਕੇ ਬੈਠਾ ਕਿ ਰਾਣੇ ਗੁਰਮੀਤ ਸੋਢੀ ਨੂੰ ਡ੍ਰੌਪ ਕਰੋ। ਸਾਧੂ ਸਿੰਘ ਧਰਮਸੋਤ ਦੇ ਲਈ ਸਾਰੀ ਦੀ ਸਾਰੀ ਕਾਂਗਰਸ ਆਕੜ ਕੇ ਬੈਠੀ, ਇਹਨਾਂ ਨੂੰ ਡ੍ਰੌਪ ਕਰੋ। ਤੇ ਕੈਪਟਨ ਅਮਰਿੰਦਰ ਸਿੰਘ ਹੁਣ 5 ਮੰਤਰੀਆਂ ਨੂੰ ਡ੍ਰੌਪ ਕਰੂਗਾ। ਤ੍ਰਿਪਤਰਜਿੰਦਰ ਬਾਜਵਾ 4.5 ਸਾਲ ਉਹਦੇ ਨਾਲ ਰਿਹਾ, ਹੁਣ ਵਿਗੜ ਗਈ ਆ। ਹੁਣ ਉਹਦੇ ਪਰ ਕੁਤਰਨ ਤੇ ਲੱਗਾ ਹੋਇਆ। ਹੁਣ ਉਹਨੇ ਉੱਤੇ ਅਸ਼ਵਨੀ ਸ਼ੇਖੜੀ ਨੂੰ ਮੋਹਰੇ ਕਰ ਦਿੱਤਾ। ਠੀਕ ਹੈ। ਇਸੇ ਤਰ੍ਹਾਂ ਸੁੱਖੀ ਰੰਧਾਵਾ ਤਾਂ ਪਹਿਲਾਂ ਤੋਂ ਬਾਗੀ ਤੇਵਰ ਵਾਲਾ ਸੀ, ਕਦੀ ਉਹਦੇ ਨਾਲ ਹੁੰਦਾ ਸੀ, ਕਦੀ ਵਿਰੋਧੀ ਧਿਰ 'ਚ ਆ ਜਾਂਦਾ ਸੀਗਾ। ਲੇਕਿਨ ਸੁੱਖ ਸਰਕਾਰੀਆ ਤਾਂ ਨਾਲ ਸੀ। ਸੁੱਖ ਸਰਕਾਰੀਆ ਦੀ ਜਦੋਂ ਬੇਇੱਜ਼ਤੀ ਸੁਰੇਸ਼ ਕੁਮਾਰ ਨੇ ਕੀਤੀ, ਉਸ ਵੇਲੇ ਉਹ ਸਟੈਂਡ ਲੈ ਗਿਆ ਕਿ ਅੱਜ ਤੋਂ ਬਾਅਦ ਨਹੀਂ ਮੈਂ ਤੇਰੇ ਨਾਲ ਖੜਦਾ। ਠੀਕ ਹੈ। ਚਰਨਜੀਤ ਚੰਨੀ ਆ, ਉਹਦੇ ਨਾਲ ਸ਼ੁਰੂ ਤੋਂ ਵਿਰੋਧਾਭਾਸ ਚੱਲ ਰਿਹਾ। ਰਜੀਆ ਸੁਲਤਾਨਾ ਨੂੰ ਇਸ ਕਰਕੇ ਉਹਦੇ ਪਤੀ ਨੂੰ ਪੰਜਾਬ ਦਾ DGP ਨਹੀਂ ਸੀ ਲਾਇਆ, ਉਹ ਵੀ ਵਿਰੋਧ 'ਚ ਆ ਗਈ। ਹੁਣ ਭਾਵੇਂ ਕਿ ਉਹਨਾਂ ਨੇ ਮੁੱਖ ਮੰਤਰੀ ਨੇ 23ਵਾਂ ਜ਼ਿਲ੍ਹਾ ਬਣਾ ਦਿੱਤਾ ਮਲੇਰਕੋਟਲਾ ਨੂੰ, ਪਰ ਹੁਣ ਉਹ ਵੀ ਖੁੱਲ ਕੇ ਸਾਹਮਣੇ ਆ ਗਈ ਆ। ਹੁਣ 5 ਮੰਤਰੀ ਨੇ, ਬਾਕੀ MLA ਦਾ ਤਾਂ ਆਪਾਂ ਨੂੰ ਪਤਾ ਕਿ ਤਕਰੀਬਨ 63-64 MLA ਨੇ ਜਿਹੜੇ ਕੈਪਟਨ ਅਮਰਿੰਦਰ ਸਿੰਘ ਦੇ ਖੇਮੇ ਦੇ ਵਿਰੁੱਧ ਨੇ। ਇਸ ਕਰਕੇ ਕਿਤੇ ਨਾ ਕਿਤੇ ਆ ਕਿ ਕੈਪਟਨ ਦੀ ਸਥਿਤੀ ਜਿਹੜੀ ਉਹ ਇਸ ਵੇਲੇ ਕਸੂਤੀ ਫਸੀ ਹੋਈ ਆ। ਭਾਵੇਂ ਜੇ ਉਹ ਕਵੇ ਕਿ ਮੈਨੂੰ ਪਰਮਿਸ਼ਨ ਮਿਲ ਗਈ, ਪਰਮਿਸ਼ਨ ਨਹੀਂ ਮਿਲਦੀ ਅਜੇ। ਹਾਂ, ਦੂਜੀ ਧਿਰ ਦੀ ਸੁਣ ਕੇ ਉਹਦੇ ਬਾਅਦ ਕੋਈ ਫੈਸਲਾ ਲਿਆ ਜਾਊਗਾ। ਕੱਲੇ ਨੂੰ ਇਹ ਨਹੀਂ ਕਹਿ ਦਿੱਤਾ ਜਾਊਗਾ ਕਿ ਜਾਓ ਜਾ ਕੇ ਰੱਦੋ ਬਦਲ ਕਰ ਲੋ ਤੇ ਵਿਭਾਗਾਂ 'ਚ ਅਦਲਾ ਬਦਲੀ ਕਰ ਲੋ। ਇਹ ਕੁਛ ਨਹੀਂ ਵਾਪਰਨਾ, ਜੋ ਮਰਜ਼ੀ ਕਹੀ ਜਾਣ, ਕਿਉਂਕਿ ਜਿਹੜੀਆਂ ਬਾਕੀ ਧਿਰਾਂ ਨੇ ਵੀ ਆਪੋ ਆਪਣਾ ਉੱਥੇ ਜਿਹੜਾ ਕੁਛ ਆ ਉਹ ਦਮਖਮ ਦਿਖਾਇਆ ਹੋਇਆ ਵਾ। ਇਸ ਕਰਕੇ ਏਡਾ ਸੌਖੀ ਨਹੀਂ ਆ ਕਿ ਇਹ ਲੈ ਲੈਣ। ਹਾਂ, ਇਹਨਾਂ ਜ਼ਰੂਰ ਆ, ਕਹਿੰਦੇ ਜੀ ਜਿਹੜੇ ਨਵਜੋਤ ਸਿੱਧੂ ਦਾ ਟਵੀਟ ਆ ਉਹਦਾ ਕਰਕੇ ਉਹਨਾਂ ਨੇ ਕਿਹਾ ਦੇਖੋ ਜੀ ਇਹ ਮੈਨੂੰ ਪਰੇਸ਼ਾਨ ਕਰ ਰਿਹਾ, ਮੈਂ ਤੁਹਾਡੀ ਸਾਰੀ ਸੁਣੀ ਆ, ਤੁਸੀਂ ਮੇਰੀ ਮੰਨਦੇ ਨਹੀਂ। ਯਾਨੀ ਕਿ ਹੁਣ ਤਾਂ ਤਰਲਿਆਂ ਤੇ ਉੱਤਰ ਆਇਆ। ਠੀਕ ਹੈ। ਤੇ ਉਧਰ ਘਰ ਵਾਲੀ ਵੀ ਕਿ ਮੁੱਖ ਮੰਤਰੀ ਦਾ ਪਲਾਂਟਡ ਮੀਡੀਆ ਹੈ, ਕਿਉਂਕਿ ਬੜੇ ਬੜੇ ਪੱਤਰਕਾਰ ਉਹਨਾਂ ਨੇ OSD ਰੱਖੇ ਹੋਏ ਨੇ, ਚਲੋ ਸੋਰਸ ਹੁੰਦਾ, ਖਬਰਾਂ ਲਵਾ ਗਏ ਨੇ। ਕਹਿੰਦੇ ਸਿੱਧੂ ਦੇ ਬਿਆਨਾਂ ਤੋਂ ਨਿਰਾਸ਼ ਹੋਏ CM ਕੈਪਟਨ ਅਮਰਿੰਦਰ ਸਿੰਘ ਨੇ ਸ਼ਿਕਾਇਤ ਗੱਡੀ ਆ ਸੋਨੀਆ ਕੋਲ ਸਿੱਧੂ ਦੀ ਆ ਕਿ ਦੇਖੋ ਅੱਜ ਵੀ ਟਵੀਟਾਂ 6 ਪਾ ਦਿੱਤੀਆਂ, ਮੈਂ ਤੁਹਾਨੂੰ ਮਿਲਣ ਆਇਆ ਸੀ, ਸਿੱਧੂ ਹਟਦਾ ਨਹੀਂ। ਉਹ ਵੀ ਫੋਟੋ ਕਾਪੀਆਂ ਦਿੱਤੀਆਂ ਟਵੀਟ ਦੀਆਂ, ਫਾਈਲ ਬਣਾ ਕੇ ਲੈ ਗਏ ਸੀ ਕਿ ਸਿੱਧੂ ਨੇ ਕਿੱਥੇ ਕਿੱਥੇ ਕੀ ਗਲਤ ਬੋਲਿਆ। ਤੇ ਇਸ ਦੌਰਾਨ ਕਹਿੰਦੇ ਬੇਅਦਬੀ ਦੇ ਮਾਮਲੇ ਤੇ ਅਸੀਂ ਕਾਰਵਾਈ ਕਰ ਰਹੇ ਹਾਂ, ਨਸ਼ਾ ਤਸਕਰੀ ਦੇ ਮਾਮਲੇ ਤੇ ਵੀ ਸਰਕਾਰ ਸਕੰਜਾ ਕੱਸ ਰਹੀ ਹੈ ਤੇ ਪੁਰਾਣੀਆਂ ਪਾਵਰ ਕੰਪਨੀਆਂ ਦੇ ਕੰਟਰੈਕਟ ਰੱਦ ਕਰਨ ਦੀ ਦਿਸ਼ਾ ਦੇ ਵਿੱਚ ਕਹਿੰਦੇ ਸਰਕਾਰ ਨੇ ਫੈਸਲਾ ਕਰ ਲਿਆ। ਬਸ ਹੁਣ ਕੁਝ ਕਾਨੂੰਨੀ ਦਾਅ ਪੇਚ ਨੇ, ਉਹਨਾਂ ਤੇ ਸਾਡਾ ਕੰਮ ਚੱਲ ਰਿਹਾ। ਜਾਣੀ 18 ਨੁਕਤਿਆਂ 'ਚੋਂ ਅਸਲ ਦੇ ਵਿੱਚ ਇਹ ਨਹੀਂ ਕਿ ਉਹ ਆਪਣਾ ਕੋਈ ਮੰਤਰੀ ਮੰਡਲ ਵਾਧਾ ਕਰਨ ਗਏ ਨੇ। ਜਿਹੜੇ 18 ਨੁਕਤੇ ਸੀਗੇ ਇਹਨਾਂ ਨੂੰ ਸਵਾਲ ਦਿੱਤੇ ਸੀ ਹੱਲ ਕਰਨ ਨੂੰ, ਜਿਵੇਂ ਨਲਾਇਕ ਜਵਾਕ ਬਸਤਾ ਭਾਰੀ,
ਉਸ ਦੌਰਾਨ ਉਹਨਾਂ 18 ਚੋਂ 3 ਦਾ ਜਵਾਬ ਇਹਨਾਂ ਨੇ ਦਿੱਤਾ। ਇੱਕ ਤਾਂ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਤੇ ਅਸੀਂ ਸਖਤੀ ਕਰ ਰਹੇ ਹਾਂ, ਆਹ ਸਾਡੀ ਆਊਟਪੁੱਟ ਹੈ। ਦੂਜਾ, ਨਸ਼ਾ ਤਸਕਰੀ 'ਚ ਆਹ ਅਸੀਂ ਬੰਦਾ ਫੜਿਆ। ਤੀਜਾ, ਪਾਵਰ ਕੌਮ ਦੇ ਜਿਹੜੇ ਸਮਝੌਤੇ ਹੋਏ ਨੇ ਬਿਜਲੀ ਬੋਰਡ ਕੰਪਨੀਆਂ ਦੇ ਨਾਲ, ਥਰਮਲਾਂ ਦੇ ਨਾਲ, ਉਹਨਾਂ ਤੇ ਅਸੀਂ ਕਾਨੂੰਨੀ ਪ੍ਰਕਿਰਿਆ ਦੀ ਉਡੀਕ ਕਰ ਰਹੇ ਹਾਂ। ਫੈਸਲਾ ਅਸੀਂ ਕਰ ਲਿਆ। ਹਾਲਾਂਕਿ ਦਿਖਾਇਆ ਇਹ ਗਿਆ ਕਿ ਅਸੀਂ ਪੇਸ਼ ਇਹ ਕੀਤਾ ਕਿ ਅਸੀਂ ਮੰਤਰੀ ਮੰਡਲ ਦੇ ਵਿਸਤਾਰ ਤੇ ਚਰਚਾ ਕੀਤੀ ਹੈ। ਜੇ ਕਪਤਾਨ ਨੂੰ 2% ਵੀ ਸੋਨੀਆ ਨੇ ਹਾਂ ਕੀਤੀ ਹੁੰਦੀ ਨਾ, ਤੇ ਕਪਤਾਨ ਨੇ ਆਉਂਦਿਆਂ ਹੀ ਪ੍ਰੈਸ ਨੂੰ ਮਿਲਣਾ ਸੀ, ਪਰ ਉਹ ਪ੍ਰੈਸ ਨੂੰ ਬਿਨਾਂ ਮਿਲਿਆਂ ਚਲੇ ਗਏ ਕਿਉਂਕਿ ਦਬਕਾ ਸੀ। ਜੇ ਕਪਤਾਨ ਸਾਹਿਬ ਸੋਨੀਆ ਨੂੰ ਮਿਲ ਕੇ ਥੋੜਾ ਜਿਹਾ ਹੰਗਾਰਾ ਉੱਥੋਂ ਥਾਪੜਾ ਮਿਲਦਾ ਤਾਂ ਉਹਨਾਂ ਨੇ ਵਾਛਾਂ ਖਿਲਾਰ ਕੇ ਪ੍ਰੈਸ ਨੂੰ ਜਵਾਬ ਦੇਣਾ ਸੀ, ਪਰ ਪ੍ਰੈਸ ਨੂੰ ਬਿਨਾਂ ਮਿਲਿਆ ਹੀ ਨਕਾਰ ਕੇ ਨੋ ਕਮੈਂਟ ਕਹਿ ਕੇ ਕਪਤਾਨ ਸਾਹਿਬ ਗੱਡੀ 'ਚ ਬੈਠ ਕੇ ਆਪਣਾ ਪ੍ਰਨੀਤ ਕੌਰ ਦੇ ਘਰੇ ਆ ਗਏ। ਫਿਰ ਉੱਥੇ ਜਿਹੜੇ ਇਹਨਾਂ ਦੇ ਖੇਮੇ ਦੇ ਸੀਗੇ ਉਹਨਾਂ ਦੇ ਨਾਲ ਇਹਨਾਂ ਨੇ ਆਪਣਾ ਗਲਾਸੀ ਜੰਕਸ਼ਨ ਸਾਂਝਾ ਕੀਤਾ। ਸਥਿਤੀ ਇਹ ਹੈ ਅਸਲ ਦੇ ਵਿੱਚ। ਜੀ ਸੁਰਿੰਦਰ। ਹਾਂ ਬਿਲਕੁਲ, ਇੱਕ ਖਬਰ ਇਹਦੇ 'ਚ ਲੈ ਲਾ ਮੈਂ, ਫਿਰ ਇਹਨੂੰ ਕੰਪਲੀਟ ਕਰਦਾ ਮੈਂ। ਜਿਹੜੀ ਹੁਣੇ ਲੇਟੈਸਟ ਆ ਰਹੀ ਆ, ਉਹ ਆ ਰਹੀ ਆ ਕਿ ਪ੍ਰਤਾਪ ਬਾਜਵਾ ਦੇ ਸਮੇਤ ਜਿਹੜੇ 5 ਸੰਸਦ ਮੈਂਬਰ ਆ, ਮੈਨੂੰ ਲੱਗਦਾ ਇਹਨਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਰਾਜ ਸਭਾ 'ਚੋਂ ਬਾਕੀ ਸੈਸ਼ਨ ਦੇ ਲਈ। ਉਹਨਾਂ 'ਚ ਪ੍ਰਤਾਪ ਬਾਜਵਾ ਵੀ ਆ, ਦਪਿੰਦਰ ਹੁੱਡਾ ਹਰਿਆਣੇ ਵਾਲਾ ਵਾ, ਭੁਪਿੰਦਰ ਹੁੱਡਾ ਦਾ ਮੁੰਡਾ, ਠੀਕ ਹੈ, ਆਮ ਆਦਮੀ ਪਾਰਟੀ ਦਾ ਸੰਜੇ ਸਿੰਘ ਆ, CPI ਦੇ ਕੋਈ ਆ ਵਿਨੇ ਵਿਸ਼ਨਮ, ਤੇ ਇੱਕ DMK ਆਗੂ ਆ, ਉਹਦਾ ਨਾਮ ਨਹੀਂ ਆਇਆ, ਪਰ ਇੰਨੀ ਕੁ ਆ ਰਹੀ ਆ। ਬਾਕੀ ਇਹਦੀ ਕਨਫਰਮੇਸ਼ਨ ਜਿਹੜੀ ਘੰਟੇ 2 ਘੰਟੇ ਤੱਕ ਹੋ ਜਾਏਗੀ। ਇਹ ਲੱਗਦਾ ਕਿ ਇਹਨਾਂ 5 ਨੂੰ ਬਾਕੀ ਦੇ ਰਹਿੰਦੇ ਸਮੇਂ ਲਈ ਜਿਹੜਾ ਉਹ ਸਭਾ 'ਚ ਜਿਹੜਾ ਉਹ ਮੁਅੱਤਲ ਕਰਨ ਦਾ ਜਿਹੜਾ ਉਹਨਾਂ ਨੇ ਫੈਸਲਾ ਲੈ ਲਿਆ। ਸੁਰਿੰਦਰ, ਜੇ ਇਹ ਮੁਅੱਤਲ ਕਰ ਦਿੱਤੇ ਨੇ, ਰਾਜ ਸਭਾ ਦੇ ਵਿੱਚ ਇਹਨਾਂ ਦੀ ਐਂਟਰੀ ਬੈਨ ਹੋ ਜਾਣੀ ਹੈ। ਐਂਟਰੀ ਬੈਨ ਹੋ ਜਾਣੀ ਆ ਤੇ ਇਹਨਾਂ ਦੀ ਵੋਟਿੰਗ ਵੈਲਿਊ ਖਤਮ ਹੋ ਜਾਣੀ ਆ, ਤੇ ਫਿਰ ਬਹੁਮਤ ਬਣ ਜਾਣਾ ਉਹਨਾਂ ਦਾ। ਫਿਰ ਤੇ ਬਿਜਲੀ ਸਬਸਿਡੀ ਬਿੱਲ ਦੀ ਮੋਹਰ ਪੱਕੀ ਹੈ। ਇਹ ਤਾਂ ਕਰਨਗੇ, ਅੱਜ ਹੋਰਾਂ ਨੂੰ ਵੀ ਕਰਨਗੇ ਕੱਲ੍ਹ ਵਾਲੇ ਰੌਲੇ ਦੀ ਬਿਨਾਂ ਤੇ। ਸ਼ਾਇਦ ਬਿਹਤਰ ਹੁੰਦਾ ਕਿ ਪਾਰਲੀਮੈਂਟ ਦੇ ਵਿੱਚ ਇਹ ਇਸ ਤਰ੍ਹਾਂ ਫਾਈਲਾਂ ਚਲਾਉਣ ਦੇ ਨਾਲੋਂ ਜੇ ਉਡੀਕ ਕਰਦੇ, ਖੇਤੀ ਮੁੱਦੇ ਤੇ ਉਹ ਨਹੀਂ ਬਹਿਸ ਕਰਦੇ, ਟਿਕ ਜਾਂਦੇ। ਪਰ ਵੱਡਾ ਮੁੱਦਾ ਜਿਹੜਾ ਹੈਗਾ ਨਾ ਬਿਜਲੀ ਸਬਸਿਡੀ ਬਿੱਲ ਦਾ, ਇਸ ਪਾਰਲੀਮੈਂਟ ਦੇ ਸਾਰੇ ਸੈਸ਼ਨ 'ਚੋਂ ਮੇਰੇ ਖਿਆਲ ਮੇਰੀ ਸਮਝ ਮੁਤਾਬਕ ਜਿਹੜਾ ਅਹਿਮ ਮੁੱਦਾ ਉਹ ਬਿਜਲੀ ਸਬਸਿਡੀ ਬਿੱਲ ਹੈ। ਜੇ ਉਸ ਬਿੱਲ ਵਾਲੇ ਦਿਨ ਸਾਰਾ ਕੁਝ ਕੀਤਾ ਜਾਂਦਾ, ਕੀ ਮੌਕੇ ਤੇ ਮੁਅੱਤਲੀ ਕਰਕੇ ਵੀ ਬਾਹਰ ਮਾਰਸ਼ਲ ਕੱਢ ਦਿੰਦੇ? ਨਹੀਂ ਕੱਢਦੇ ਸੀ। ਜੇ ਉਹਦੇ ਤੇ ਵੋਟਿੰਗ ਨਹੀਂ ਹੁੰਦੀ ਤੇ ਫਿਰ ਪਹਿਲਾਂ ਵਾਂਗੂ ਉਹੀ ਰੌਲਾ ਪਾ ਕੇ ਇਹਨਾਂ ਨੇ ਉਹ ਕਰਨਾ ਸੀਗਾ। ਸੋ ਸ਼ਾਇਦ ਕੱਲ ਥੋੜੀ ਜਿਹੀ ਵੇਟ ਕਰ ਲੈਂਦੇ, ਤੇ ਅੱਜ ਕਿਉਂਕਿ ਜੇ 5 ਦੀ ਮੁਅੱਤਲੀ ਹੋ ਗਈ ਹੈ ਤਾਂ ਸਮਝੋ ਕਿ 5 ਵੋਟਾਂ ਤਾਂ ਖਤਮ ਨੇ ਨਾ ਇਹਨਾਂ ਦੇ ਵਿਰੋਧੀਆਂ ਦੀਆਂ, ਤੇ 2-4 ਹੋਰ ਨੂੰ ਵੀ ਕਰਨਗੇ ਇਹ, ਜਾਂ ਫਿਰ ਅੱਜ ਵੀ ਕਰਨਗੇ। ਜੇ ਅੱਜ ਰੌਲਾ ਪਿਆ ਇਹਨਾਂ ਦੀ ਮੁਅੱਤਲੀ ਦੇ ਵਿਰੁੱਧ, ਜਿਹੜੇ ਬਾਕੀ ਰਹਿੰਦੇ ਨੇ ਉਹਨਾਂ ਨੂੰ ਵੀ ਰੱਦ ਕਰਨਗੇ। ਤੇ ਉਸ ਸਿਲਸਿਲੇ ਵਿੱਚ ਕਈ ਆਪਣੀ ਖੱਲ ਬਚਾਉਣ ਦੇ ਲਈ ਰੌਲਾ ਪਾਉਣਗੇ ਕਿ ਮੈਂ ਤਾਂ ਮੁਅੱਤਲ ਸੀ, ਨਹੀਂ ਤਾਂ ਮੈਂ BJP ਦਾ ਬਿੱਲ ਰੋਕਦਾ। ਇਹ ਵੀ ਕਿਤੇ ਨਾ ਕਿਤੇ BJP ਨੂੰ ਸਪੋਰਟ ਕਰਨ ਵਾਲੀ ਗੱਲ ਆ ਆਪਣੇ ਦੁਸ਼ਮਣ ਨੂੰ, ਕਿਉਂਕਿ ਜੇ ਉਹਦੇ ਤੇ ਡਿਵੀਜ਼ਨ ਹੁੰਦੀ, ਜੇ ਉਹਦੇ ਤੇ ਵੋਟ ਜਿਹੜੀ ਵੋਟਿੰਗ ਹੁੰਦੀ, ਤਾਂ ਉੱਥੇ ਪੰਗਾ ਪੈ ਸਕਦਾ ਸੀ ਕਿ ਸਾਇਲੈਂਟਲੀ ਵੋਟ ਪਾ ਲਓ। ਜੀ ਸੁਰਿੰਦਰ, ਇਹਦੇ ਤੇ ਦਿਓ ਕਮੈਂਟ ਪਲੀਜ਼। ਨਹੀਂ ਬਿਲਕੁਲ, ਮੈਂ ਪਹਿਲਾਂ ਕਿਹਾ ਸੀ, ਦੇਖੋ ਅਜੇ ਲੋਕ ਸਭਾ 'ਚ ਬਿਜਲੀ ਸੋਧ ਬਿੱਲ ਪੇਸ਼ ਨਹੀਂ ਹੋਇਆ, ਹੋ ਸਕਦਾ ਅੱਜ ਹੋ ਜਾਵੇ। ਜੇ ਅੱਜ ਹੋਇਆ ਤੇ ਰਾਜ ਸਭਾ 'ਚ ਅੱਜ ਤਾਂ ਜਾਣਾ ਨਹੀਂ, ਰਾਜ ਸਭਾ 'ਚ ਤੇ ਕੱਲ ਜਾਏਗਾ। ਉਹ ਜਦੋਂ ਕੱਲ ਜਾਏਗਾ ਤੇ ਕੱਲ ਉਹਦੇ ਤੇ ਬਹਿਸ ਕੱਲ ਹੋਏਗੀ। ਹੁਣ ਅੱਜ ਜਦੋਂ ਇਹ 5 ਦਾ ਜਿਹੜਾ ਅਜੇ ਕਨਫਰਮੇਸ਼ਨ ਨਹੀਂ ਹੈ, ਕਿਉਂਕਿ ਕਨਫਰਮੇਸ਼ਨ ਉਦੋਂ ਹੋਏਗੀ ਜਦੋਂ 11 ਵਜੇ ਰਾਜ ਸਭਾ ਦੀ ਕਾਰਵਾਈ ਸ਼ੁਰੂ ਹੋਏਗੀ। ਉਹਦੇ ਵਿੱਚ ਇਹ ਜਿਹੜਾ ਮਤਾ ਲਿਆਂਦਾ ਜਾਏਗਾ ਸੱਤਾਧਾਰੀ ਧਿਰ ਵੱਲੋਂ, ਜਿਹਨੂੰ ਕਿ ਉੱਥੇ ਸਭਾਪਤੀ ਹੋਏਗਾ ਜਾਂ ਉਪ ਸਭਾਪਤੀ ਹੋਏਗਾ, ਉਹ ਇਹਨੂੰ ਅਸੈਪਟ ਕਰੇਗਾ, ਤੇ ਉਹਦੇ ਬਾਅਦ ਇਹਨਾਂ ਦੀ ਮੁਅੱਤਲੀ ਜਿਹੜੀ ਆ ਉਹਦੇ ਤੇ ਮੋਹਰ ਲਾ ਦਿੱਤੀ ਜਾਏਗੀ। ਕਹਿ ਦਿੱਤਾ ਜਾਏਗਾ ਕਿ ਇਹਨਾਂ ਨੂੰ ਬਾਕੀ ਰਹਿੰਦੇ ਸਮੇਂ ਲਈ ਮੁਅੱਤਲ ਕਰ ਦਿੱਤਾ ਗਿਆ। ਠੀਕ ਹੈ, ਹੋਰ ਕਿੰਨਿਆਂ ਨੂੰ ਕਰਦੇ ਨੇ, ਕੀ ਕੁਝ ਕਰਦੇ, ਉਹ ਬਾਅਦ ਦੀ ਗੱਲ। ਮੈਂ ਸ਼ੁਰੂ 'ਚ ਕਿਹਾ ਸੀ ਕਿ ਜੇ ਰਾਜ ਸਭਾ 'ਚ ਬਿੱਲ ਉਹਨਾਂ ਨੇ ਪਾਸ ਕਰਵਾਉਣਾ ਤਾਂ ਫਿਰ ਉਹਨਾਂ ਨੂੰ ਵਿਰੋਧੀ ਧਿਰ ਜਿਹੜੀ ਉਹਨੂੰ ਬਾਹਰ ਦਾ ਰਸਤਾ ਜਿਹੜਾ ਉਹ ਦਿਖਾਉਣਾ ਪਏਗਾ। ਦਿਖਾਉਣ ਤੋਂ ਬਾਅਦ ਉਹਨਾਂ ਕੋਲੇ ਹੋਰ ਕੋਈ ਰਸਤਾ ਜਿਹੜਾ ਉਹ ਬਚਦਾ ਨਹੀਂ। ਠੀਕ ਹੈ, ਹੁਣ ਆ ਜਾਈਏ ਕੈਪਟਨ ਅਮਰਿੰਦਰ ਸਿੰਘ ਵੱਲ ਨੂੰ। ਠੀਕ ਹੈ, ਕੈਪਟਨ ਅਮਰਿੰਦਰ ਸਿੰਘ ਦੀ ਹਾਲਤ ਜਿਹੜੀ ਆ, ਦੇਖੋ ਚਲੋ ਠੀਕ ਆ, ਵਿਚਾਰਾ ਸੋਨੀਆ ਗਾਂਧੀ ਦੇ ਦਰਬਾਰ 'ਚੋਂ ਨਿਕਲਿਆ ਤੇ ਆਪਦੀ ਧਰਮ ਪਤਨੀ ਕੋਲ, ਅਸਲੀ ਧਰਮ ਪਤਨੀ ਕੋਲੇ ਚਲਾ ਗਿਆ। ਠੀਕ ਆ, ਚਲੋ ਚੰਗੀ ਗੱਲ ਸੀ, ਉਹਨੇ ਵੀ ਆਓ ਭਗਤ ਕੀਤੀ ਆ, ਨਹੀਂ ਤੇ ਇੰਨੀ ਦੇਰ ਬਾਹਰ ਜਾਵੇ ਤੇ ਅਗਲੀ ਇਹ ਵੀ ਕਹਿ ਸਕਦੀ ਆ ਭਾਈ ਸਾਹਿਬ ਤੁਸੀਂ ਕੌਣ ਹੋ। ਠੀਕ ਆ ਨਾ, ਚਲੋ ਚੰਗੀ ਗੱਲ ਆ, ਉਹਨੇ ਪਛਾਣ ਲਿਆ, ਇਹੀ ਬੜੀ ਵੱਡੀ ਗੱਲ ਆ ਕਿ
पछाण के चलो घरे वड़न की इजाजत देती है, इन्नी चंगा, बहुत चंगी गल आ। ठीक है, हुण कुल मिला के आ कि देखो ये जिहड़े व्यक्ति ने, जिहड़े राज सभा मैंबर ने, उहदे च वो आपां लो अपने की कहंदे हुंदे आ मैंबर पार्लीमेंट ने, आपां नूं पता है सारे कैप्टन खेमे ना शुरू तो खड़े आ, ते चलो उन्होंने भी उत्थे मीटिंग की है, इकट्ठे होए आ सारे जने, क्योंकि उस तो इलावा उन्होंने अमित शाह नूं मिले आ ते मिल के ये जिहड़े आ मीटिंग हो गई आ। पर कुल मिला के उत्थे दुखड़े रोए गए होणगे एक दूजे दे कि अंदरों इजाजत जिहड़ी वो अजे नहीं मिल रही। फिर ये भी कहंदे होणगे वो बांदर जा सिर ते बिठाता, बड़ा दुखी कीता, उत्थे वो नहीं टिकण दिंदा, इत्थे ये नहीं सुणदे। हुण नवीं रणनीति घड़ी जा रही होगी कि किधर नूं जाना, की कुछ करना। पर कुल मिला के 2 महीने का समा हो चलिया ਜਾਂ हो गया होएगा, अज तक डेट मेरा ख्याल 2 महीने के आस पास चली गई आ कि जदों तो कैबिनेट की मीटिंग नहीं हुई पंजाब च। जे कैबिनेट की मीटिंग नहीं हुई, यदा मतलब भी मुख मंत्री जिहड़ा वो खतरे च आ। जे कैबिनेट की मीटिंग नहीं कर सकिया, उन्होंने अपने हत्थां पैरां दी जिहड़ी वो पई हुई आ कि मैं जावां ते किधर नूं जावां। ठीक है ना, वो विधान सभा का सैशन सदन जोगे, जे सैशन सद लिया, ਜਿਹੜੇ ਮੁੱਦਿਆਂ ਦੇ ਉੱਤੇ ਉਹਨੂੰ ਆਪੋਜੀਸ਼ਨ ਨੇ ਘੇਰਨਾ ਹੁੰਦਾ, ਉਹਦੀ ਆਪਣੀ ਪਾਰਟੀ ਘੇਰਨ ਲਈ ਤਿਆਰ ਬੈਠੀ ਆ। ਉਹ ਕਹਿੰਦੀ ਆ ਕਿ ਜੇ ਇਹ ਜਿਹੜੇ ਆ ਇਹ ਮਤੇ ਨਾ ਲੈ ਕੇ ਆਂਦੇ ਗਏ, ਅਸੀਂ ਲੈ ਆਉਣੇ ਆ ਤੇ ਲਿਆ ਕੇ ਅਸੀਂ ਪਾਸ ਕਰਾਵਾਂਗੇ। ਠੀਕ ਆ, ਉਹਨਾਂ ਕੋਲ 63 ਚੌਣ ਦਾ ਬਹੁਮਤ ਆ ਤੇ ਕੈਪਟਨ ਸਾਹਿਬ ਕੋਲੇ ਤੇ ਕੁਝ ਨਹੀਂ ਬਚਦਾ। ਜਦੋਂ ਉੱਤੋਂ ਘੁਰਕੀ ਆ ਗਈ ਤੇ ਰਹਿੰਦੇ ਵੀ ਭੱਜ ਜਾਣੇ, ਕੈਪਟਨ ਸਾਹਿਬ ਕੱਲੇ ਕੱਲੇ ਬੈਠੇ ਦੇਖਣਗੇ ਤੇ ਸਪੀਕਰ ਨੇ ਜੇ ਚੀਪੈ ਕੀਤੀ ਤੇ ਫਿਰ ਸਪੀਕਰ ਉਹਨਾਂ ਨੇ ਉਹ ਹਾਲਤ ਕਰਨੀ ਆ ਜਿਹੜੀ ਗਿੱਦੜ ਜਦੋਂ ਜੰਗਲ ਚੋਂ ਨਿਕਲ ਕੇ ਪਿੰਡ ਵੱਲ ਨੂੰ ਭੱਜਦਾ ਤੇ ਫਿਰ ਰੂੜੀਆਂ ਤੇ ਜਿਹੜਾ ਕੁੱਤੇ ਉਹਦੇ ਆ ਖੁਰਕ ਖਾਦੇ ਉਹ ਵੀ ਢਾ ਲੈਂਦੇ ਆ। ਉਹ ਹਾਲਤ ਫਿਰ ਵਿਧਾਨ ਸਭਾ ਦੀ ਜਿਹੜੀ ਆ ਉਹ ਹੋਣੀ ਆ ਕਿਤੇ ਨਾ ਕਿਤੇ ਆ। ਕੈਪਟਨ ਅਮਰਿੰਦਰ ਸਿੰਘ ਜਿਹੜਾ ਉਹ ਕਸੂਤਾ ਫਸ ਚੁੱਕਿਆ। ਕੈਪਟਨ ਅਮਰਿੰਦਰ ਸਿੰਘ ਨੇ ਇੱਕ ਤਾਂ ਲੰਬੇ ਸਮੇਂ ਤੋਂ ਇਹ ਮਸਲਾ ਲਟਕਦਾ ਆ ਰਿਹਾ ਕਿ ਰਾਣਾ KP ਸਿੰਘ ਨੂੰ ਜਿਹੜਾ ਉਹ ਮੰਤਰੀ ਬਣਾਉਣਾ ਤੇ ਸਪੀਕਰ ਕਿਸੇ ਨੂੰ ਹੋਰ ਬਣਾਉਣਾ। ਮੈਨੂੰ ਨਹੀਂ ਸਮਝ ਆਉਂਦੀ। 4.5 ਸਾਲ ਤੋਂ ਵੱਧ ਦਾ ਸਮਾਂ ਲੰਘ ਗਿਆ, ਕਿੰਨਾ ਕੁ ਸਮਾਂ ਬਚਿਆ ਜਿਹਦੇ ਲਈ ਉਹਨੂੰ ਮੰਤਰੀ ਬਣਾਉਣਾ। ਵਿਧਾਨ ਸਭਾ ਦਾ ਸਪੀਕਰ ਆ, ਛੋਟੀ ਪੋਸਟ ਥੋੜੀ ਆ। ਠੀਕ ਹੈ, ਉਹਦੇ ਕੋਲ ਵੀ ਉਹ ਵੀ ਕੈਬਨਿਟ ਆ, ਉਹਦੀ ਕਈ ਗੱਲ ਕੋਈ ਮੰਤਰੀ ਨਹੀਂ ਟਾਲ ਸਕਦਾ, ਕੋਈ ਮੁੱਖ ਮੰਤਰੀ ਨਹੀਂ ਟਾਲਦਾ। ਸਾਰੇ ਆ, ਸਾਰੇ ਉਹਨੂੰ ਜੀ ਕਹਿ ਕੇ ਬੁਲਾਉਂਦੇ। ਵਿਧਾਨ ਸਭਾ ਦੇ ਵਿੱਚ ਕਿਸੇ ਦੀ ਹਿੰਮਤ ਨਹੀਂ ਹੁੰਦੀ ਉੱਥੇ ਚੀਂਪੈ ਕਰ ਜਵੇ। ਹੁਣ ਇਸ ਤੋਂ ਵੱਧ ਕੀ ਚਾਹੀਦਾ ਹੁੰਦਾ। ਠੀਕ ਆ, ਉਹ ਵੱਖਰੀ ਗੱਲ ਆ ਕਿ ਸਾਡੇ ਵਰਗੇ ਫਿਰ ਸਪੀਕਰ ਨੂੰ ਧੂਤਾ ਵੀ ਕਹਿ ਦਿੰਦੇ ਵੀ ਧੂਤਾ ਜਿਹੜੀ ਪਿੱਛੋਂ ਆਵਾਜ਼ ਆਉਂਦੀ ਉਹ ਨਿਕਲਦੀ ਆ, ਤਾਂ ਹੈਗੀ ਵੀ ਉਹ ਸੱਚੀ ਆ। ਪਰ ਗੱਲ ਤੇ ਸਪੀਕਰ ਦਾ ਸਪੀਕਰ ਆ, ਪਰ ਹੁਣ ਸਪੀਕਰ ਕਹਿੰਦਾ ਮੰਤਰੀ ਬਣਨਾ। ਦੂਸਰੀ ਗੱਲ ਆ ਰਾਜਕੁਮਾਰ ਵੇਰਕਾ, ਉਹ ਵਿਚਾਰਾ ਰੋਜ਼ ਦੰਦਾਂ ਤੇ ਹੱਥੀਆਂ ਆਪਣੇ ਦੰਦਾਂ ਨਾਲ ਹੱਥਾਂ ਤੇ ਦੰਦੀਆਂ ਵੜਦਾ ਹੋਊਗਾ ਕਿ ਕਿਹੜਾ ਵੇਲਾ ਮੇਰੀ ਵਾਰੀ ਆ ਜਾਵੇ, ਇੱਕ ਵਾਰੀ ਮੰਤਰੀ ਤਾਂ ਬਣ ਜਾਵਾਂ। ਉਹ ਵਿਚਾਰਾ ਰੋਜ਼ ਲਿਲਕੜੀਆਂ ਖੜਦਾ, ਪਰ ਉਹਦੀਆਂ ਲਿਲਕੜੀਆਂ ਅਜੇ ਤੱਕ ਸਫਲ ਹੁੰਦੀਆਂ ਨਹੀਂ ਦਿਖਾਈ ਦਿੰਦੀਆਂ। ਪਤਾ ਨਹੀਂ ਕਿੱਦਣ ਹੋਣੀਆਂ ਜਾਂ ਕਿੱਦਣ ਨਹੀਂ ਹੋਣੀਆਂ। ਹੁਣ ਕੈਪਟਨ ਅਮਰਿੰਦਰ ਸਿੰਘ ਨੇ ਝੰਡਾ ਚੜਾਉਣ ਦੇ ਲਈ ਜਿਹੜੇ ਅਲੱਗ-ਅਲੱਗ ਜ਼ਿਲ੍ਹੇ ਜਿਹੜੇ ਆ ਹੈੱਡਕੁਆਟਰ ਆ ਉਹ ਅਨਾਉਂਸ ਕੀਤੇ ਆ, ਬੜੀ ਸੋਚ ਵਿਚਾਰ ਤੋਂ ਬਾਅਦ ਕੀਤੇ ਆ ਕਿ ਦੇਖੀਏ ਕਿਤੇ ਨਾ ਕਿਤੇ ਸਾਨੂੰ ਪਰਮਿਸ਼ਨ ਮਿਲ ਜਾਵੇ। ਉਹਨੂੰ ਅਸੀਂ 15 ਤੋਂ ਪਹਿਲਾਂ ਲੈ ਲਵਾਂ ਤੇ ਇਹਨਾਂ ਸਾਰਿਆਂ ਨੂੰ ਇੱਥੋਂ ਤੁਰਦਾ ਕਰਦੇ ਆ, ਇਹ ਤੁਰਦੇ ਹੋ ਜਾਣਗੇ ਤੇ ਮੈਂ ਆਰਾਮ ਦੇ ਨਾਲ ਆਪਣੇ ਹਿਸਾਬ ਨਾਲ ਮੰਤਰੀ ਮੰਡਲ ਦਾ ਗਠਨ ਕਰ ਲੂੰਗਾ। ਕੀਤਾ ਹੀ 2002 ਤੋਂ 7 ਤੱਕ ਕੀਤਾ। ਪਿਛਲੀ ਵਾਰੀ ਜਿਹੜੇ ਇਸੇ ਸਰਕਾਰ ਦੇ ਵਿੱਚ 2017 ਤੋਂ ਲੈ ਕੇ 2 ਵਾਰੀ ਵਾਧਾ ਹੋਇਆ, ਆਪਣੀ ਮਰਜ਼ੀ ਦੇ ਲਾਏ ਆ। ਉਹ ਵੱਖਰੀ ਗੱਲ ਹੈ ਕਿ ਇਹਨਾਂ ਦਾ ਖਾਸਮ ਖਾਸ ਸੀ, ਉਹਨੂੰ ਬਾਹਰ ਦਾ ਰਸਤਾ ਜਿਹੜਾ ਸੀ ਉਹ ਰਾਹੁਲ ਗਾਂਧੀ ਨੇ ਦਿਖਾਇਆ ਸੀਗਾ। ਪਰ ਕੁੱਲ ਮਿਲਾ ਕੇ ਆ ਕੈਪਟਨ ਅਮਰਿੰਦਰ ਸਿੰਘ ਦੀਆਂ ਇਸ ਵਕਤ ਜਿਹੜੀਆਂ ਉਹ ਧਰੀਆਂ ਸਾਰੀਆਂ ਰਹਿੰਦੀਆਂ ਤੁਰੀਆਂ ਜਾ ਰਹੀਆਂ। ਇਹ ਸਮੱਸਿਆ ਉਹਦੇ ਲਈ ਵਾਰ-ਵਾਰ ਜਿਹੜੀ ਆ ਉਹ ਆ ਰਹੀ ਆ। ਹੁਣ ਅਗਲੀ ਗੱਲ ਤੁਸੀਂ ਕਿਹਾ RTI ਦੀ ਗੱਲ ਆ ਕਿ 4.5 ਸਾਲ ਦਾ ਸਮਾਂ ਨਿਕਲ ਗਿਆ। RTI ਪੈ ਰਹੀ ਆ ਕਿ ਦੱਸੋ, RTI 'ਚ ਉਹ ਪੁੱਛ ਰਹੇ ਨੇ ਕਿ ਦੱਸੋ ਤੁਸੀਂ ਹੁਣ ਤੱਕ ਕੀਤਾ ਕੀ ਆ। ਸੂਬਾ ਸਰਕਾਰ ਕਹਿੰਦੀ ਹੈ ਅਸੀਂ ਦੱਸਣਾ ਹੀ ਨਹੀਂ। ਤਾਂ ਦੱਸੇ ਕੀ, ਜੇ ਪੱਲੇ ਕੁਛ ਹੋਵੇ ਤਾਂ ਹੀ ਹੈ ਨਾ। ਅਲਟਰਾਸਾਊਂਡ ਤਾਂ ਹੀ ਹੋਊਗਾ ਜੇ ਢੇਡ 'ਚ ਕੁਛ ਹੋਊਗਾ। ਜੋ ਢੇਡ 'ਚ ਹੀ ਕੱਖ ਨਹੀਂ ਹੈ ਤੇ ਲੋਕਾਂ ਨੂੰ ਵਹਿਮ ਪਾਲਿਆ ਜਾ ਰਿਹਾ ਤੇ ਫਿਰ ਕਿੰਨੀ ਕੁ ਦੇਰ ਕੰਮ ਚੱਲੂਗਾ। ਫਿਰ ਇਹੀ ਆ ਕਿ RTI 'ਚ ਇਨਫੋਰਮੇਸ਼ਨ ਦੇਣ ਤੋਂ ਇਨਕਾਰ ਕਰ ਦੋ। ਫਿਰ ਕੀ ਹੋਏਗਾ ਕਿ ਜਿਹੜਾ RTI ਦਾ ਕਮਿਸ਼ਨਰ ਆ ਉਹਦੇ ਕੋਲ ਚਲ ਜਾਣਗੇ, ਉੱਥੇ ਜਾ ਕੇ ਕਹਿਣਗੇ ਕਿ ਦੇਖੋ ਜੀ ਉਹਨਾਂ ਨੇ ਇੰਨੇ ਸਮੇਂ 'ਚ ਸਾਨੂੰ ਜਿਹੜੀ ਆ ਇਹਦੀ ਇਨਫੋਰਮੇਸ਼ਨ ਨਹੀਂ ਦਿੱਤੀ। ਉਹ ਕੌਣ ਨੇ? ਉਹ ਸਰਕਾਰ ਦੇ ਲਾਏ ਹੋਏ ਆ, ਉਹਨਾਂ ਨੂੰ ਦੇ ਚੱਲ ਜੂਗਾ। ਉਹ 5-7 ਪੇਸ਼ੀਆਂ ਪਾਉਣਗੇ, ਉਹਨੇ 'ਚ ਸਰਕਾਰ ਦਾ ਸਮਾਂ ਖਤਮ ਹੋ ਜੂਗਾ ਤੇ ਗੱਲ ਆਈ ਗਈ ਹੋ ਜੂਗੀ। ਨਵੀਂ ਸਰਕਾਰ ਆ ਜੂਗੀ, ਕੰਮ ਜਿਹੜਾ ਵਾ ਉਹ ਖਤਮ ਹੋ ਜੂਗਾ। ਇਹ ਹਾਲਾਤਾਂ ਨੇ। ਜਦੋਂ ਨਿਕੰਮੀਆਂ ਸਰਕਾਰਾਂ ਹੋਣ ਤੇ ਇਹੀ ਕੁਛ ਹੁੰਦਾ। ਯਾਨੀ ਕਿ ਜੇ ਮੈਂ ਕਹਿਦਾ ਨਿਕੰਮੇ ਜਾਂ ਕਮਜ਼ੋਰ ਮਾਂ ਬਾਪ ਦੀ ਔਲਾਦ ਵੀ ਨਿਕੰਮੀ ਤੇ ਕਮਜ਼ੋਰ ਹੀ ਹੋਇਆ ਕਰਦੀ ਆ।
ਉਹ ਹਾਲਤ ਇਸ ਵਕਤ ਸੂਬਾ ਸਰਕਾਰ ਜਿਹੜੀ ਉਹਦੀ ਬਣੀ ਹੋਈ ਆ। ਦੂਸਰੀ ਆ ਕਿ ਨਵਜੋਤ ਸਿੱਧੂ ਨੇ ਕੱਲ ਬਰਾਬਰ ਜਿਹੜੀ ਆ ਉਹ ਜਿਹੜੇ OBC ਸੀ ਉਹਦੇ ਨਾਲ ਸੰਬੰਧਿਤ 9 ਵਿਧਾਇਕ ਸੀ ਤੇ ਬਾਕੀ ਪੂਰੀ ਸਟੇਟ ਦੀ ਜਿਹੜੀ ਸੀਗੀ ਉਹ ਬੋਡੀ ਸੱਦ ਕੇ ਕੱਲ ਉਹਨੇ ਵੀ ਮੀਟਿੰਗ ਬਰਾਬਰ ਕਰ ਦਿੱਤੀ। ਉਹਨੇ ਵੀ ਆਪਣਾ ਦਮਖਮ ਦਿਖਾਤਾ। ਇੱਕ ਬੰਨੇ ਉਹਦਾ ਖੇਮਾ ਜਿਹੜਾ ਸੀ ਉਹਦੇ 'ਚ 5 ਮੰਤਰੀ ਤੇ ਨਾਲ 2 MLA ਜਿਹੜੇ ਸੀਗੇ ਉਹ ਲੱਗੇ, ਇੱਕ ਐਕਟਿੰਗ ਪ੍ਰਧਾਨ। ਉਹਨਾਂ ਨੇ ਸਮਾਂ ਮੰਗ ਲਿਆ ਕਿਉਂਕਿ ਉਹ ਵੀ ਕੱਚੇ ਚਿੱਠੇ ਲਿਜਾਣੇ ਚਾਹੁੰਦੇ। ਹੁਣ ਨਵਜੋਤ ਸਿੱਧੂ ਨਹੀਂ ਜਾਊਗਾ, ਇਹ ਜੇ ਇਹਨਾਂ ਨੂੰ ਸਮਾਂ ਮਿਲ ਗਿਆ ਇਹ ਕੱਚੇ ਚਿੱਠੇ ਬੋਲਣਗੇ। ਹੁਣ ਜਾਨੀ ਕਿ ਕੁੱਲ ਮਿਲਾ ਕੇ ਆ ਕੈਪਟਨ ਅਮਰਿੰਦਰ ਸਿੰਘ ਨੂੰ ਨਾ ਆਪੋਜੀਸ਼ਨ 'ਚ ਆਮ ਆਦਮੀ ਪਾਰਟੀ ਤੋਂ ਖਤਰਾ, ਨਾ ਅਕਾਲੀ ਦਲ ਤੋਂ ਖਤਰਾ ਤੇ ਨਾ BJP ਤੋਂ ਖਤਰਾ। ਉਹਨੂੰ ਖਤਰਾ ਖੁਦ ਦੀ ਆਪਣੀ ਪਾਰਟੀ ਆ ਜਿਹਦੇ 'ਚ 64 ਜਾਂ 65 MLA ਉਹਦੇ ਤੋਂ ਬਗਾਵਤ ਕਰ ਚੁੱਕੇ ਨੇ। ਉਹਦਾ ਖਤਰਾ ਉਹਦੇ ਕੋਲ ਬਚਦੇ ਜਿਹੜੇ ਉਹਦੇ ਸਮੇਤ 13 ਜਾਂ 14 ਬਚਦੇ ਨੇ, ਉਹਨਾਂ ਨਾਲ ਕਿੰਨੀ ਦੇਰ ਡੰਗ ਟਪਾਊਗਾ। ਹੁਣ ਡੰਗ ਟਪਾਉਣ ਵਾਲਾ ਹੱਲ ਇਸ ਵਕਤ ਉਸ ਵਿਅਕਤੀ ਦਾ ਜਿਹੜਾ ਉਹ ਹੋਇਆ ਪਿਆ ਵਾ। ਇਸ ਦੌਰਾਨ ਕਿਸਾਨ ਅੰਦੋਲਨ ਦੀ ਕੀ ਅਪਡੇਟ ਹੈ? ਗੁਰਨਾਮ ਸਿੰਘ ਚੜੂਨੀ ਧੜਾ ਜਾਂ ਜਿਸ ਤਰ੍ਹਾਂ ਮੈਂ ਕੁਛ ਪਟਿਆਲਾ ਦੇ ਵਿੱਚ ਮਜ਼ਦੂਰ ਧਰਨਾ ਲੱਗਿਆ ਤੇ ਉਧਰ ਬਾਰਡਰ ਤੇ ਕੀ ਹਾਲਾਤ ਨੇ ਉਹਨਾਂ ਦੀ ਗੱਲਬਾਤ ਕਰੋ। ਫਿਰ ਉਸ ਤੋਂ ਬਾਅਦ ਆਪਾਂ ਫਿਰ ਥੋੜਾ ਜਿਹਾ ਪੰਜਾਬ ਵੱਲ ਨੂੰ ਵੀ ਨਾਲ ਲਵਾਂਗੇ ਖਬਰ ਕਿ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਨੇ RTE ਐਕਟ ਦੀ ਸੰਘੀ ਘੁੱਟ ਦਿੱਤੀ ਹੈ। ਸੁਪਰੀਮ ਕੋਰਟ ਦੇ ਹੁਕਮਾਂ ਦਾ ਹਵਾਲਾ ਦੇ ਕੇ ਪ੍ਰਸ਼ਾਸਕੀ ਸੁਧਾਰਾਂ ਵਿਭਾਗ ਨੇ ਪੱਤਰ ਜਾਰੀ ਕੀਤਾ ਕਿ ਅਸੀਂ ਇਹਨਾਂ ਮਹਿਕਮਿਆਂ ਦੇ ਸੰਬੰਧਿਤ ਕੋਈ ਵੀ ਸੂਚਨਾ ਅਗਰ ਪੁੱਛਦਾ ਹੈ ਅਸੀਂ ਇਹ ਸੂਚਨਾ ਨਹੀਂ ਦੇ ਸਕਦੇ। RTE ਕਾਰਕੁਨਾਂ ਨੇ ਕੁਲਦੀਪ ਸਿੰਘ ਖਹਿਰਾ ਹੋਰਾਂ ਨੇ ਇਸ ਨੂੰ ਸਰਕਾਰ ਦਾ ਲੋਕ ਵਿਰੋਧੀ ਫੈਸਲਾ ਕਰਾਰ ਦਿੱਤਾ। ਜਿਸ ਤਰ੍ਹਾਂ ਰਾਈਟ ਟੂ ਇਨਫੋਰਮੇਸ਼ਨ ਐਕਟ ਹੈ, ਨਾ ਮੋਦੀ ਸਰਕਾਰ ਦਿੰਦੀ ਹੈ ਜਸ਼ੋਦਾਬੇਨ ਨੂੰ ਨਾ ਹੋਰਾਂ ਨੂੰ, ਤੇ ਕਪਤਾਨ ਸਾਹਿਬ ਵੀ ਹੁਣ RTE ਦੇ ਮਾਮਲੇ 'ਚ ਇਹੀ ਕੁਛ ਕਰ ਰਹੇ ਨੇ। ਇਹ ਬਾਅਦ 'ਚ ਲੈ ਲਿਓ ਤੇ ਪਹਿਲਾਂ ਕਿਸਾਨੀ ਮੁੱਦਿਆਂ ਦੀ ਜਾਂ ਪੰਜਾਬ ਦੀਆਂ ਹੋਰ ਸਿਆਸੀ ਪਾਰਟੀਆਂ ਦਾ ਲੇਖਾ ਜੋਖਾ। ਜੀ ਸੁਰਿੰਦਰ, ਪਹਿਲਾਂ ਤੇ ਆ ਗੁਰਨਾਮ ਸਿੰਘ ਚੜੂਨੀ ਲੈ ਲਈਏ, ਜ਼ਿਆਦਾ ਭੁੜਕਦਾ ਪਹਿਲਾਂ ਇਹਨੂੰ ਲੈ ਲਈਏ ਕਿਉਂਕਿ ਉਹ ਜਿਹੜਾ ਹਲਕਾ ਦਾਣਾ ਹੁੰਦਾ ਨੀ ਗਾ ਜਦੋਂ ਕੜਾਈ 'ਚ ਭੁੰਨਣ ਲਈ ਪਾਇਆ ਜਾਂਦਾ ਉਹ ਛਾਲਾਂ ਜ਼ਿਆਦੀਆਂ ਮਾਰਦਾ ਹੁੰਦਾ, ਠੀਕ ਹੈ ਨਾ। ਉਹ ਹਾਲਤ ਬਣੀ ਪਈ ਆ। ਹੁਣ ਇਸੇ ਤਰ੍ਹਾਂ ਲਾਲ ਕਿਸ਼ਨ ਅਡਵਾਨੀ ਵੀ ਸੀ, ਪ੍ਰਾਈਮ ਮਿਨਿਸਟਰ ਇਨ ਵੇਟਿੰਗ ਸੀਗਾ, ਠੀਕ ਹੈ। ਤੇ 2004 'ਚ ਕੀ ਕੁਛ ਹੋਇਆ ਸੀਗਾ ਉਹ ਸਾਰਿਆਂ ਨੂੰ ਪਤਾ ਹੀ ਆ, ਠੀਕ ਹੈ। ਉਹਦੇ ਬਾਅਦ 2009 'ਚ ਕੀ ਹੋਇਆ ਸੀ ਉਹ ਵੀ ਸਾਰਿਆਂ ਨੂੰ ਪਤਾ। ਤਾਂ ਅਖੀਰ ਫਿਰ ਆਪਣੇ ਕੋੜਮੇ ਨੇ ਬੋਰੀ ਬਿਸਤਰਾ ਗੋਲ ਕਰਕੇ ਮੁਰਲੀ ਮਨੋਹਰ ਜੋਸ਼ੀ ਤੇ ਇਹਨੂੰ ਸਾਰਿਆਂ ਨੂੰ ਲੈ ਕੇ ਉਹ ਖੁੱਡੇ ਲੈਣ ਬਿਠਾਤਾ ਸੀ। ਕਹਿੰਦੇ ਉੱਥੇ ਬਹਿ ਜਾ ਆਰਾਮ ਨਾਲ, ਠੀਕ ਆ, ਰੋਟੀਆਂ ਟੁੱਕਰ ਮਿਲੂਗਾ, ਖਾਣਾ ਖਾ ਲਈ, ਜੇ ਬਾਹਰ ਜਾਣਾ ਤੇ ਚੱਕ ਡਗੋਰੀ ਨਿਕਲ ਬਾਹਰ, ਠੀਕ ਹੈ। ਉਹ ਹਾਲਤ ਇਸ ਵੇਲੇ ਗੁਰਨਾਮ ਸਿੰਘ ਚੜੂਨੀ ਦੀ ਬਣੀ ਹੋਈ ਆ। ਗੁਰਨਾਮ ਸਿੰਘ ਚੜੂਨੀ CM ਇਨ ਵੇਟਿੰਗ ਹੋ ਗਿਆ ਹੁਣ, ਠੀਕ ਹੈ। CM ਵੇਟਿੰਗ ਹੋ ਗਿਆ, ਨਾ ਪਾਰਟੀ ਨਾ ਕੋਈ ਢਾਂਚਾ ਪਾਰਟੀ ਦਾ, ਨਾ ਕੋਈ MLA, ਸਿੱਧਾ CM ਇਨ ਵੇਟਿੰਗ ਵਪਾਰੀਆਂ ਦੇ ਸਿਰ ਤੇ, ਠੀਕ ਆ। ਠੀਕ ਆ, ਵਪਾਰੀ ਇਸ ਵਕਤ ਆਏ ਨੇ ਸਾਰੇ ਦੇ ਸਾਰੇ ਕਿਸਾਨੀ ਅੰਦੋਲਨ ਕਰਕੇ, ਕਿਉਂਕਿ ਉਹਨਾਂ ਨੂੰ ਪਤਾ ਕਿ ਕਿਸਾਨੀ ਜੇ ਖਤਮ ਹੋ ਗਈ ਤੇ ਸਾਡੀ ਵੀ ਰੀੜ੍ਹ ਦੀ ਹੱਡੀ ਟੁੱਟ ਜਾਣੀ ਆ। ਹੁਣ ਤੱਕ ਵਪਾਰੀ ਦਾ ਝਗੜਾ ਹੀ ਕਿਸਾਨ ਨਾਲ ਸੀ ਅੱਜ ਤੱਕ। ਇਸੇ ਕਰਕੇ ਕਿਸਾਨ ਹਮੇਸ਼ਾ ਕਹਿੰਦਾ ਸੀ ਸਾਨੂੰ ਪੇਮੈਂਟ ਡਾਇਰੈਕਟ ਹੋਵੇ, ਅਸੀਂ ਆੜਤੀਏ ਦੇ ਥਰੂ ਨਹੀਂ ਲੈਣੀ। ਉਹਦਾ ਝਗੜਾ ਕਿੱਥੇ ਸੀ? ਇਹਨਾਂ ਕਾਰਪੋਰੇਟ ਘਰਾਣਿਆਂ ਦੇ ਨਾਲ ਹੀ ਸੀ, ਸਾਰਿਆਂ ਨਾਲ। ਜਿੰਨਾ ਵਪਾਰੀ ਵਰਗ ਸੀ ਥੱਲੇ ਤੋਂ ਲੈ ਕੇ ਉੱਪਰ ਤੱਕ ਉਹਦੇ ਨਾਲ ਝਗੜਾ ਚੱਲਦਾ ਸੀ। ਉਹ ਕਹਿੰਦਾ ਸਾਰੀ ਦਾਲਾਂ ਬੀਜਦੇ ਆ, ਸਾਡੇ ਤੋਂ 40 ਰੁਪਏ ਨੂੰ ਨਹੀਂ ਚੱਕਦੇ, ਅੱਗੇ ਲਿਜਾ ਕੇ 150 ਨੂੰ ਵੇਚਦੇ ਆ। ਰੌਲਾ ਤਾਂ ਇਹ ਸੀਗਾ, ਇਹਨਾਂ ਨਾਲ ਹੀ ਸੀ ਨਾ। ਹਰ ਵਿਅਕਤੀ ਜਿਹੜਾ ਵੀ ਵਪਾਰੀ ਆ ਉਹ ਜਿਹੜੀ ਵੀ ਜੇ ਉਹਦੀ ਇੰਡਸਟਰੀ ਆ ਉੱਥੇ ਜਿਹੜੀ ਚੀਜ਼ ਪੈਦਾ ਕੀਤੀ ਜਾਂਦੀ ਉਹਦਾ ਰੇਟ ਉਹਦੇ ਮੁਤਾਬਕ ਤੈਅ ਹੁੰਦਾ। ਜਿਹੜੀ ਵੀ ਇੰਡਸਟਰੀ ਨੂੰ ਦੇਖ ਲਓ, ਪੈਸਟੀਸਾਈਡ ਆ ਉਹਨਾਂ ਮੁਤਾਬਕ ਰੇਟ, ਫਰਟੀਲਾਈਜ਼ਰ ਆ ਉਹਨਾਂ ਮੁਤਾਬਕ ਰੇਟ ਆ, ਠੀਕ ਆ। ਤੁਸੀਂ ਸੂਈ ਤੋਂ ਲੈ ਕੇ ਜਹਾਜ਼ ਤੱਕ ਜਿਹੜੀ ਚੀਜ਼ ਲੈਣ ਚਲੇ ਜਾਓ ਬਾਜ਼ਾਰ ਚੋਂ ਰੇਟ ਉਹਨਾਂ ਮੁਤਾਬਕ ਆ। ਇੱਕ ਕਿਸਾਨ ਆ ਜਿਹਦੀ ਉਪਜ ਦਾ ਰੇਟ ਉਹਦੇ ਮੁਤਾਬਕ ਨਹੀਂ ਆ। ਪਹਿਲਾਂ ਤੋਂ ਘਰ ਤੋਂ ਤੁਰਦਾ, ਕਹਿੰਦਾ ਕਿੱਥੇ ਚੱਲਿਆ, ਕਹਿੰਦਾ ਮੰਡੀ 'ਚ ਸੁੱਟਣ ਚੱਲਿਆ। ਪਹਿਲਾਂ ਤਾਂ ਸੁੱਟਣ ਸ਼ਬਦ ਚੱਲਿਆ ਹੋਇਆ, ਠੀਕ ਆ। ਉਹ ਪਤਾ ਨਹੀਂ ਕਦੋਂ ਤੋਂ ਪੈਦਾ ਹੋਇਆ ਕਦੋਂ ਤੋਂ ਨਹੀਂ, ਆਪਾਂ ਤਾਂ ਜਿਉਂ ਜੰਮੇ ਆ ਉਦੋਂ ਤੋਂ ਇੱਕੋ ਹੀ ਸੁਣਦੇ ਆ ਕਿ ਦੇਖੋ ਜੀ ਫਸਲ ਸੁੱਟਣ ਚੱਲੇ ਆ, ਠੀਕ ਆ। ਤੇ ਵਾਕਿਆ ਸੁੱਟਣ ਵਾਲੀ ਹਾਲਤ ਆ। MSP ਆ, ਪ੍ਰੋਕਿਉਰਮੈਂਟ ਆ, ਪਰ ਰੇਟ ਕਿਸਾਨ ਦੇ ਮੁਤਾਬਕ ਨਹੀਂ ਹੈ। ਤੇ ਫਿਰ ਕਿੱਥੇ ਜਾਣਾ? ਰੇਟ ਕਿਹਦੇ ਆ? ਵਪਾਰੀ ਦੇ ਮੁਤਾਬਕ ਆ। ਮੈਂ ਤਾਂ ਸਬਜ਼ੀ ਮੰਡੀ ਚਲ ਗਿਆ, ਅੰਬ ਲੈਣੇ ਸੀਗੇ ਉਹਦੇ ਲਈ, ਅਚਾਰ ਦੇ ਲਈ, ਤੇ ਮੈਂ ਚਲਾ ਗਿਆ।
ਉੱਥੇ ਮਹਾਜਨ ਇੱਕ ਖੜਾ ਅੰਬ ਖਰੀਦ ਰਿਹਾ। ਅੰਬ ਖਰੀਦਦਾ, ਉਹਨੂੰ ਕਹਿੰਦਾ ਵੀ ਜਿਹੜੇ ਉਹਨੇ ਰੇਹੜੀ ਵਾਲੇ ਨੇ ਅੱਗੇ ਭਈਆ ਰੱਖਿਆ ਹੋਇਆ ਸੀ, ਕਹਿੰਦਾ ਵੀ ਮੈਂ ਸਾਰੀ ਮੰਡੀ ਘੁੰਮ ਆਇਆ, ਕਹਿੰਦਾ ਤੁਹਾਡੇ ਭਈਆਂ ਦੀ ਤਾਦਾਦ, ਉਹ ਕਹਿੰਦਾ ਜੀ 5-4 ਜਣੇ ਅਸੀਂ ਬਚੇ ਆ, ਸਾਡੀ ਵੀ 2-4 ਮਹੀਨੇ ਸਾਡੀ ਵੀ ਛੁੱਟੀ ਹੋ ਜਾਣੀ, ਇਹਨਾਂ ਨੇ ਸਾਂਭ ਲੈਣਾ ਸਾਰਾ ਕੁਝ। ਮੈਂ ਫਿਰ ਉਹਨੂੰ ਕਿਹਾ, ਮੈਂ ਕਿਹਾ ਤੁਹਾਡੇ ਵਾਲੇ ਤੇ ਉਡਾਰੀਆਂ ਮਾਰ ਗਏ ਸਰਕਾਰ ਦੀਆਂ ਗਲਤ ਨੀਤੀਆਂ ਕਰਕੇ ਵਿਦੇਸ਼ਾਂ ਨੂੰ, ਚਾਹੇ ਉੱਥੇ ਲੇਬਰ ਕਰਨ ਚਲੇ ਗਏ ਆ ਤੇ ਚਾਹੇ ਉਹ ਸਟੱਡੀ ਬੇਸ ਤੇ ਨਿਕਲ ਗਏ, ਪਰ ਉਹ ਨਿਕਲਦੇ ਤੁਰੇ ਜਾ ਰਹੇ ਆ। ਤੇ ਫਿਰ ਇਹਨਾਂ ਨਹੀਂ ਆ, ਕਹਿੰਦਾ ਜੀ ਇਹ ਤਾਂ ਲੁੱਟਦੇ ਬੜਾ। ਤੇ ਮੈਂ ਕਿਹਾ ਰੇਟ ਜਾ ਕੇ ਪਹਿਲਾਂ ਕਿਸਾਨਾਂ ਤੋਂ ਵੀ ਪਤਾ ਕਰ ਲਓ ਵੀ ਕਿਸਾਨ ਕਿਹੜੀ ਗੱਲ ਨੂੰ ਪਿਛਲੇ 60 ਸਾਲਾਂ ਦਾ 70 ਦਾ ਰੋ ਰਿਹਾ, ਕਿਸਾਨ ਵੀ ਇਸੇ ਗੱਲ ਨੂੰ ਰੋ ਰਿਹਾ। ਕਹਿੰਦਾ ਜੀ ਇਹ ਤਾਂ ਬੜੀ ਵੱਡੀ ਠੱਗੀ ਚੱਲਣ ਰਹੀ ਆ। ਮੈਂ ਕਿਹਾ ਵੀ ਤੁਹਾਨੂੰ ਅੱਜ ਸੇਕ ਲੱਗਾ ਨਾ, ਜਿਹੜੇ ਵਿਚਾਰੇ 60-70 ਸਾਲਾਂ ਦੇ ਸੇਕ ਲੱਗੇ ਆ, ਜਿਹੜੇ ਇਸ ਦੁਨੀਆ ਤੋਂ ਵੀ ਚਲੇ ਗਏ ਆ, ਉਹਨਾਂ ਦੇ ਸਰੀਰ ਸੜੇ ਹੋਏ ਸੀ, ਉਹਨਾਂ ਨੂੰ ਵਿਚਾਰਿਆਂ ਨੂੰ ਲੱਕੜਾਂ 'ਚ ਵੀ ਸੇਕ ਲਾਉਣ ਦੀ ਲੋੜ ਨਹੀਂ, ਪਹਿਲਾਂ ਹੀ ਭੁੱਜੇ ਹੋਏ ਸੀਗੇ ਉਹ ਤਾਂ। ਇਹ ਆ ਕਿ ਜਿਹੜੀ ਹਾਲਾਤ ਬਣੀ ਪਈ ਆ, ਇਹ ਹਾਲਾਤ ਜਿਹੜੀ ਆ ਇਹਨੇ ਇਸ ਦੇਸ਼ ਦਾ ਬੇੜਾ ਗਰਕ ਕਰਨਾ ਹੀ ਕਰਨਾ। ਜੀ ਸੁਰਿੰਦਰ, ਇੱਕ ਕਾਲ ਲੈ ਲਈ, ਇਸ ਤੋਂ ਬਾਅਦ ਜਸਵੀਰ ਜੀ ਸਵਾਗਤ ਹੈ, ਤੁਸੀਂ ਆਨ 에ਅਰ ਹੋ ਜਸਵੀਰ ਜੀ। ਹਾਂਜੀ, ਦੋਨੋਂ ਵੀਰਾਂ ਨੂੰ ਤੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਜਿਵੇਂ ਵਕੀਲ ਸਾਹਿਬ ਨੇ ਕਿਸਾਨੀ ਦੇ ਨਿਘਾਰ ਬਾਰੇ ਦੱਸਿਆ ਵੀ ਸਰਕਾਰਾਂ ਜ਼ਿੰਮੇਵਾਰ, ਅਸੀਂ ਬਿਲਕੁਲ ਸਹਿਮਤ ਹੈ। ਸਰਕਾਰਾਂ ਨੇ ਤਾਂ ਕਿਸਾਨੀ ਨਾਲ ਤਰੋ ਕਮਾਇਆ, ਟਵਾਣਾ ਸਭ ਘੱਟ, ਅਸੀਂ ਆਪਣੇ ਨਾਲ ਵੀ ਨਹੀਂ ਗੁਜ਼ਾਰੀ ਆਪਣੇ ਆਪ ਸੈਲਫ। ਜਿਹੜੇ ਸਬਜ਼ੀ ਭਾਜੀ ਲਾਉਣੇ ਤੇ ਘਲਾੜੀ ਚਲਾਉਣੇ ਤੇ ਸਾਡੇ ਜ਼ਿਮੀਂਦਾਰ ਪਿੱਛੇ ਹਟ ਕੇ, ਜਿਹੜੀ ਅੱਜ ਦੀ ਨੌਜਵਾਨ ਪੀੜ੍ਹੀ ਹੈ ਨਾ ਕਿਸਾਨੀ ਨੂੰ ਹੱਥ ਪਾਉਂਦੀ ਹੈ, ਨਾ ਮੱਝਾਂ ਗਾਈਆਂ ਦੇ ਡੇਅਰੀ ਦੇ ਕੰਮ ਨੂੰ ਹੱਥ ਪਾਉਂਦੀ ਹੈ। ਤੇ ਜੇ 10 ਕਿੱਲੇ ਵਾਲੀ ਜ਼ਿਮੀਂਦਾਰ ਦਾ ਬੱਚਾ ਨਾ ਖੇਤੀ ਕਰਦਾ, ਜੇ ਕੋਈ ਰਿਸ਼ਤਾ ਕਰਨਾ ਹੁੰਦਾ ਤਾਂ ਉਹ ਕਹਿੰਦੇ ਬਈ ਮੁੰਡਾ ਕੀ ਕਰਦਾ, ਕਹਿੰਦਾ ਵਿਹਲਾ ਹੀ ਜੀ। ਵਿਹਲਾ ਕਿਉਂ ਕਹਿੰਦੇ, ਤੁਸੀਂ ਕਹੋ ਵੀ ਐਗਰੀਕਲਚਰ ਦਾ ਕੰਮ ਕਰਦਾ ਇਹ ਕਿਉਂ। ਤੇ ਨਿਘਾਰ ਲਈ ਅਸੀਂ ਖੁਦ ਵੀ ਜ਼ਿੰਮੇਵਾਰ ਹਾਂ ਕਾਫੀ ਹੱਦ ਤੱਕ, ਸਰਕਾਰਾਂ ਤਾਂ ਹੈ ਹੀ ਹੈ ਤੇ ਮੁਨਕਰ ਨਹੀਂ ਹੋਇਆ ਜਾ ਸਕਦਾ ਜੀ। ਸਾਡੀ ਵੀ ਕਾਰਗੁਜ਼ਾਰੀ ਬਹੁਤੀ ਵਧੀਆ ਨਹੀਂ। ਥੈਂਕ ਯੂ। ਬਿਲਕੁਲ। ਅਸਲ ਦੇ ਵਿੱਚ ਜਦੋਂ ਮੈਂ ਅਕਸਰ ਜ਼ਿਕਰ ਕਰਦਾ ਹੁੰਦਾ ਕਿ ਜਿਹੜਾ ਮੂਵਮੈਂਟ ਦਾ ਦੌਰ ਆਇਆ ਨਾ, ਉਸ ਦੌਰਾਨ ਲੱਗਦੇ ਕਰਫਿਊ, ਜਾਨਾਂ ਦਾ ਘਾਣ, ਕੱਲੇ ਟਾਰਗੇਟ ਬਣਨਾ, ਬੰਬੀਆਂ ਛੱਡ ਕੇ ਲੋਕ ਪਿੰਡਾਂ 'ਚ ਆ ਵਸੇ, 5 ਵਜੇ ਘਰੇ ਵੜ ਜਾਂਦੇ ਸੀ, ਸ਼ਾਮ ਨੂੰ ਸਵੇਰੇ 10 ਵਜੇ ਨਿਕਲਦੇ ਸੀ। ਉਹ ਸਾਰੇ ਨੇ ਖੇਤੀ ਦਾ ਵਰਕ ਕਲਚਰ ਖਤਮ ਕੀਤਾ। ਖੇਤੀ ਦਾ ਹੀ ਨਹੀਂ, ਦੁੱਧ ਦੇ ਧੰਦੇ, ਦੂਰ ਦਰਾਡੇ ਦੁਕਾਨਾਂ, ਪੰਜਾਬ ਦੀ ਮਾਰਕੀਟ, ਪੰਜਾਬ ਦੀ ਆਰਥਿਕਤਾ ਸੇ ਉਸ ਮੂਵਮੈਂਟ ਦੇ ਦੌਰ ਨੇ ਬਹੁਤ ਮਾੜਾ ਅਸਰ ਪਾਇਆ, ਇਹਦੇ 'ਚ ਕੋਈ ਦੋਰਾਵਾਂ ਨਹੀਂ ਹੈ। ਸੁਰਿੰਦਰ ਬਾਈ ਜੀ, ਪੰਜਾਬ ਦੇ ਮਸਲੇ ਮਸਾਇਲ ਦੀ ਗੱਲ ਤੋਂ ਪਹਿਲਾਂ ਹੋਰ ਕਿਸਾਨ ਅੰਦੋਲਨ ਤੇ ਕੀ ਅਪਡੇਟ ਹੈ? ਜਿਸ ਤਰ੍ਹਾਂ ਵੱਖ-ਵੱਖ ਥਾਵਾਂ ਤੇ ਤੀਆਂ ਤੀਜ ਮਨਾਈ ਗਈ, ਤੀਆਂ ਤੀਜ ਦੀਆਂ ਵਰ੍ਹੇ ਦਿਨਾਂ ਨੂੰ ਫੇਰ ਸੋ ਇਹ ਸਮਾਪਤ ਨਹੀਂ ਹੋਈਆਂ। ਇਹ ਤਰਾਸਦੀਆਂ ਦੀਆਂ ਜਿਹੜੀਆਂ ਤੀਆਂ ਪਈਆਂ ਨੇ, ਜਿਹੜੀਆਂ ਲੋਕ ਬੋਲੀਆਂ ਬਦਲੀਆਂ ਨੇ ਕਾਰਪੋਰੇਟਾਂ ਦੇ ਖਿਲਾਫ, ਤੇ ਉਸ ਸਿਲਸਿਲੇ ਵਿੱਚ ਕੀ ਦੇਖਦੇ ਹੋ ਇਸ ਅੰਦੋਲਨ ਦੀ ਸਥਿਤੀ? ਤੇ ਉਸ ਤੋਂ ਬਾਅਦ ਪੰਜਾਬ ਸਰਕਾਰ ਨੇ ਜਿਸ ਤਰ੍ਹਾਂ RTI ਐਕਟ ਦੀ ਸੰਘੀ ਕੁੱਟੀ ਹੈ, ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਵੱਲ ਜਾਂਦੇ ਬੇਰੁਜ਼ਗਾਰ ਅਧਿਆਪਕਾਂ ਦੀ ਕੱਲ ਫੇਰ ਖਿੱਚ ਤੂ ਕੀਤੀ ਹੈ। ਇੱਕ ਬੀਬੀ ਆਈ ਸੀ, ਤਹਿਸੀਲਦਾਰ ਦੇ ਦਫ਼ਤਰ ਦੇ ਵਿੱਚ ਕਲਰਕ ਸੀ, ਉਹ ਇੱਥੇ ਧਰਨੇ ਤੇ ਆਈ ਤੇ ਘਰੇ ਉਹਦੇ ਚੋਰ 8 ਤੋਲੇ ਸੋਨਾ ਲੈ ਗਏ। ਤੇ ਇਸ ਤਰ੍ਹਾਂ ਇਹ ਜਿਹੜੇ ਅਧਿਆਪਕ ਨੇ, ਭਾਵੇਂ ਰੁਜ਼ਗਾਰ 'ਚ ਨੇ ਭਾਵੇਂ ਬੇਰੁਜ਼ਗਾਰ ਨੇ, ਇਹ ਜਦੋਂ ਆਉਂਦੇ ਨੇ ਬੱਚੇ ਛੱਡ ਕੇ ਆਉਂਦੇ ਨੇ, ਘਰਾਂ 'ਚ ਚੋਰੀਆਂ ਹੋ ਜਾਂਦੀਆਂ ਨੇ ਤੇ ਅੱਗੋਂ ਸਰਕਾਰ ਨਹੀਂ ਕੁਛ ਦਿੰਦੀ। ਤੇ RTI ਇੱਕ ਵਧੀਆ ਐਕਟ ਹੈ ਜਿਸ ਦੇ ਵਿੱਚ ਸਰਕਾਰ ਨੂੰ ਆਪਣਾ ਸਾਰਾ ਕੁਝ ਦੱਸਣਾ ਪੈਂਦਾ ਹੈ। ਇਸ ਸੰਬੰਧੀ 9 ਅਗਸਤ ਨੂੰ ਪੰਜਾਬ ਦੇ ਪ੍ਰਸ਼ਾਸਕੀ ਸੁਧਾਰ ਵਿਭਾਗ ਨੇ ਪੱਤਰ ਜਾਰੀ ਕੀਤਾ ਹੈ ਕਿ ਇਸ ਸੂਚਨਾ ਦਾ ਦਾਇਰਾ ਇੰਨਾ ਵਿਸ਼ਾਲ ਕਰ ਦਿੱਤਾ ਕਿ ਸੂਚਨਾ ਦਾ ਅਧਿਕਾਰ ਕਾਨੂੰਨ ਦੇ ਖੰਭ ਕੁਤਰ ਦਿੱਤੇ ਨੇ। ਇਸ ਕਰਕੇ ਇਹ ਹੁਣ ਕਹਿੰਦੇ ਬਹੁਤ ਸਾਰੀਆਂ ਜਾਣਕਾਰੀਆਂ ਸੀ ਸੁਪਰੀਮ ਕੋਰਟ ਦੇ ਹੁਕਮਾਂ ਦੇ ਅਧੀਨ ਨਹੀਂ ਦੇ ਸਕਾਂਗੇ। ਜਾਣੀ ਤੁਸੀਂ ਕੌਣ ਹੁੰਦੇ ਹੋ RTI 'ਚ ਸਾਨੂੰ ਪੁੱਛਣ ਵਾਲੇ? ਕਪਤਾਨ ਸਾਹਿਬ ਦੇ ਵਿੱਚ, ਕਿਉਂਕਿ RTI ਦੇ ਵਿੱਚ ਬਹੁਤ ਨਲਾਇਕੀਆਂ ਸਾਹਮਣੇ ਆਉਣਗੀਆਂ, ਉਹਦੇ ਤੇ ਵੀ ਕਈ ਪਾਬੰਦੀ ਹੈ ਜਿਹੜੀ ਅਣਐਲਾਨੀ ਡਿਕਟੇਟਰਸ਼ਿਪ ਕਪਤਾਨ ਸਾਹਿਬ ਨੇ ਵੀ ਲਗਾ ਦਿੱਤੀ ਹੈ। ਜੀ ਕੰਟੀਨਿਊ ਪਲੀਜ਼। ਮੈਂ ਨਾ ਇੱਕ ਤਾਂ ਤੁਹਾਨੂੰ ਸਲਾਹ ਦੇ ਦਾਂਗਾ ਤੇ ਉਹਨੂੰ ਮੇਰੇ ਹਿਸਾਬ ਨਾਲ ਮੰਨ ਲਿਓ। ਸਵੇਰੇ ਤੁਸੀਂ ਸ਼ੁਰੂਆਤ ਕਰਦੇ ਨਾ, ਕਹਿੰਦੇ ਬਾਗਾਂ ਤੇ ਰਾਗਾਂ ਦਾ ਸ਼ਹਿਰ ਪਟਿਆਲਾ, ਉਹਦੇ ਨਾਲ ਬਾਗਾਂ ਤੇ ਰਾਗਾਂ, ਡਾਂਗਾ ਤੇ ਚੀਕਾ ਚਿਹਾੜਾਂ ਦਾ ਸ਼ਹਿਰ ਪਟਿਆਲਾ, ਠੀਕ ਹੈ? ਇਹ ਤੋਂ ਸ਼ੁਰੂ ਕਰ ਦਿਆ ਕਰੋ। ਬਣਾਇਆ ਸੀ ਬਾਗਾਂ ਤੇ ਰਾਗਾਂ ਦਾ, ਮੁਰਦਾਬਾਦ ਤੇ ਜਿੰਦਾਬਾਦਾਂ ਦਾ, ਹੈ ਨਾ? ਬਾਗਾਂ ਤੇ ਰਾਗਾਂ, ਮੁਰਦਾ ਤੇ ਜਿੰਦਾਬਾਦਾਂ ਦਾ ਸ਼ਹਿਰ ਪਟਿਆਲਾ। ਇਹ ਜੁੜਦਾ ਜ਼ਿਆਦਾ, ਬਾਗਾਂ ਦੇ ਨਾਲ ਜਿੰਦਾਬਾਦਾਂ ਜੁੜਦਾ। ਬਣਾਤਾ ਸੀ ਮੈਂ ਇੱਕ ਦਿਨ, ਤੁਸੀਂ ਲੇਟ ਜੁੜੇ ਸੀਗੇ। ਕੰਟੀਨਿਊ ਪਲੀਜ਼। ਹਾਂ, ਨਹੀਂ
नहीं वो डांगा दा भी है, चीका चिहाड़ा दा भी है ना, डांगा भी पै रही ने, चीका चिहाड़ा भी है। ठीक है, हुण आ जाइए किसानी अंदोलन वाल। देखो पटियाले दे विच जिहड़ा पूडा ग्राउंड दे विच इस वक्त अंदोलन चल रहा, ठीक है, जोगिंदर सिंह उगराहां उत्थे आया। ठीक है, जोगिंदर सिंह उगराहां, देखो एक गल्लों मैं आइडियोलॉजी किसी दी कुछ मर्जी होवे, मैं उन्हां दी आइडियोलॉजी दा धारनी नहीं हो सकदा, उन्हां दी अपनी आ, पर एक गल आ कि मैं सिर्फ हमेशा इन्हां दो लीडरां दी गल करदा हुंदा, बाकी नैशनल लैवल ते की हुंदा की नहीं हुंदा। बलवीर सिंह राजेवाला जदों केंद्र सरकार दे नाल बैठ के गलबात करनी आ तां उन्हां नूं सारिआं नूं मतलब जवाब देना औखा हो जाता उस व्यक्ति दीयां गल्लां दा, भावें कि उहदे ते चिक्कड़ पिछले समय ते बहुत ज्यादा सुट्टिया गया। कई बारी उन्हें भी कई बारी भड़काड़ ते आके जदों गुस्से च आके उन्हें भी कुछ शब्द बोल दिते जेड़े बड़े चर्चा का विषय बने, उन्होंने कई गल्लां ते माफियां मंगणियां पईयां, पर कुल मिला के उस व्यक्ति ने जेड़ियां मंगां जिस तरीके दे नाल रखियां उहदे लई भारत सरकार जिहड़ी सीगी उहदे हत्थ पैरां दी उन्हां नूं जिहड़ी ओह पै गई। दूसरा सी जोगिंदर सिंह उगराहां। जोगिंदर सिंह उगराहां जेड़ी गल करदा ठोक के करदा, ठोक वजा के देसी झटके सौदे च करदा, और जेड़ी आम देसी झटका सौदा हुंदा ना जिन्हों आपां कह दिंदे कि बंदा बहुता पढ़िया लिखिया नहीं पर गुड़िया बहुत ज्यादा। ठीक है, इहो जिहा तरीके नाल गल करदा और ओहदा पूरा केडर ओहदी गल सुणदा, ओह ते असर करदा। ठीक है, अगली गल जेड़ी गल कहंदा उस गल ते यह कि सरकार नूं जिहड़ा धुरों हिला के भी रख दिंदा। ठीक है, जो मर्जी कहे, जेड़ा कुछ जोगिंदर सिंह उगराहां दी स्पीच पटियाला वाले इस धरने दे विच सी, जेड़ा रोस धरना लग्या होया, किते ना किते यह है कि सूबा सरकार नूं भी बहुत कुछ सिखा के गया ते बड़े वड्डे जेड़े आ उहनूं इशारे भी कर गया ते भारत सरकार दे विरोध तो धरना लाई बैठे ने, पूरियां बरूहां मल के बैठे ने। पर कुल मिला के है कि तुसीं गल 30 दी कीती आ। ठीक आ, उन्होंने पहला गल खासकर जोगिंदर सिंह उगराहां दी किसान यूनियन ने कहा सी कि असीं मनावांगे, उन्होंने 10 तरीक का दिन दिता सी क्योंकि 9 का संसद का जिहड़ा किसानां वाली संसद सी उहदा आखिरी दिन सीगा ते 10 नूं इन्हां ने मनाईआं ने सारी जगह ते। चलो ठीक आ, उन्हां दा खासकर इस जथेबंदी का एक असूल आ कि जदों भी उन्होंने कोई अंदोलन विढ़िया, अगे पिछे भावें ना मनाउण पर विढ़े होए अंदोलन दे विच कोई भी दिहाड़ा आ जाता किसी नाल संबंधित धर्म ना हुंदा उस नूं मनाउंदे आ, क्योंकि उन्हां दी जथेबंदी दे विच सारे धर्मां दे लोग जिहड़े आ शामिल ते सारा कुछ मनाउंदे आ ते सारा कुछ मनाया गया। हुण जिहड़ा 30 दा सवाल आ, क्योंकि मालवे दे विच ज्यादा ते मालवे च उन्हां दी जथेबंदी आ जिहड़ी उहनूं इह भी कहा जांदा कि पैरलल सरकार उन्हां दी चल रही आ। ठीक है, उस करके उन्होंने क्योंकि औरतों की शमूलीयत भी उन्होंने जथेबंदी च सब तो वध आ और ओहदा करके उन्होंने मनाया, चंगी गल मनाउणा चाहिदा। एक तां इहदे नाल आ कि नवीं दिशा जिहड़ी तुहाडे संघर्ष नूं मिलदी आ। ठीक है, एक गल है कि तुसीं लंबे समय तो एक जगह ते बझ के बैठे हो, उहदे विच चेंज आउणी जरूरी हुंदी आ ते जदों चेंज आउंदी आ ते कुदरती अंदोलन जिहड़े आ उन्हां नूं बल मिलदा वा। इस करके जो कुछ किसानी अंदोलन दे विच खास करके कल वाले च आ तीयां वाला प्रोग्राम सी ते उहदे बाद जिहड़ा जोगिंदर सिंह उगराहां दा पटियाला वाले च आके जिहड़ा सी उत्थे आके स्पीच करके जाना ते सिद्धम सिद्धा सूबा सरकार नूं ते केंद्र सरकार दे लई जिहड़ा कुछ बोल के गए ने किते ना किते उहदे अर्थ बड़े डूंगे ने। अगली गल आ जाइए हुण महल नूं तां कल पहली बार थोड़ी होया, पिछले 4.5 साल तो यही कुछ हो रहा। जेड़ा महल वाल नूं जांदा उहनूं डांगा भी पैंदियां, और कुछ बीबियां विचारियां ने आ न्यूज़पेपर ते भी आया, सोशल मीडिया ते आ रहा, चुन्नियां दिखाइयां जेड़ियां डांगा मार मार के चुन्नियां पाड़ियां होईयां उन्हां दी। ठीक है, हुण मैं पहला कहा डांगा भी कौन मार रहे ने, जेड़े डांगा मरवाउण वाले वो दिल्ली बैठे आ, आपदी सकी घर वाली कोले बैठे आ। ठीक है, डांगा मार कौन रहा, जिन्हां ने 2011 च खुद डांगा खाधियां, 2011 च भर्ती हो गई ते डांगा मारन लग गए, जिन्हां ने 2016 तक खुद डांगा खाधियां, 2016 च नौकरी मिल गई ते हुण डांगा मारन लग गए। वो डांगा मारन वाले वो कहंदे जी साडी तां डिसिपलिन फोर्स आ, सानू जो सरकार दा हुक्म आया असीं कर देना। यानी कि सरकार दा तो हुक्म आ गया कि तुहाडीआं अखां बंद ने, कि तुहाडी जमीर मरी हुई आ,
ਇਹ ਲੋਕ ਚੱਲੇ ਆ ਪ੍ਰੋਟੈਸਟ ਕਰਨ ਚੱਲੇ ਆ, ਠੀਕ ਆ, ਤੁਸੀਂ ਲਿਆਓ, ਤੁਮ ਉਹਨਾਂ ਨੂੰ ਕਹੋ ਕਿ ਮਹਿਲ ਤੇ ਵਿੱਚੋਂ ਬਾਹਰ ਨਿਕਲੋ, ਆਵੇ OSD ਜਿਹੜੇ 18 ਰੱਖੇ ਆ ਉਹ ਮਾਲਸ਼ ਕਰਨ ਲਈ ਰੱਖੇ, ਉਹ ਕਾਹਦੇ ਲਈ ਰੱਖੇ ਆ? ਉਹਨਾਂ ਤੋਂ ਗੰਢੇ ਕਢਾਉਣੇ, ਉਹਨਾਂ ਤੋਂ ਕੀ ਕਰਾਉਣਾ? ਤੇ ਲੈਟਰਿੰਗ ਸਾਫ਼ ਕਰਵਾਉਣੀ ਇਹਨਾਂ ਤੋਂ 18 ਤੋਂ, ਉਹਨਾਂ ਦੇ ਬਾਹਰ ਨਿਕਲੋ, ਆ ਕੇ ਲਾਓ ਉਹਨਾਂ ਤੋਂ ਮੈਮੋਰੈਂਡਮ, ਕਰੋ ਉਹਨਾਂ ਨਾਲ ਮੀਟਿੰਗ ਕਰਕੇ ਉਹਨਾਂ ਦਾ ਮਸਲਾ ਹੱਲ ਕਰੋ। ਕਿਉਂ ਨਹੀਂ ਨਿਕਲਦੇ ਬਾਹਰ? ਜਾਂ ਨਾ ਮੁੱਖ ਮੰਤਰੀ ਬਾਹਰ ਨਿਕਲੇ ਨਾ। ਦੀ ਤੁਸੀਂ ਗੱਲ ਕੀਤੀ ਸੁਰਿੰਦਰ ਵੀਰ, ਹੁਣ ਬਨੂੜ ਦਾ ਜਿਹੜਾ SHO ਬਲਵਿੰਦਰ ਹੈ ਉਹਦੀ ਵੀਡੀਓ ਕਿੰਨੀ ਵਾਇਰਲ ਹੋਈ ਹੈ। ਅਜੀਜ਼ਪੁਰ ਟੋਲ ਪਲਾਜ਼ੇ ਤੇ ਜਿਹੜੀ ਇਕੱਤਰਤਾ ਹਰਦਿਆਲ ਕੰਬੋਜ ਉਹਦੀ ਵੀ ਹੱਕ ਚ ਆਏ ਕਿ ਥਾਣੇਦਾਰ ਦੇ ਖਿਲਾਫ ਕਾਰਵਾਈ ਕਰੋ। ਇਹ ਠੀਕ ਹੈ ਕਿ ਪ੍ਰੋਟੈਸਟ ਕਰਦੇ ਲੋਕਾਂ ਦੀਆਂ ਸਮੱਸਿਆਵਾਂ ਨੇ, ਉਹਨਾਂ ਨੂੰ ਪਿਆਰ ਨਾਲ ਸਮਝਾਇਆ ਜਾ ਸਕਦਾ ਹੈ, ਪਰ ਜਿਹੜਾ ਥਾਣੇਦਾਰ ਦਾ ਵਤੀਰਾ ਸੀ, ਕਹਿੰਦਾ ਮੈਂ ਤੁਹਾਡੀ ਜਾਨ ਕੱਢ ਦੂੰ, ਮਤਲਬ ਜਾਨ ਕੱਢ ਦੂੰ, ਕਿਸੇ ਨੂੰ ਮਾਰਨ ਵਾਲੀ ਗੱਲ ਹੈ ਸਿੱਧੀ, ਉਹ ਕਿਸੇ ਦੀ ਜਾਨ ਕੱਢਣਾ ਉਹਦਾ ਕਤਲ ਹੀ ਹੈ ਨਾ। ਉਹ ਸ਼ਰੇਆਮ ਧਮਕੀਆਂ ਦੇ ਰਿਹਾ ਕਿ ਤੁਸੀਂ ਲਾਓ ਧਰਨਾ, ਮੈਂ ਤੁਹਾਡੀ ਜਾਨ ਕੱਢ ਦੂੰ ਕਹਿੰਦਾ। ਸੋ ਇਸ ਤਰ੍ਹਾਂ ਦੇ ਅਫਸਰ ਵੀ ਨੇ। ਦੂਸਰੇ ਪਾਸੇ ਕਾਬਲ ਅਫਸਰ ਵੀ ਨੇ। ਡਾਇਰੈਕਟਰ ਜਨਰਲ ਆਫ ਪੁਲਿਸ ਵੱਲੋਂ ਕੱਲ ਕਾਊਂਟਰ ਇੰਟੈਲੀਜੈਂਸ ਬਠਿੰਡਾ ਦੇ ਜਿਹੜੇ AIG ਨੇ ਦੇਸਰਾਜ ਕੰਬੋਜ, ਉਹਨਾਂ ਨੂੰ DGP ਡਿਸਕ ਨਾਲ ਅਵਾਰਡ ਦੇ ਨਾਲ ਸਨਮਾਨਿਆ ਗਿਆ। ਇਹ ਦੇਸਰਾਜ ਕੰਬੋਜ ਉਹੀ ਨੇ ਸੁਰਿੰਦਰ ਵੀਰ, ਕਈ ਸਾਲ ਪਹਿਲਾਂ ਨਾ ਬਠਿੰਡਾ ਦੇ ਵਿੱਚ ਆਪਣੇ ਉਹ ਮਿੱਤਰ ਨੇ ਚਰਨਜੀਤ ਭੁੱਲਰ, ਉਹਨਾਂ ਨੂੰ ਕਿਤੋਂ ਸੂਚਨਾ ਮਿਲੀ ਕਿ ਬਠਿੰਡਾ ਦੇ ਵਿੱਚ ਅਦਰਕ ਨੂੰ ਆ ਜਿਹੜਾ ਟੋਇਲਟਾਂ ਵਾਲਾ ਸਸਤਾ ਜਿਹਾ ਖਤਰਨਾਕ ਤੇਜ਼ਾਬ ਹੁੰਦਾ ਨਾ, ਜਿਹੜਾ ਪੱਥਰ ਤੇ ਡਿੱਗ ਜੇ ਉਹਨੂੰ ਵੀ ਗਾਲ ਦਿੰਦਾ। 10 ਰੁਪਏ ਦੀ ਬੋਟਲ ਹੁੰਦੀ, ਉਹ ਗਲੂਕੋਜ਼ ਵਾਲੀ ਬੋਤਲਾਂ ਜਿਹੀਆਂ ਚਾਉਂਦਾ। ਉਹ ਤੇਜ਼ਾਬ ਦੇ ਨਾਲ ਨਾ ਅਦਰਕ ਧੋਇਆ ਜਾ ਰਿਹਾ ਸੀਗਾ ਰੋਜ਼ ਬਠਿੰਡਾ ਮੰਡੀ 'ਚ। ਤੇ ਚਰਨਜੀਤ ਭੁੱਲਰ ਹੋਰਾਂ ਨੂੰ ਸੂਚਨਾ ਮਿਲੀ, ਉਹਨਾਂ ਨੇ ਦੇਸਰਾਜ ਹੋਰਾਂ ਨੂੰ ਸੂਚਨਾ ਦਿੱਤੀ, ਤੇ ਫਿਰ ਜਦੋਂ ਰੇਡ ਹੋਈ, ਉਹ ਮਤਲਬ ਮੋਢਿਆਂ ਤੱਕ ਗਲਵਜ਼ ਪਾ ਕੇ ਬਹੁਤ ਮੋਟੇ ਟੱਬਾਂ ਦੇ ਵਿੱਚ ਉਹ ਬਿਹਾਰੀ ਮਜ਼ਦੂਰ ਜਿਹੜੇ ਨੇ ਉਹ ਉੱਥੇ ਅਦਰਕ ਨੂੰ ਸਾਫ਼ ਕਰ ਰਹੇ ਸੀ, ਵਿੱਚ ਉਹ ਐਸਿਡ ਪਾਇਆ ਹੋਇਆ। ਬਾਈ ਜੀ ਐਡਾ ਖਤਰਨਾਕ ਐਸਿਡ ਆ, ਤੁਸੀਂ ਵੇਖੋ ਹੋ ਕਿ ਅਦਰਕ ਨੂੰ ਐਨ ਫਰੈਸ਼ ਕਰ ਦਿੰਦਾ, ਉਹ ਤਾਜ਼ਾ ਕਰ ਦਿੰਦਾ ਗੰਦੇ ਜਿਹੇ ਅਦਰਕ ਨੂੰ ਵੀ। ਉਸ ਦੌਰਾਨ ਉਹ ਮਤਲਬ ਇਹਨਾਂ ਨੇ ਦੇਸਰਾਜ ਕੰਬੋਜ ਹੋਰਾਂ ਨੇ ਫੜਿਆ ਸੀਗਾ ਉਹ ਕਾਂਡ। ਉਸ ਤੋਂ ਬਾਅਦ ਚਲੋ ਬੰਦੇ ਚੱਕੇ ਗਏ। ਪਹਿਲੀ ਵਾਰੀ ਸੀ ਕਿ ਜ਼ਹਿਰੀਲਾ ਅਦਰਕ, ਉਸ ਤੋਂ ਬਾਅਦ ਤਾਂ ਅਦਰਕ ਖਾਣ ਨੂੰ ਜੀਵ ਨਹੀਂ ਕਰਦਾ, ਕਿਉਂਕਿ ਉਹ ਸਿੱਧਾ ਤੁਹਾਡੇ ਜਿਹੜੇ ਸੌਫਟ ਆਰਗਨ ਨੇ ਉਹਨਾਂ ਦਾ ਖਾਤਮਾ ਕਰਦਾ, ਕਿਉਂਕਿ ਉਹ ਤੇਜ਼ਾਬ ਦੀ ਇੱਕ ਬੂੰਦ ਵੀ ਜੇ ਆਪਾਂ ਦੁੱਧ 'ਚ ਪਾਉਂਦੇ ਨਾ, ਕਈ ਹਲਵਾਈ ਵੀ ਸਿਰਫਿਰਿਆ ਕੰਮ ਕਰਦੇ ਨੇ, ਦੁੱਧ ਤੋਂ ਪਨੀਰ ਬਣਾਉਣ ਵਾਸਤੇ, ਫਾੜਨ ਦੇ ਵਾਸਤੇ ਉਹ ਟੋਇਲਟਾਂ ਵਾਲਾ ਤੇਜ਼ਾਬ ਪਾਉਂਦੇ ਨੇ। ਅੱਗੇ ਟਾਟਰੀ ਪਾਉਂਦੇ ਹੁੰਦੇ ਸੀ, ਨਿੰਬੂ ਪਾਉਂਦੇ ਹੁੰਦੇ ਸੀ। ਇਹ ਜਿਹੜਾ ਦੇਸਰਾਜ ਕੰਬੋਜ ਹੋਰਾਂ ਨੇ ਫੜਿਆ ਸੀਗਾ, ਉਦੋਂ SP ਸੀਗੇ, ਹੁਣ AIG ਨੇ ਕਾਊਂਟਰ ਇੰਟੈਲੀਜੈਂਸ ਤੇ। ਇਹਨਾਂ ਨੇ ਮਤਲਬ ਉਹ ਬੰਦੇ ਫੜੇ। ਇੱਕ ਦਿਨ ਮੈਨੂੰ ਕੁਦਰਤੀ ਉੱਥੇ ਨਾ, ਮੈਂ ਤਾਂ ਜਾਣਦਾ ਨਹੀਂ ਸੀਗਾ, ਮੈਂ ਫੋਟੋ ਵੇਖ ਕੇ ਨਾ ਉੱਥੇ ਬਠਿੰਡੇ ਬਾਜ਼ਾਰ 'ਚ ਫਿਰਦੇ ਸੀ ਦੀਵਾਲੀ ਵਾਲੇ ਦਿਨ ਸਿਵਲ 'ਚ। ਮੈਂ ਪੁੱਛਿਆ, ਮੈਂ ਜੀ ਤੁਹਾਨੂੰ ਸਲੂਟ ਹੈ ਵੀ ਤੁਸੀਂ ਉਹ ਬਹੁਤ ਵਧੀਆ ਕਾਂਡ ਕਿੱਦਾਂ ਕੀਤਾ ਸੀ? ਕਹਿੰਦਾ ਕਰੀਏ ਕੀ? ਕਹਿੰਦਾ ਉਹ ਜ਼ਮਾਨਤਾਂ ਕਰਾ ਕੇ ਬੰਦੇ ਭੱਜ ਗਏ, ਆਕਾ ਉਹਨਾਂ ਦੇ ਹੈਗੇ ਨੇ, ਉਹ ਬੰਦੇ ਸੀ ਜਿਹੜੇ ਉਹ ਫਰਾਰ ਹੋ ਗਏ। ਜਾਣੀ ਉਸ ਕੇਸ 'ਚ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦੇ ਵਾਸਤੇ ਨਹੀਂ ਕੁਛ ਕੀਤਾ ਜਾ ਸਕਿਆ, ਕਿਉਂਕਿ ਬੰਦੇ ਜ਼ਮਾਨਤਾਂ ਲੈ ਜਾਂਦੇ ਨੇ। ਸੋ ਇਸ ਕਰਕੇ ਜਿੱਥੇ ਇਸ ਪਾਸੇ ਬਲਵਿੰਦਰ ਸਿੰਘ ਵਰਗੇ ਅਫਸਰ ਵੀ ਨੇ ਜਿਹੜੇ ਕਹਿੰਦੇ ਨੇ ਜੇ ਧਰਨਾ ਲਾਇਆ ਮੈਂ ਤੁਹਾਡੀ ਜਾਨ ਕੱਢ ਦੂੰ, ਹਾਲਾਂਕਿ ਕੀ ਧਰਨਾ ਕਾਂਗਰਸ ਨਹੀਂ ਲਾਉਂਦੀ, ਧਰਨਾ ਅਕਾਲੀਆਂ ਨੇ BSF ਦੇ ਖਿਲਾਫ ਨਹੀਂ ਲਾਇਆ, ਧਰਨਾ ਕਾਂਗਰਸ ਪਾਰਟੀ ਦੇ MP ਨਹੀਂ ਲਾਉਂਦੇ ਜਿਹੜੇ ਚੁਣੇ ਹੋਏ ਨੇ। ਤੇ ਫਿਰ ਜੇ ਕਿਸਾਨ ਧਰਨਾ ਲਾਉਂਦੇ ਨੇ, ਠੀਕ ਹੈ ਕਿ ਉਹਨਾਂ ਨੂੰ ਸਮਝਾਓ ਕਿ ਭਾਈ ਰਾਹ ਨਾ ਬੰਦ ਕਰੋ, ਸਲੀਕੇ ਨਾਲ ਇੱਕ ਪਾਸੇ ਧਰਨਾ ਲਾ ਲਓ। ਇਹ ਤਾਂ ਕੋਈ ਤਰੀਕਾ ਨਹੀਂ ਜੋ ਬਲਵਿੰਦਰ ਆਪਣਾ ਬਲ ਦਿਖਾਉਂਦਾ ਕਿ ਮੈਂ ਤੁਹਾਡੀ ਜਾਨ ਕੱਢ ਦੂੰ। ਸੋ ਇਸ ਤਰ੍ਹਾਂ ਪੁਲਿਸ 'ਚ ਵੀ ਚੰਗੇ ਮੰਦੇ ਬੰਦੇ ਹੈਗੇ ਨੇ ਜਿਨ੍ਹਾਂ ਨਾਲ ਸਾਰੇ ਡਿਪਾਰਟਮੈਂਟ ਬਦਨਾਮ ਹੁੰਦੇ ਨੇ। ਜੀ ਸੁਰਿੰਦਰ ਵੀਰ। ਨਹੀਂ, ਮੈਂ ਇਹਨੂੰ ਇੱਕ ਹੋਰ ਐਂਗਲ ਤੋਂ ਲੈਣਾ। ਉਹਨੇ ਇੱਕ ਇਹ ਕਿਹਾ ਮੈਂ ਤੁਹਾਡੀ ਜੀਭ ਵੜ ਦੂੰ, ਠੀਕ ਹੈ, ਇਹ ਦੋ ਸ਼ਬਦ ਬੋਲੇ। ਅਗਲੀ ਗੱਲ ਕੀ ਆ, ਜਿਹੜਾ ਲੋਕਾਂ ਦਾ ਕੁੱਟ ਕਟਾਪਾ ਹੋਣਾ ਆਮ ਪਬਲਿਕ ਦਾ, ਉਹ ਕਿਹਨੇ ਕਰਨਾ? ਸਿਪਾਹੀ ਤੋਂ ਲੈ ਕੇ ਇੰਸਪੈਕਟਰ ਤੱਕ ਨੇ, ਕਿਉਂਕਿ ਇੰਸਪੈਕਟਰ ਤੱਕ ਹੀ SHO ਲੱਗਣਾ, ASI ਨੇ ਚੌਂਕੀ ਇੰਚਾਰਜ ਲੱਗ ਜਾਣਾ, ਸਬ ਇੰਸਪੈਕਟਰ ਤੇ ਇੰਸਪੈਕਟਰ ਨੇ SHO ਲੱਗਣਾ, ਠੀਕ ਹੈ। DSP ਨੇ ਕਿਤੇ ਡਾਂਗ ਨਹੀਂ ਫੇਰਨੀ, ਬਹੁਤ ਰੇਅਰ ਚਾਂਸ ਹੋਊਗਾ ਜਿੱਥੇ DSP ਆਪ ਡਾਂਗ ਚੱਕੇਗਾ, ਜਾਂ SP ਚੱਕੇਗਾ ਜਾਂ SSP ਚੱਕੇਗਾ, ਨਹੀਂ ਤਾਂ ਨਹੀਂ ਚੱਕਦੇ। ਹੁਣ DGP ਦਾ ਕਿਹਾ, DGP ਠੀਕ ਆ, DGP ਉੱਪਰਲੇ ਲੈਵਲ ਤੇ ਬੈਠਾ, DGP ਨੇ ਥੋੜੀ ਡਾਂਗ ਫੜਨੀ ਆ, ਜਾਂ ਕਿਸੇ AIG ਜਿਹੜਾ ਉਹ SSP ਰੈਂਕ ਦਾ ਬੰਦਾ ਵਾ, ਠੀਕ ਹੈ ਨਾ, ਉਹਨਾਂ ਨੇ ਥੋੜੀ ਡਾਂਗਾ ਫੜਨੀਆਂ ਨੇ। ਹੁਣ ਡਾਂਗਾ ਫੇਰਨ ਲਈ ਤੇ ਇਹ ਥੱਲੇ ਵਾਲਾ ਹਮਲਾ ਮੈਂ ਸ਼ੁਰੂਆਤ ਇੱਥੋਂ ਕੀਤੀ ਸੀ, ਜਿਨ੍ਹਾਂ ਨੇ 2011 ਤੱਕ ਖੁਦ ਡਾਂਗਾ ਖਾਧੀਆਂ, ਜਿਨ੍ਹਾਂ ਨੇ 2016 ਤੱਕ ਖੁਦ ਡਾਂਗਾ ਖਾਧੀਆਂ ਤੇ ਪ੍ਰੋਟੈਸਟ ਕਰ ਕਰਕੇ ਉਹਨਾਂ ਨੂੰ ਨੌਕਰੀ ਮਿਲੀ, ਉਹੀ ਅੱਜ ਇਹਨਾਂ ਨੂੰ ਡਾਂਗਾ ਫੇਰ ਰਹੇ ਨੇ, ਠੀਕ ਹੈ। ਇਹ ਡਾਂਗਾ ਫੇਰਨ ਵਾਲਾ ਥੱਲੇ ਵਾਲਾ ਹਮਲਾ। ਦੇਖੋ ਗੱਲ ਕੀ ਆ ਕਿ ਧਰਨੇ ਜਿਹੜੇ ਆ ਲੱਗਦੇ ਆ, ਪਹਿਲਾਂ ਵੀ ਲੱਗਿਆ, ਪਰ ਜੋ ਕੁਝ ਕਿਸਾਨਾਂ ਨੂੰ ਬੋਲਿਆ ਗਿਆ, ਕਾਰਵਾਈ SHO ਤੇ ਕਿਹਨੇ ਕਰਨੀ ਆ? SHO
ਉਹਦਾ ਮੁਨਸ਼ੀ, ਇੱਥੋਂ ਤੱਕ ਜਿਹੜੇ ASI ਵੀ 8-10 ਹੁੰਦੇ ਥਾਣੇ 'ਚ, ਉਹ ਵੀ ਜਿਹੜੇ ਉਹ ਸਿਫਾਰਿਸ਼ ਨਾਲ ਆਉਂਦੇ ਆ ਕਿ ਕਿਹੜੇ ਨੂੰ ਕਿਹੜਾ ਥਾਣਾ, ਕਿਉਂਕਿ ਜਦੋਂ ਹਲਕਾ ਇੰਚਾਰਜ ਨੇ ਕਿਹਾ ਕਿ ਫਲਾਨਾ ASI ਮੈਨੂੰ ਚਾਹੀਦਾ ਤਾਂ SSP ਉਹਨੂੰ ਉੱਥੇ ਭੇਜ ਦਿੰਦਾ। ਠੀਕ ਹੈ, ਉਹ SP ਹੈੱਡਕੁਆਟਰ ਭੇਜ ਜਾਂ ਉਹਦੇ ਕੋਲ ਜਿਹਦੇ ਕੋਲ ਪਾਵਰ ਹੁੰਦੀ ਆ। ਮੋਸਟਲੀ ਕਈ ਜਗ੍ਹਾ ਇਹ ਹੁੰਦਾ ਵੀ SHO ਤੱਕ ਦੀ ਜਿਹੜੀ ਕਾਰਵਾਈ ਆ ਉਹ SSP ਰੱਖਦਾ, SP ਹੈੱਡਕੁਆਟਰ ਕੋਲ ਥੱਲੇ ਵਾਲੇ ਅਮਲੇ ਦੀ ਹੁੰਦੀ ਹੈ। ਉਹ ਵੀ ਨਿਯੁਕਤੀ ਜਿਹੜੀ ਆ ਉਹ ਹਲਕਾ ਇੰਚਾਰਜ ਦੁਆਰਾ ਕਿ ਫਲਾਨਾ ਬੰਦਾ ਮੇਰੇ ਹਲਕੇ ਦੀ ਗਲਤ ਹੈ, ਇਹਨੂੰ ਕੱਢੋ ਜੀ, ਉਹਨਾਂ ਨਾਲ ਦੀ ਨਾਲ ਪੁਲਿਸ ਲਾਈਨ ਭੇਜ ਦਿੱਤਾ ਜਾਂਦਾ। ਯਾਨੀ ਕਿ ਜਿਹੜੇ ਉੱਥੇ ਜੀ ਹਜ਼ੂਰੀ ਕਰਦੇ ਸਵੇਰੇ ਸ਼ਾਮੀ ਆ ਕੇ ਚੌਕੀਦਾਰਾ ਕਰਦੇ ਆ, ਤੇ ਜਿਹੜੇ ਟਾਇਲਟ ਸਾਫ਼ ਕਰਨ ਤੱਕ ਜਾਂਦੇ ਆ ਉਹੀ ਲੱਗਦੇ ਆ, ਦੂਜੇ ਨਹੀਂ ਲੱਗਦੇ ਆ। ਪਹਿਲੀ ਗੱਲ, ਤਹਿਸੀਲਦਾਰ, ਨਾਇਬ ਤਹਿਸੀਲਦਾਰ, SDM ਤੇ DSP ਇਹ ਸਾਰਾ ਕੁਝ ਹਲਕਾ ਇੰਚਾਰਜ ਦੇ ਮੁਤਾਬਕ ਲੱਗਣਾ। ਤੇ ਫਿਰ SHO ਤੇ ਕਾਰਵਾਈ ਕਿਹਨੇ ਕਰਨੀ ਹੈ? ਕਿਸੇ ਨੇ ਕਾਰਵਾਈ ਨਹੀਂ ਕਰਨੀ ਹੈ, ਕਿਉਂਕਿ ਜਿਹੜਾ ਹਲਕਾ ਇੰਚਾਰਜ ਆ ਜਾਂ MLA ਆ, ਉਹਦੇ ਜਿਹੜੇ 5-7-10 ਚਾਪਲੂਸ ਆ ਪਹਿਲਾਂ ਉੱਥੇ ਪਹੁੰਚਣੇ ਆ। ਉਹਨਾਂ ਨੇ ਜਾ ਕੇ ਕੱਲੇ ਨੂੰ ਮਨਾਉਣਾ, ਕਿਸੇ ਨੂੰ ਜੱਫੀ 'ਚ ਲੈ ਕੇ ਸੱਜੇ ਜਾਣਗੇ, ਕਿਸੇ ਨੂੰ ਖੱਬੇ ਜਾਣਗੇ। ਉਹਨਾਂ ਨੇ ਆਪਣੀ ਕਾਰਵਾਈ ਕਰਨੀ ਆ, ਕਿਉਂਕਿ ਚਾਪਲੂਸ ਨੇ ਉਹ ਆ ਕੇ ਕਹਿਣਗੇ ਸਰ ਦੇਖਿਆ ਮੈਂ ਫਲਾਨੇ ਨੂੰ ਵੀ ਸੈੱਟ ਕਰ ਲਿਆ, ਮੈਂ ਫਲਾਨੇ ਨੂੰ ਵੀ ਸੈੱਟ ਕਰ ਲਿਆ, ਮੈਂ ਬੋਲਣ ਨਹੀਂ ਦਿੱਤਾ, ਫਲਾਨਾ ਕੀ ਮੈਂ ਕਰਦਾ ਸੀ ਉਹਨੂੰ ਮੈਂ ਨੱਪ ਲਿਆ, ਜੇ ਕਰ ਲਿਆ ਉਹ ਕਰ ਲਿਆ, ਉਹ ਸਾਰਾ ਕੁਝ ਕਰਨਗੇ। ਪਰ ਕੁੱਲ ਮਿਲਾ ਕੇ ਆ ਜੋ ਕੁਝ ਉੱਥੇ ਕੀਤਾ ਗਿਆ ਉਹ ਬਿਲਕੁਲ ਗਲਤ ਸੀ। ਠੀਕ ਆ, ਬੱਚੇ ਪੇਪਰ ਦੇਣ ਆਏ ਆ, ਜ਼ਿੰਮੇਵਾਰੀ ਬਣਦੀ ਸੀ ਕਿ ਉਹਨਾਂ ਨੇ ਪੇਪਰ ਦੇਣਾ, ਉਹਨਾਂ ਲਈ ਰਸਤਾ ਚਾਹੀਦਾ। ਤੁਸੀਂ ਕਹੋ ਕਿ ਦੇਖੋ ਇੱਕ ਬੰਨੇ ਆਪਦਾ ਪ੍ਰੋਟੈਸਟ ਕਰੀ ਜਾਓ, ਆਹ ਬੰਨਾ ਖੋਲ ਦਿਓ, ਬੱਚਿਆਂ ਨੂੰ ਜਾਣ ਦਿਓ, ਉਹਨਾਂ ਨੂੰ ਰੋਕਣਾ ਨਹੀਂ ਹੈ। ਪ੍ਰੋਟੈਸਟ ਤੋਂ ਤੁਹਾਨੂੰ ਕੋਈ ਨਹੀਂ ਰੋਕਦਾ। ਠੀਕ ਹੈ, ਸੂਬਾ ਸਰਕਾਰ ਪਹਿਲਾਂ ਅੱਖਾਂ ਬੰਦ ਸੀ, ਉਹਨਾਂ ਨੂੰ ਨਹੀਂ ਪਤਾ ਪਿਛਲੇ ਸਾਲ ਜੂਨ ਤੋਂ ਲੈ ਕੇ ਪ੍ਰੋਟੈਸਟ ਪੰਜਾਬ 'ਚ ਸ਼ੁਰੂ ਹੋਏ ਨੇ। ਠੀਕ ਹੈ, ਖਾਸ ਕਰਕੇ ਅਗਸਤ ਤੋਂ ਜਿਹੜੇ ਆ ਟੋਲ ਪਲਾਜ਼ੇ ਸਾਰੇ ਦੇ ਸਾਰੇ ਜਿਹੜੇ ਸਤੰਬਰ ਤੋਂ ਰੋਕਣੇ ਸ਼ੁਰੂ ਕਰ ਦਿੱਤੇ ਗਏ। ਉਹ ਟੋਲ ਫ੍ਰੀ ਕੀਤਾ ਹੋਇਆ ਸਾਰਾ ਪੰਜਾਬ ਜਿਹੜਾ ਇਸ ਵਕਤ ਆ। ਕੀ ਉਦੋਂ SH ਦੀਆਂ ਅੱਖਾਂ ਨਹੀਂ ਖੋਲੀਆਂ? ਪਰ ਗੱਲ ਤੇ ਹੈ ਨਾ ਕਿ MLA ਦਾ ਹੱਥ ਆ ਪਿੱਠ ਤੇ ਨਸ਼ਾ ਜਿਹੜਾ ਬਹੁਤ ਜ਼ਿਆਦਾ ਔਕਾਤ ਤੋਂ ਵੱਧ ਜਿਹੜਾ ਉਹ ਪੈਸਾ ਇਕੱਠਾ ਹੋ ਰਿਹਾ, ਤੇ ਜ਼ਿਆਦਾ ਪੈਸਾ ਵੀ ਬੁੱਧੀ ਭ੍ਰਿਸ਼ਟ ਕਰਦਾ। ਠੀਕ ਹੈ, ਤੇ ਬਾਅਦ 'ਚ ਔਲਾਦਾਂ ਨਕੰਮੀਆਂ ਨਿਕਲਦੀਆਂ ਨੇ, ਫਿਰ ਮੱਥੇ ਤੇ ਹੱਥ ਮਾਰ ਕੇ ਦੇਖਦੇ ਆ ਕਿ ਔਲਾਦ ਨਕੰਮੀ ਨਿਕਲੀ ਆ। ਫਿਰ ਜਦੋਂ ਜਾਂਦੇ 60-70 ਤੋਂ ਟੱਪਦੇ ਆ, ਫਿਰ ਸੋਚਦੇ ਆ ਕਿ ਯਾਰ ਲੋਕਾਂ ਤੋਂ ਵੀ ਇੰਨੀ ਲਾਹਨਤਾਂ ਲਈਆਂ, ਇੰਨਾ ਕੁਛ ਆਹ ਕਰਤੂਤਾਂ ਕਰਕੇ ਇਕੱਠਾ ਵੀ ਕੀਤਾ, ਤੇ ਔਲਾਦ ਤਾਂ ਫਿਰ ਨਕੰਮੀ ਨਿਕਲੀ, ਇਹਦੇ ਨਾਲੋਂ ਤਾਂ ਨਾ ਹੀ ਕਰਦੇ, ਸਾਰਾ ਕੁੱਤਪੁਣਾ ਤੇ ਚੰਗੇ ਨਾ ਰਹਿੰਦੇ। ਫਿਰ ਸੋਚਦੇ ਆ, ਉਨੀ ਦੇਰ ਨਹੀਂ ਸੋਚਦੇ ਆ। ਇਸ ਕਰਕੇ ਇਹ ਡਿਪਾਰਟਮੈਂਟ ਦੀ ਇੱਕ ਆਦਤ ਹੋ ਚੁੱਕੀ ਆ ਕਿ ਥੱਲੇ ਵਾਲਾ ਲੈਵਲ ਜਿਹੜਾ ਉਹਨੂੰ ਹਮੇਸ਼ਾ ਹੁੰਦਾ ਕਿ ਮੈਂ SHO। ਮੈਂ ਇੱਕ ਗੱਲ ਬੜੀ ਦੇਰ ਤੋਂ ਦੇਖਦਾ ਆ ਰਿਹਾ ਕਿ ਜਿਹੜੇ SHO ਲੱਗੇ ਨੇ, ਮਤਲਬ ਜਿਹੜੇ ਪਬਲਿਕ ਡੀਲਿੰਗ ਪੋਸਟਾਂ ਤੇ ਲੱਗੇ, ਉਹ ਲੱਗਣਗੇ ਭਾਵੇਂ ਉਹ DSP ਹੋਵੇ, ਉਹ ਇੱਕ ਜ਼ਿਲ੍ਹਾ ਨਹੀਂ ਹੋਏਗਾ ਤਾਂ ਦੂਜਾ ਹੋਏਗਾ। 5 ਸਾਲ ਬਾਅਦ ਇਹ ਸਾਰੇ ਜਿਹੜੇ SHO ਲੱਗਣੇ ਨੇ, ਜਿਹੜੇ DSP, ਇਹਨਾਂ ਨੇ ਜ਼ਿਲ੍ਹਾ ਚੇਂਜ ਕਰਨਾ ਹੀ ਕਰਨਾ। ਕਿਉਂਕਿ ਜਿਹੜਾ ਪਟਿਆਲੇ 'ਚ ਕਾਂਗਰਸ ਨਾਲ ਹੋਇਆ, ਸੰਗਰੂਰ 'ਚ ਜਾ ਕੇ ਅਕਾਲੀ ਦਲ ਨਾਲ, ਜਿਹੜਾ ਉੱਥੇ ਕਾਂਗਰਸ ਨਾਲ ਸੀ ਉਹ ਇੱਥੇ ਅਕਾਲੀ ਦਲ ਨਾਲ। ਬਸ ਜ਼ਿਲ੍ਹਾ ਚੇਂਜ ਕਰਨਾ ਆ ਜਾਂਦੇ ਆ, ਪਹਿਲਾਂ ਹੀ ਹੋ ਜਾਂਦੀ ਹੈ ਸੈਟਿੰਗ। ਚੋਣ ਤੋਂ ਪਹਿਲਾਂ ਆਉਣਗੇ, ਉਹਨਾਂ ਨੂੰ ਪਤਾ ਕਿ ਆਹ ਵਿਨਿੰਗ ਕੈਂਡੀਡੇਟ, ਇਹਨੇ ਮਿਨਿਸਟਰੀ 'ਚ ਆਉਣਾ ਜਾਂ ਇਹਨੇ ਕੱਲ ਨੂੰ ਹਲਕਾ ਇੰਚਾਰਜ ਬਣਨਾ, ਪਹਿਲਾਂ ਆ ਕੇ ਉਹਨੂੰ ਦਾਨ ਦਕਸ਼ਣਾ ਦੇ ਜਾਂਦੇ ਆ। ਉਹਦੀ ਲਿਸਟ ਪਹਿਲਾਂ ਬਣੀ ਹੁੰਦੀ ਆ, ਜਿੱਦਣ ਵੀ ਸਰਕਾਰ ਬਣਦੀ ਉਸ ਤੋਂ ਪਹਿਲਾਂ ਜਿਹਦੇ ਕੋਲ ਹੋਮ ਮਿਨਿਸਟਰ, ਭਾਵੇਂ ਉਹ ਮੁੱਖ ਮੰਤਰੀ ਕੋਲ ਚਾਹੇ ਡਿਪਟੀ ਮੁੱਖ ਮੰਤਰੀ ਕੋਲ ਹੋਵੇ, ਜਾਂਦੇ ਆ ਕਹਿੰਦੇ ਸਰ ਆ ਮੇਰੇ ਲਾ ਦਿਓ, ਬਸ ਉਹੀ ਚੁੱਪ ਕਰਕੇ ਲੱਗ ਜਾਂਦੇ। ਦੇਖੋ NSG ਹੈ ਨਾ, ਜਿਹੜੇ ਨੈਸ਼ਨਲ ਸਿਕਿਉਰਿਟੀ ਗਾਰਡ, ਇਹਦੇ ਵਿੱਚ ਭਰਤੀ ਹੋਣ ਲਈ ਕਿੰਨੇ ਫਿੱਟ ਲੋਕ ਹੁੰਦੇ ਨੇ ਜਿਹੜੇ ਖੜਕਾ ਸੁਣ ਕੇ ਫਾਇਰ ਮਾਰਦੇ ਨੇ ਨਿਸ਼ਾਨੇ ਤੇ। ਯਾਨੀ ਇੱਕ ਪਾਸੇ ਕੁਝ ਖੜਕਾਇਆ ਜਾਂਦਾ ਤੇ ਉਹਨਾਂ ਨੇ ਅੱਖਾਂ ਬੰਨ੍ਹ ਕੇ ਉਸ ਟਾਰਗੇਟ ਨੂੰ ਸ਼ੂਟ ਕਰਨਾ ਹੁੰਦਾ। ਉਹ ਬੰਦੇ NSG 'ਚ ਆਉਂਦੇ ਨੇ, ਨੈਸ਼ਨਲ ਸਿਕਿਉਰਿਟੀ ਗਾਰਡ ਦੇ ਵਿੱਚ ਆਉਂਦੇ ਨੇ, ਜਿਹੜੇ VVIP ਲੋਕਾਂ ਦੀ ਸਿਕਿਉਰਿਟੀ ਕਰਦੇ ਨੇ। ਪਟਿਆਲੇ ਦਾ ਇੱਕ NSG ਕਮਾਂਡੋ ਸੀਗਾ ਰਣਜੀਤ, ਸਸਪੈਂਡ ਸੀ, ਬਜਨੌਰ ਦੇ ਵਿੱਚ ਫੜਿਆ ਗਿਆ, ਸੋਨਾ ਲੁੱਟਣ ਦਾ ਕੰਮ ਕਰਦਾ ਸੀ। ਬਜਨੌਰ ਦੇ ਮੰਡਾਵਰ ਰੋਡ ਤੇ ਮੱਲ ਨਦੀ ਦੇ ਨੇੜੇ ਪੁਲਿਸ ਦੀ ਤੇ ਬਦਮਾਸ਼ਾਂ ਦੀ ਮੁੱਠਭੇੜ ਹੋਈ। ਇਹਨਾਂ ਦੇ ਵਿੱਚ ਇਹਨਾਂ ਬਦਮਾਸ਼ਾਂ ਦਾ ਸਰਗਣਾ NSG ਦਾ ਬਰਖਾਸਤ ਕੀਤਾ ਹੋਇਆ ਕਮਾਂਡੋ ਰਣਜੀਤ ਹੈ, ਜੋ ਆਪਣੇ ਸ਼ਹਿਰ ਪਟਿਆਲਾ ਦਾ ਰਹਿਣ ਵਾਲਾ ਹੈ। ਦੂਜਾ ਬਦਮਾਸ਼ ਮੁਜ਼ੱਫਰਨਗਰ ਜ਼ਿਲ੍ਹੇ ਦੇ ਹਰਸੌਲੀ ਦਾ ਰਹਿਣ ਵਾਲਾ ਹੈ। ਅੰਮ੍ਰਿਤਸਰ ਦੇ ਵਿੱਚ ਡਕੈਤੀ ਦੇ ਦੌਰਾਨ 303 ਗ੍ਰਾਮ ਸੋਨਾ ਲੁੱਟਿਆ ਗਿਆ ਸੀ, 2 ਪਿਸਟਲ ਤੇ ਬਾਈਕ ਬਰਾਮਦ ਹੋਈ ਸੀ। ਸੋ ਬਜਨੌਰ ਦੇ ਵਿੱਚ ਸੋਨਾ ਵੇਚਣ ਆਏ ਸੀਗੇ ਅੰਮ੍ਰਿਤਸਰ ਤੋਂ ਲੁੱਟ ਕੇ। ਇਸ ਦੌਰਾਨ ਇਹਨਾਂ ਬਦਮਾਸ਼ਾਂ ਨੇ 20 ਦਿਨ ਪਹਿਲਾਂ ਬਜਨੌਰ ਦਾ ਜਿਹੜਾ ਮਥੂਟ ਫਾਈਨਾਂਸ ਹੈ ਉਹਦਾ ਸੋਨਾ ਲੁੱਟਣ ਦੀ ਕੋਸ਼ਿਸ਼ ਕੀਤੀ। ਬਜਨੌਰ ਦੇ SP ਸਿਟੀ ਰੰਜਨ ਸਿੰਘ ਨੇ ਦੱਸਿਆ ਕਿ ਨਾਕੇ ਦੇ ਦੌਰਾਨ ਜਦੋਂ ਇਹਨਾਂ ਰਣਜੀਤ ਦੇ ਉਸਦੇ ਸਾਥੀ ਨੂੰ ਰੋਕਿਆ ਗਿਆ
ਤਾਂ ਇਹਨਾਂ ਨੇ ਪੁਲਿਸ ਤੇ ਗੋਲੀਆਂ ਚਲਾਈਆਂ ਤੇ ਬਾਅਦ ਵਿੱਚ ਗੰਨੇ ਦੇ ਖੇਤ 'ਚ ਜਾ ਵੜੇ ਤੇ ਬਦਮਾਸ਼ਾਂ ਨੇ ਇੱਕ ਗੋਲੀ यूपी ਪੁਲਿਸ ਤੇ ਸਿਪਾਹੀ ਦੇ ਮੋਢੇ 'ਚ ਮਾਰੀ। ਪੁਲਿਸ ਨੇ ਜਵਾਬੀ ਕਾਰਵਾਈ ਕਰਕੇ ਦੋਨਾਂ ਦੇ ਪੈਰਾਂ 'ਚ ਗੋਲੀਆਂ ਮਾਰ ਕੇ ਇਹਨਾਂ ਨੂੰ ਕਾਬੂ ਕਰ ਲਿਆ। ਹੁਣ ਤੱਕ ਇਹ ਪਟਿਆਲੇ ਦਾ ਰਣਜੀਤ ਜਿਹੜਾ ਕਿ NSG ਦਾ ਸਾਬਕਾ ਕਮਾਂਡੋ ਆ, ਸਸਪੈਂਡਡ ਹੈ। ਇਸ ਗਰੋਹ ਨੇ 14 ਜੂਨ ਨੂੰ ਰਾਜਸਥਾਨ ਦੇ ਚੂਰੂ ਦੇ ਵਿੱਚ ਮਣੀਪੁਰਮ ਫਾਈਨਾਂਸ ਜਾਣੀ ਜਿਹੜੀਆਂ ਕਿ ਵੱਡੇ ਜਿਊਲਰ ਨੇ ਉਹਨਾਂ ਤੋਂ 25 ਕਿਲੋ ਸੋਨਾ ਲੁੱਟਿਆ ਸੀਗਾ ਤੇ 2 ਸਾਥੀ ਨੇ ਇਹਨਾਂ ਨੇ ਮੁਜ਼ੱਫਰਨਗਰ ਦੇ ਵਿੱਚ ਸ਼ਦਾਬ ਤੇ ਮੋਹਾਲੀ ਦੇ ਵਿੱਚ ਪੰਜਾਬ ਨਿਵਾਸੀ ਹਰੀਸ਼ ਠਾਕਰ ਨੂੰ ਲੁੱਟਿਆ ਸੀ। ਸੋਨੇ ਦੇ ਨਾਲ ਇਹ ਹਿਸਾਰ ਦੇ ਵਿੱਚ ਫੜੇ ਗਏ ਸੀ। ਰਣਜੀਤ ਤੇ ਬਾਕੀ 2 ਸਾਥੀ ਇਹਨਾਂ ਦੇ ਹੱਥ ਨਹੀਂ ਸੀ ਆਏ। ਇਸ ਗੈਂਗ ਨੇ 21 ਮਾਰਚ ਨੂੰ ਪੰਜਾਬ ਦੇ ਅੰਮ੍ਰਿਤਸਰ ਦੇ ਸ਼ਰਾਫ ਦੇ ਘਰੇ ਡਾਕਾ ਮਾਰਿਆ ਸੀ, ਜਿਸ ਤਰ੍ਹਾਂ ਰਣਜੀਤ ਆਪਣੇ 5 ਸਾਥੀਆਂ ਨਾਲ ਇਸ ਘਟਨਾ ਨੂੰ ਅੰਜਾਮ ਦਿੱਤਾ ਸੀ। 19 ਜੁਲਾਈ ਨੂੰ ਮਥੂਟ ਫਾਈਨਾਂਸ ਦੇ ਵਿੱਚ ਸੋਨਾ ਲੁੱਟਣ ਆਏ ਰਣਜੀਤ ਨੇ ਗੋਲੀ ਚਲਾਈ ਸੀ। ਜਿਹੜਾ ਠੇਲਾ ਲਗਾਉਣ ਵਾਲੇ ਜਿਸ ਦੌਰਾਨ ਰੇਹੜੀ ਲਾਉਣ ਵਾਲੇ ਹੋਸ਼ਰਾਮ ਦੀ ਮੌਤ ਹੋਈ ਸੀ। ਹੁਣ ਤੁਸੀਂ ਵੇਖੋ ਕਿ ਸਸਪੈਂਡਡ ਬਹੁਤ ਵਧੀਆ ਇਹਨਾਂ ਦੇ ਵੇਜਸ ਹੁੰਦੇ ਨੇ ਤੇ ਬਹੁਤ ਵੱਡੇ ਅਫਸਰਾਂ ਨਾਲ ਜਿਹੜੇ ਦੇਸ਼ ਦੇ VVIP ਨੇ, ਜਿਵੇਂ ਸੁਖਬੀਰ ਬਾਦਲ ਹੈ, ਵੱਡੇ ਬਾਦਲ ਹੈ, ਮਾਇਆਵਤੀ ਹੈ, ਸੈਂਟਰ ਦੇ ਜਿਹੜੇ ਵਜ਼ੀਰ ਨੇ ਉਹਨਾਂ ਦੇ ਨਾਲ NSG ਕਮਾਂਡੋ ਲੱਗਦੇ ਨੇ। ਇੱਕ ਤਾਂ NSG ਦੇ ਵਿੱਚ ਤੇ SPG ਦੇ ਵਿੱਚ ਇਹ 2 ਸੰਸਥਾਵਾਂ ਨੇ, ਸਪੈਸ਼ਲ ਪ੍ਰੋਟੈਕਸ਼ਨ ਗਾਰਡ ਜਿਹੜੀ ਪ੍ਰਧਾਨ ਮੰਤਰੀ ਦੀ ਤੇ ਇਹਨਾਂ ਦੀ ਰੱਖਿਆ ਕਰਦੀ ਹੈ। ਪਹਿਲੀ ਗੱਲ ਤਾਂ ਅਫਸੋਸ ਕਿ ਇਹਨਾਂ ਦੇ ਵਿੱਚ ਬਿਆਨ ਸਿੰਘ ਤੇ ਸਤਵੰਤ ਸਿੰਘ ਦੇ ਇੰਦਰਾ ਗਾਂਧੀ ਤੇ ਕੀਤੇ ਹਮਲੇ ਤੋਂ ਬਾਅਦ SPG ਦੇ ਵਿੱਚ ਖਾਸ ਕਰਕੇ ਤੇ ਜਾਂ NSG ਦੇ ਵਿੱਚ ਸਿੱਖ ਕਮਾਂਡੋ ਹੀ ਨਹੀਂ ਲਾਇਆ ਜਾਂਦਾ। ਜਿਹੜਾ ਇੱਕ ਅੱਧਾ ਲਾਇਆ ਵੀ ਜਾਂਦਾ, ਹੁਣ ਰਣਜੀਤ ਵਰਗੇ ਕੀ ਕਰਤੂਤਾਂ ਕਰਦੇ ਨੇ, ਕਿਸੇ ਦੋਸ਼ ਦੇ ਵਿੱਚ ਇਹ ਸਸਪੈਂਡ ਹੁੰਦੇ ਨੇ ਤੇ ਇੱਥੇ ਇਹਨਾਂ ਨੇ 25-25 ਕਿਲੋ ਸੋਨਾ ਲੁੱਟਿਆ, ਜਿਵੇਂ ਰਾਜਸਥਾਨ ਚੂਰੂ 'ਚੋਂ 25 ਕਿਲੋ ਲੁੱਟਿਆ, ਹੋਰ ਅੰਮ੍ਰਿਤਸਰ ਦੇ ਵਿੱਚ ਲੁੱਟਿਆ, ਬਜਨੌਰ ਦੇ ਵਿੱਚ ਫੜੇ ਗਏ ਨੇ। ਹਾਲਾਤ ਕੀ ਨੇ? ਸੋ ਉਸ ਕਰਕੇ ਫਿਰ ਉਹ ਬਾਬਾ ਬੁੱਲੇ ਸ਼ਾਹ ਦਾ ਜਿਹੜਾ ਪੁਲਿਸ ਤੇ ਟੋਟਕਾ ਨਾ, ਜਿਵੇਂ ਜੱਜ ਸਾਹਿਬ ਨੇ ਵੀ ਆਖਿਆ, ਰਮੰਨਾ ਸਾਹਿਬ ਨੇ, ਹੁਣ ਜਦੋਂ ਇਹ ਥਾਣਿਆਂ 'ਚ ਹੁੰਦੇ ਨੇ, ਤੁਸੀਂ ਵੇਖੋ ਆਪਾਂ ਤਾਂ ਸਾਰਾ ਕੁਝ ਵੇਖਿਆ ਹੀ ਹੈ। ਮਾਈ ਦੀ ਸਰਾਂ ਦਾ ਦਰਦ ਝੱਲਿਆ ਕਿ ਕਿਸ ਤਰ੍ਹਾਂ ਉੱਥੇ ਕਬੂਤਰ ਵੀ ਗੁਟਕੂ ਨਹੀਂ ਸੀ ਕਰਦੇ। ਮਾਈ ਦੀ ਸਰਾਂ ਜਿਹੜਾ ਕਹਿੰਦੇ ਸੀ ਮਾਈ ਦੀ ਸਰਾਂ ਪਹੁੰਚ ਗਿਆ ਨਾ ਤੇ ਉਹਦਾ ਫਿਰ ਕੋਈ ਮਾਈ ਬਾਪ ਨਹੀਂ ਹੈ। ਜਦੋਂ ਯੂਨੀਵਰਸਿਟੀ ਸੀ ਆਪਾਂ ਉਹ ਸਾਰੀਆਂ ਚੀਜ਼ਾਂ ਝੱਲੀਆਂ। ਉੱਥੇ ਪਿਸ਼ਾਬ ਕਰਨ ਦੇ ਵਾਸਤੇ ਤਸਲਾ ਰੱਖ ਦਿੰਦੇ ਸੀਗੇ, ਕਹਿੰਦੇ ਸੀ ਇਹਦੇ 'ਚ ਪਿਸ਼ਾਬ ਕਰ ਲਾ। ਜਦੋਂ ਬੰਦੇ ਨੇ ਪਿਸ਼ਾਬ ਕਰਨਾ ਤੇ ਕਰੰਟ ਵੱਜਦਾ ਸੀ, ਜਿਵੇਂ ਉਹ ਫਿਲਮ ਦੇ ਵਿੱਚ ਆਇਆ ਸੀਗਾ 3 Idiot ਦੇ ਵਿੱਚ। ਕੀ ਤਸ਼ੱਦਦ ਨਹੀਂ ਹੋਇਆ ਉੱਥੇ? ਕੰਧਾਂ ਵੀ ਰੋਂਦੀਆਂ ਸੀਗੀਆਂ। ਉੱਥੇ ਸਫਾਈ ਸੇਵਕ ਸੀ ਜਿਹੜੇ ਉਹ ਵੀ ਰੋਂਦੇ ਸੀ, ਜਿਹੜੇ ਲਾਸ਼ਾਂ ਢੋਂਦੇ ਸੀਗੇ। ਕੀ ਕੁਛ ਪਟਿਆਲੇ 'ਚ ਨਹੀਂ ਹੋਇਆ? ਕੀ ਕੁਛ ਹੋਰ CAE ਸੈਂਟਰਾਂ 'ਚ ਨਹੀਂ ਹੋਇਆ? ਸੋ ਇਸ ਕਰਕੇ ਉਹ ਬੁੱਲੇ ਸ਼ਾਹ ਦੀਆਂ ਸਤਰਾਂ ਆਉਂਦੀਆਂ ਨੇ ਇਸ ਤਰ੍ਹਾਂ ਦੀ ਪੁਲਿਸ ਬਾਰੇ ਕਿ ਜਿਸ ਥਾਣੇ ਦਾ ਤੂੰ ਮਾਣ ਕਰੇ, ਜਿਸ ਥਾਣੇ ਦਾ ਤੂੰ ਮਾਣ ਕਰੇ ਤੇਰੇ ਨਾਲ ਨਾ ਜਾਸੀ ਥਾਣਾ, ਜ਼ੁਲਮ ਕਰੇ ਤੇ ਲੋਕ ਸਤਾਵੇਂ ਤੂੰ ਕਸਬ ਫੜਿਆ ਲੁੱਟ ਖਾਣਾ, ਕਰੇ ਚਾਵੜ 4 ਦਿਹਾੜੇ ਓੜਕ ਤੂੰ ਉੱਠ ਜਾਣਾ। ਇਹ ਗੱਲ ਨਹੀਂ ਕਿ ਸਾਰੇ ਨੇ, ਚੰਗੇ ਬਹੁਤ ਅਧਿਕਾਰੀ ਨੇ, ਕਰਮਚਾਰੀ ਨੇ, ਪਰ ਜਿਹੜੀਆਂ ਇਹ ਚੰਦ ਭੇਡਾਂ ਨੇ ਨਾ, ਜਿਹੜੀਆਂ ਆਪਣੀਆਂ ਗਲਤੀਆਂ ਨਾਲ ਸਸਪੈਂਡ ਹੁੰਦੀਆਂ ਨੇ ਤੇ ਫਿਰ ਇਸ ਤਰ੍ਹਾਂ ਦੇ ਡਾਕੇ ਮਾਰਦੇ ਨੇ, ਬਦਨਾਮ ਕਰਦੇ ਨੇ। ਇੱਕ ਪਾਸੇ ਦੇਸਰਾਜ ਵਰਗੇ ਅਫਸਰ ਵੀ ਨੇ ਤੇ ਇੱਕ ਪਾਸੇ ਇਸ ਤਰ੍ਹਾਂ ਦੇ ਬਲਵਿੰਦਰ ਵਰਗੇ ਲੋਕ ਨੇ ਜਿਹੜੇ ਸ਼ਰੇਆਮ ਵਰਦੀ ਪਾ ਕੇ ਕਹਿੰਦੇ ਨੇ ਮੈਂ ਤੇਰੀ ਜੀਭ ਕੱਟ ਦੂੰ ਪਬਲਿਕਲੀ, ਮੈਂ ਤੁਹਾਡੀ ਜਾਨ ਕੱਢ ਦੂੰ ਪਬਲਿਕਲੀ। ਕੀ ਨਹੀਂ ਹੋ ਰਿਹਾ ਜੀ? ਸੁਰਿੰਦਰਵੀਰ ਕੰਟੀਨਿਊ ਪਲੀਜ਼। ਮੈਂ ਪਹਿਲਾਂ ਕਿਹਾ ਕਿ ਔਲਾਦ ਨਿਕੰਮੀ ਨਿਕਲਦੀ ਆ, ਫਿਰ ਔਲਾਦ ਇਹ ਵੀ ਆ ਕਿ ਔਲਾਦ ਦੀ ਉਮਰ ਹੁੰਦੀ ਆ 24 ਸਾਲ ਤੇ ਔਲਾਦ ਨਿਕਲ ਜਾਂਦੀ ਆ 42 ਸਾਲ ਵਾਲੇ ਕਿਸੇ ਪਿੰਡ ਦੇ ਸਰਪੰਚ ਨਾਲ, ਤੇ ਫਿਰ SSP ਰੈਂਕ ਤੇ ਬੈਠਾ ਬੰਦਾ ਮੱਥੇ ਤੇ ਹੱਥ ਮਾਰਦਾ, ਮੇਰੇ ਨਾਲ ਕੀ ਪਾਣਾ ਵਰਤਿਆ ਇੱਕ ਨਾਲ ਮੇਰੇ ਕੋਲ ਵੀ ਆਇਆ ਸੀ। ਮੈਂ ਪੁੱਛਿਆ ਸੀ, ਮੈਨੂੰ ਕਹਿੰਦਾ ਕਿੰਨੇ ਬੱਚੇ? ਮੈਂ ਕਿਹਾ 2 ਬੇਟੇ ਆ। ਕਹਿੰਦਾ ਯਾਰ ਮੈਨੂੰ ਤੇ ਇੱਕ ਵੀ ਨਹੀਂ ਰੱਬ ਨੇ ਦਿੱਤਾ। ਮੈਂ ਕਿਹਾ ਜਿਹੜਾ 500 ਕਰੋੜ ਦਿੱਤਾ ਉਹਨੂੰ ਸਾਂਭ ਲਾ, ਉਹਨੂੰ ਮੰਜੇ ਤੇ ਰੱਖ ਕੇ ਸੌਂ ਜਾ ਉਹਦੇ ਨਾਲ। ਕਹਿੰਦਾ ਯਾਰ ਤੂੰ ਤਾਂ ਪੁੱਠੀਆਂ ਗੱਲਾਂ ਕਰਦਾ। ਮੈਂ ਪੁੱਠੀਆਂ ਨਹੀਂ, ਹੁਣ ਜੋ ਮੱਥੇ ਤੇ ਹੱਥ ਮਾਰ ਕੇ ਰੋਣਾ, ਤੁਹਾਨੂੰ ਨਹੀਂ ਸੀ ਪਤਾ ਪੈਸੇ ਕਮਾਉਣ ਲੱਗੇ ਨੇ, ਤੁਹਾਨੂੰ ਨਹੀਂ ਸੀ ਪਤਾ ਔਲਾਦ ਸਾਂਭਣੀ ਆ। ਕਿਉਂ ਨਹੀਂ ਸਾਂਭੀ? ਕਿਸੇ ਦਾ ਕਸੂਰ ਆ? ਤੁਹਾਡਾ ਕਸੂਰ ਆ। ਸਭ ਤੋਂ ਪਹਿਲਾਂ ਜੇ ਔਲਾਦ ਨਕੰਮੀ ਆ, ਇਹਦਾ ਮਤਲਬ ਤੁਸੀਂ ਸੰਸਕਾਰ ਚੱਜ ਦੇ ਨਹੀਂ ਦਿੱਤੇ। ਮਾਂ-ਬਾਪ ਉਹਦੇ ਲਈ ਜ਼ਿੰਮੇਵਾਰ ਨੇ, ਠੀਕ ਹੈ? ਮਾਂ-ਬਾਪ ਆਪਦੀ ਐਸ਼ ਪ੍ਰਸਤੀ ਨੂੰ ਪੈ ਰਹੇ ਜਾਂ ਪੈਸੇ ਇਕੱਠੇ ਕਰਨ ਲਈ ਪੈ ਰਹੇ, ਤੇ ਫਿਰ ਇਹੀ ਕੁਛ ਵਾਪਰਨਾ। ਇਸ ਕਰਕੇ ਹਾਲਾਤਾਂ ਜਿਹੜੀਆਂ ਨੇ, ਕੀ ਹੋ ਗਿਆ ਕਿ ਦੇਖੋ, ਮੈਂ ਇਸ ਗੱਲੋਂ ਹੈਰਾਨ ਸੀ ਕਿ ਅੱਜ ਤੱਕ ਇੱਕ ਵੀ ਮੁਲਾਜ਼ਮ PM ਤੋਂ ਲੈ ਕੇ ਰਾਸ਼ਟਰਪਤੀ ਤੱਕ, ਰਾਸ਼ਟਰਪਤੀ ਦੇ ਅੰਡਰ ਤਾਂ ਸਾਰੇ ਆਉਂਦੇ ਆ, ਉਹ 'ਚ
ਸਾਰੀ ਦੀ ਸਾਰੀ ਕੀ ਕਹਿੰਦੇ ਸੁਪਰੀਮ ਕੋਰਟ ਵੀ ਸਾਰੀ ਆਉਂਦੀ ਆ, ਉੱਤੇ ਚੀਫ ਇਲੈਕਸ਼ਨ ਕਮਿਸ਼ਨ ਵੀ ਆਉਂਦਾ, ਸਾਰਾ ਕੁਝ ਆਉਂਦਾ। ਦੂਸਰਾ ਕੀ ਕਹਿੰਦੇ ਹੁੰਦੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਵੀ, ਸਾਰਾ ਕੁਝ ਉਹਦੇ ਅੰਦਰ, ਪ੍ਰਾਈਮ ਮਿਨਿਸਟਰ ਵੀ, ਹੋਮ ਮਿਨਿਸਟਰ, ਸਾਰਾ ਕੁਝ ਉਹਦੇ ਅੰਡਰ ਆਉਣਾ। ਮੈਂ ਉੱਥੋਂ ਤੱਕ ਕਹਿਣਾ ਕੋਈ ਇੱਕ ਬੰਦਾ ਤਾਂ ਇਹ ਉੱਠ ਕੇ ਕਹਿ ਦੇਵੇ ਕਿ ਮੈਂ ਆ ਜੋ ਕੁਝ ਬਣਾਇਆ ਇਹ ਸਾਰਾ ਕੁਝ ਮੇਰੀ ਮਿਹਨਤ ਦੀ ਕਮਾਈ ਦਾ ਵਾ, ਕੋਈ ਇੱਕ ਜਣਾ ਤਾਂ ਉੱਠ ਕੇ ਕਹਿ ਦੇਵੇ। ਹੁਣ ਜੇ ਬੰਦਾ ਕਵੇ ਕਿ ਮੈਂ ਆਪਦੀ ਨੌਕਰੀ ਇਮਾਨਦਾਰੀ ਨਾਲ ਕੀਤਾ ਤੇ ਮੈਂ ਆਪਦੀ ਤਨਖਾਹ ਤੋਂ ਆਪਣੇ ਬੱਚੇ ਪੜ੍ਹਾ ਲਿਆ, ਨਹੀਂ ਪੜ੍ਹਾ ਸਕਦਾ। ਜਿੰਨੀਆਂ ਫੀਸਾਂ ਵਧੀਆਂ ਨੇ, ਜੋ ਹਾਲਾਤ ਨੇ, ਠੀਕ ਹੈ। ਹੁਣ ਤੁਸੀਂ ਹਾਲਾਤ ਦੇਖੋ, ਇੱਕ ਬੰਨੇ ਤਾਂ ਕੁਝ ਯੂਨੀਵਰਸਿਟੀਆਂ ਅਜਿਹੀਆਂ ਨੇ, ਕੁਝ ਕਾਲਜ ਅਜਿਹੇ ਨੇ ਜਿਨ੍ਹਾਂ ਨੇ ਜਿਹੜਾ ਕਲੈਟ ਦਾ ਟੈਸਟ ਹੋਣਾ ਉਹਦੇ ਥਰੂ ਐਡਮਿਸ਼ਨਾਂ ਹੋਣੀਆਂ, ਯਾਨੀ ਕਿ LLB ਚ BLLB ਚ ਜਾਣਾ, 5 ਈਅਰ ਦਾ ਲਾਅ 5 ਈਅਰ ਦੇ ਲਈ ਜਾਣਾ, ਤੇ ਉਹ ਕਿੱਥੋਂ ਜਾਣਾ? ਉਹ ਚ ਰਾਜੀਵ ਗਾਂਧੀ ਯੂਨੀਵਰਸਿਟੀ ਜਾਂਦੀ ਆ। ਰਾਜੀਵ ਗਾਂਧੀ ਯੂਨੀਵਰਸਿਟੀ ਚ ਜਾਣਾ ਤੇ 3,60,000 ਰੁਪਇਆ ਤੈਨੂੰ ਸਾਲ ਦਾ ਪੇ ਕਰਨਾ ਪੈਣਾ। ਕਿੱਥੋਂ ਬੰਦਾ ਅਫੋਰਡ ਕਰ ਲੂਗਾ? ਇੱਕ ਬੰਦਾ ਜਿਹੜਾ ਭਾਵੇਂ 50,000 ਵੀ ਮਹੀਨੇ ਦੀ ਤਨਖਾਹ ਲੈਂਦਾ ਹੋਵੇ, ਕਿ ਉਹ ਆਪਦੇ ਬੱਚੇ ਦੀ ਫੀਸ ਪੂਰੀ ਭਰ ਸਕੇਗਾ ਉਸ ਯੂਨੀਵਰਸਿਟੀ ਚ? ਆਰਮੀ ਇੰਸਟੀਚਿਊਟ ਆ, ਉਹਦੀਆਂ 16 ਸੀਟਾਂ ਨੇ ਉਹਦੇ ਕੋਲ, ਜਿਹੜੀਆਂ ਪੰਜਾਬੀ ਯੂਨੀਵਰਸਿਟੀ ਨੇ ਥਰੂ ਕਾਉਂਸਲਿੰਗ ਭਰਨੀਆਂ ਨੇ। ਉਹ ਕਾਉਂਸਲਿੰਗ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਦਿੱਤੀ, ਜਿਹੜੀਆਂ ਬਾਕੀਆਂ ਉਹ ਕਲੈਟ ਦੇ ਥਰੂ ਆਉਣੀਆਂ। ਉੱਥੇ ਵੀ ਜਿਹੜੀ ਇਧਰੋਂ ਵੀ 16 ਭਰੀਆਂ ਜਾਣੀਆਂ ਜਾਂ ਕਲੈਟ ਦੇ ਥਰੂ ਵੀ ਆਉਣੀਆਂ, ਉਹ ਉਧਰੋਂ ਵੀ ਰੈਂਕ ਤੇ ਆਉਣੀਆਂ, ਇਧਰੋਂ ਵੀ ਰੈਂਕ ਪੈਣਾ। ਇੱਧਰ ਟੈਸਟ ਨਹੀਂ ਹੈ, ਇੱਧਰ ਡਾਇਰੈਕਟ ਮੈਰਿਟ ਆ। ਉੱਥੇ ਵੀ ਤੁਹਾਡਾ ਖਰਚਾ ਜਿਹੜਾ ਉਹ 2.5 ਲੱਖ ਤੋਂ ਵੱਧ ਆ ਸਾਲ ਦਾ। ਕਿਹੜਾ ਬੰਦਾ ਪੇ ਕਰ ਲੂਗਾ? ਕਿਸੇ 'ਚ ਹਿੰਮਤ ਹੈਗੀ ਹੈ ਨਹੀਂ ਪੇ ਕਰਨ ਦੀ? ਇਸ ਕਰਕੇ ਆ ਕਿ ਜਿਹੜਾ ਵਾਰ-ਵਾਰ ਇੱਕ ਮੰਗ ਉੱਠਣੀ ਕਿ ਦੇਖੋ ਜੀ ਐਜੂਕੇਸ਼ਨ ਦਾ ਸੱਤਿਆਨਾਸ਼ ਹੋਇਆ ਪਿਆ। ਅਗਲੀ ਗੱਲ ਮੁਲਾਜ਼ਮਾਂ ਦੀ, ਇੱਕ ਸਿਪਾਹੀ ਦੀ ਹਿੰਮਤ ਹੈਗੀ ਆ ਕਿ ਉਹ ਭਰ ਸਕਦਾ, ਇੱਕ ਕਲਰਕ ਦੀ ਹਿੰਮਤ ਹੈਗੀ ਉਹ ਭਰ ਸਕਦਾ, ਕਿਉਂਕਿ ਉਹ ਪੋਸਟ ਅਜਿਹੀ ਤੇ ਬੈਠਾ, ਉਹਨੇ ਹੱਥ ਰੰਗੇ ਹੋਏ ਆ, ਠੀਕ ਹੈ। ਪਰ ਇੱਕ ਆਮ ਵਿਅਕਤੀ ਦੀ ਹੈਸੀਅਤ ਨਹੀਂ ਹੈ ਉਹ ਇੰਨਾ ਕੁਝ ਭਰ ਲਵੇ। ਜੇ ਇਮਾਨਦਾਰ ਅਫਸਰ ਬੈਠਾ, ਜੇ ਉਹ DSP ਰੈਂਕ ਤੇ ਵੀ ਬੈਠਾ, ਤਾਂ ਉਹ ਆਪਦੇ ਬੱਚੇ ਨੂੰ ਇਹਨਾਂ ਅਦਾਰਿਆਂ 'ਚ ਨਹੀਂ ਪਾ ਸਕਦਾ, ਕਿਉਂਕਿ ਫੀਸਾਂ ਇੰਨੀਆਂ ਨੇ, ਉਹ ਫੀਸ ਇੰਨੀ ਭਰ ਹੀ ਨਹੀਂ ਸਕਦਾ, ਠੀਕ ਹੈ। ਇਮਾਨਦਾਰੀ ਦੀ ਨੌਕਰੀ ਕਰਨੀ ਹੈ ਤੇ ਨਹੀਂ ਭਰ ਸਕਦੇ ਹੋ। ਹਾਂ, ਜੇ ਤੁਸੀਂ ਬੈਠੇ ਹੋ ਵਾਢਾ ਧਰਨਾ, ਤਾਂ ਫਿਰ ਜਿੱਥੇ ਮਰਜੀ ਭਾਵੇਂ ਵਿਦੇਸ਼ 'ਚ ਪੜ੍ਹਾ ਲਓ, ਫਿਰ ਪੜ੍ਹਿਆ ਜਾ ਸਕਦਾ। ਵਿਦੇਸ਼ 'ਚ ਭਾਵੇਂ ਸਾਲ ਦੀ ਕਰੋੜ ਰੁਪਈਆ ਵੀ ਭਰਨੀ ਹੋਈ ਤੇ ਭਰੀ ਜਾਣੀ ਹੈ, ਕਿਉਂਕਿ ਫਿਰ ਸਾਰਾ ਕੁਝ ਹੈਗਾ। ਇਸ ਕਰਕੇ ਇਹ ਆ ਕਿ ਹਾਲਾਤਾਂ ਜਿਹੜੀਆਂ ਨੇ ਉਹ ਬਣਾਈਆਂ ਕੀਨੇ ਨੇ, ਠੀਕ ਹੈ। ਸਿਸਟਮ ਸਾਰਾ ਕਰਪਟ ਹੋ ਚੁੱਕਿਆ। ਜਦੋਂ ਇੱਕ ASI ਵੀ ਇਹ ਗੱਲ ਕਹਿੰਦਾ ਕਿ ਮੈਂ ਫਲਾਣੇ ਥਾਣੇ 'ਚ ਇਸ ਕਰਕੇ ਮੈਂ ਹਲਕਾ ਇੰਚਾਰਜ ਨੂੰ ਕਹਿ ਕੇ ਬਦਲੀ ਕਰਾਈ, ਉਹ ਤੇ ਮੈਨੂੰ 15,000 ਰੋਜ਼ ਦਾ ਬਣ ਜਾਂਦਾ। ਜੇ ਇੱਕ ASI ਨੂੰ 15 ਰੋਜ਼ ਦਾ ਬਣਦਾ ਤਾਂ ਫਿਰ ਕੈਲਕੂਲੇਟ ਤਾਂ ਕਰ ਲਓ ਕਿ ਮਹੀਨੇ ਦੀ ਉਹਨੂੰ ਇਨਕਮ ਕਿੰਨੀ ਆ, ਠੀਕ ਹੈ। ਤੇ SHO ਨੂੰ ਕੀ ਹੋਏਗੀ? ਕਿੱਧਰ ਨੂੰ ਚੱਲਿਆ ਸਾਰਾ ਕੁਝ ਤਾਣਾ ਬਾਣਾ? ਯਾਨੀ ਕਿ ਇਹ ਸਾਰਾ ਤਾਣਾ ਬਾਣਾ ਉਲਝ ਚੁੱਕਿਆ। ਤੁਸੀਂ ਕਿਹਾ ਕਿ ਅਦਰਕ ਕੱਲਾ ਧੋਂਦੇ ਆ ਤੇਜ਼ਾਬ ਨਾਲ, ਅਦਰਕ ਥੋੜੀ ਧੋਂਦੇ ਆ, ਇਹ ਤਾਂ ਬੰਦੇ ਵੀ ਤੇਜ਼ਾਬ ਨਾਲ ਧੋਤੇ ਆ, ਸਾਰਾ ਕੁਝ ਧੋਤਾ ਗਿਆ, ਠੀਕ ਹੈ ਜੀ ਸੁਰਿੰਦਰ। ਕਿਸੇ ਟਾਈਮ ਤੁਹਾਨੂੰ ਐਗਰੀਕਲਚਰ ਸਿਸਟਮ ਸੁਧਾਰਨਾ ਪਏਗਾ, ਠੀਕ ਹੈ। ਇਸ ਕਰਕੇ ਸਾਰਾ ਤਾਣਾ ਬਾਣਾ ਜਿਹੜਾ ਉਲਝ ਚੁੱਕਿਆ ਹੋਇਆ ਕਰਪਸ਼ਨ ਦੇ ਥੱਲੇ। ਇੱਥੇ ਜੰਮਦਾ ਬੱਚਾ, ਇੱਥੇ ਬੱਚੇ ਨੇ ਵੀ ਇੱਥੇ ਜੰਮਣ ਤੋਂ ਪਹਿਲਾਂ ਉਹਨੇ ਵੀ ਰਿਸ਼ਵਤ ਲੈਣੀ ਆ ਕਿ ਮੈਂ ਤਾਂ ਬਾਹਰ ਆਊਂਗਾ, ਦਿਓ ਰਿਸ਼ਵਤ ਪਹਿਲਾਂ ਮੈਨੂੰ। ਇਹ ਹਾਲਾਤਾਂ ਬਣਦੀਆਂ ਨੇ। ਉਹ ਸਦੀਕ ਸਾਹਿਬ ਦਾ ਗੀਤ ਹੈ ਨਾ ਕਿ ਜੰਮਣ ਲੱਗਾ ਮੁੰਦਰੀ ਲਾ ਕੇ ਲੈ ਗਿਆ ਦਾਈ ਦੀ। ਖੈਰ, ਇੱਕ ਦੋ ਸਰੋਤੇ ਜੁੜੇ ਨੇ ਤੇ ਉਸ ਤੋਂ ਬਾਅਦ ਫਿਰ ਅਗਲੀਆਂ ਖਬਰਾਂ ਤੇ ਝਾਤ ਪਾਉਂਦੇ ਆ। ਸਪਾਂਸਰ ਸਾਹਿਬ ਦਾ ਵੀ ਜ਼ਿਕਰ ਕਰਦੇ ਆ। ਹੈਲੋ ਭਾਈ ਜੀ, ਮਾੜੀ ਜੀ ਵੇਟ ਕਰ ਲਿਆ ਕਰੋ ਪਲੀਜ਼, 79 ਵਾਲਿਓ। ਖੈਰ, ਸਾਡੇ ਇਹਨਾਂ ਪ੍ਰੋਗਰਾਮਾਂ ਦੀ ਰੂਪਰੇਖਾ ਕਿ ਭਾਰਤੀ ਸਮਾਂ ਸੋਮਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਸਵੇਰੇ 6 ਵਜੇ ਤੋਂ ਲੈ ਕੇ 8 ਵਜੇ ਤੱਕ ਤੇ ਸ਼ਾਮ ਨੂੰ 6:30 ਵਜੇ ਤੋਂ ਲੈ ਕੇ 8:30 ਵਜੇ ਤੱਕ ਪਟਿਆਲਾ ਸਟੂਡੀਓ 'ਚੋਂ ਆਪਾਂ ਲਾਈਵ ਜੁੜਦੇ ਹਾਂ। ਨਾਲ ਰਾਜਨੀਤਿਕ ਚਰਚਾ ਦੇ ਵਾਸਤੇ ਐਡਵੋਕੇਟ ਸੁਰਿੰਦਰ ਸਿੰਘ ਆਪਣੇ ਨਾਲ ਜੁੜਦੇ ਨੇ। ਇਸ ਦੌਰਾਨ ਸਾਡੇ ਇਹਨਾਂ ਪ੍ਰੋਗਰਾਮਾਂ ਨੂੰ ਤੁਸੀਂ ਸਾਡੀ ਵੈਬਸਾਈਟ tivanaradio.com ਦੇ ਜ਼ਰੀਏ ਵੀ ਸੁਣ ਸਕਦੇ ਹੋ। ਉੱਥੇ ਤੁਹਾਨੂੰ ਸਾਡੀਆਂ ਆਈਫੋਨ ਤੇ ਐਂਡਰਾਇਡ ਐਪਸ ਦੇ ਲਿੰਕ ਮਿਲਣਗੇ, ਇੰਸਟਾਲ ਕਰੋ, ਕਿਉਂਕਿ YouTube Facebook ਦਾ ਭਰੋਸਾ ਕੋਈ ਨਹੀਂ ਜਿਸ ਤਰ੍ਹਾਂ ਦੇ ਅਸੀਂ ਲੱਛਣ ਫੜੇ ਹੋਏ ਆ। ਸੌਰੀ, ਲੱਛਣ ਕਹਿਣਾ ਕੋਈ ਮਾੜਾ ਨਹੀਂ ਹੁੰਦਾ, ਜਿਸ ਤਰ੍ਹਾਂ ਦਾ ਅਸੀਂ ਕੰਮ ਫੜਿਆ ਹੋਇਆ। ਸੋ ਇਸ ਕਰਕੇ ਪਲੀਜ਼
ਦੂਸਰਾ ਉਹਦੇ 'ਚ ਤੁਸੀਂ ਜਿਹੜੀਆਂ ਆਈਫੋਨ ਤੇ ਐਂਡਰਾਇਡ ਐਪਸ ਤੇ ਲਿੰਕ ਕੁਆਲਿਟੀ ਬਹੁਤ ਵਧੀਆ ਆਉਂਦੀ ਹੈ। ਜੇ ਉਹ ਨਹੀਂ ਇੰਸਟਾਲ ਕਰ ਸਕਦੇ YouTube ਤੇ ਪਾਉਨੇ ਅਸੀਂ ਐਡਿਟ ਉਡਿਟ ਕਰਕੇ ਬਾਅਦ 'ਚ ਪਾਉਨੇ ਜਾਂ ਪੇਜ ਕਈ ਵਾਰੀ ਬਦਲ ਜਾਂਦਾ, ਪਤਾ ਨਹੀਂ ਕਦੋਂ ਬਲੌਕ ਹੋ ਜੇ। ਫੇਸਬੁੱਕ ਪੇਜ ਤਾਂ ਮੇਰਾ ਬੰਦ ਹੀ ਹੋ ਗਿਆ, ਜਿਹੜਾ ਵਧੀਆ ਸੋਹਣੀ ਰੌਣਕ ਸੀ ਉਹਦੇ ਤੇ ਇਸ ਦੌਰਾਨ ਤੁਸੀਂ ਸਾਡਾ ਜਿਹੜਾ ਚੱਲ ਰਿਹਾ ਪੇਜ ਉਹਨੂੰ ਲਾਈਕ ਕਰੋ, ਸਬਸਕ੍ਰਾਈਬ ਕਰੋ। ਉਹਦੇ ਤੇ ਅਸੀਂ ਰਿਕਾਰਡਡ ਪ੍ਰੋਗਰਾਮ ਪਾਉਂਦੇ ਹਾਂ ਤੇ ਕਿਉਂਕਿ ਲਾਈਵ ਪ੍ਰੋਗਰਾਮ ਦੇ ਵਿੱਚ ਦਿੱਕਤ ਵੀ ਟੈਕਨੀਕਲੀ ਬਹੁਤ ਆਉਂਦੀ ਹੈ, ਕੁਆਲਿਟੀ ਬਹੁਤ ਪੂਅਰ ਆਉਂਦੀ ਹੈ, ਕਈ ਵਾਰੀ ਆਵਾਜ਼ ਨਹੀਂ ਆਉਂਦੀ, ਇਸ ਕਰਕੇ ਪ੍ਰੋਗਰਾਮ ਰਿਕਾਰਡ ਕਰਕੇ ਪਾਈਦਾ। ਪਲੀਜ਼ ਉਹ ਰਿਕਾਰਡ ਪ੍ਰੋਗਰਾਮ ਤੁਸੀਂ ਸੁਣ ਲਿਆ ਕਰੋ। ਥੋੜਾ ਦੇਰੀ ਨਾਲ ਪਾਉਂਦੇ ਆ, ਉਹ ਡਾਊਨਲੋਡ ਵੀ ਛੇਤੀ ਹੋ ਜਾਂਦਾ। ਲਾਈਵ ਪ੍ਰੋਗਰਾਮ ਡਾਊਨਲੋਡ ਨਹੀਂ ਹੁੰਦਾ, ਕਈ ਦਿੱਕਤਾਂ ਨੇ। ਇਸ ਦੌਰਾਨ ਅਮਰੀਕਾ ਦੇ ਵਿੱਚ ਸਾਡੇ ਪ੍ਰੋਗਰਾਮਾਂ ਨੂੰ ਸੁਣਨ ਦੇ ਵਾਸਤੇ ਕਾਲ ਟੂ ਲਿਸਨ ਨੰਬਰ ਹੈ 667 930 9260 ਜਾਂ ਫਿਰ WhatsApp ਦੇ ਜ਼ਰੀਏ ਪ੍ਰੋਗਰਾਮ ਤੁਸੀਂ ਮੰਗਵਾਉਣੇ ਆ ਤਾਂ ਇਹੀ ਨੰਬਰ ਜਿਸ ਤੇ ਤੁਸੀਂ ਕਾਲ ਕਰਦੇ ਹੋ ਮੇਰਾ ਸੰਪਰਕ ਨੰਬਰ ਹੈ 9876309655 9876309655 ਨੰਬਰ ਹੈ। ਇਸ ਨੰਬਰ ਤੇ ਤੁਸੀਂ ਮੇਰੇ ਨਾਲ ਸੰਪਰਕ ਕਰੋ। ਇੱਥੇ ਤੁਹਾਨੂੰ ਰਿਕਾਰਡਡ ਲਿੰਕ ਹੈ ਪ੍ਰੋਗਰਾਮਾਂ ਦਾ ਨਾਲ ਦੀ ਨਾਲ ਮਿਲੇਗਾ। ਮੇਰੇ ਨਾਲ ਕੋਈ ਗੱਲ ਕਰਨੀ ਹੈ ਤਾਂ 9876309655 ਨੰਬਰ ਤੇ ਸੰਪਰਕ ਕੀਤਾ ਜਾ ਸਕਦਾ ਹੈ।